ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਅਤੇ ਅਸੀਂ ਹਾਜ਼ਰ ਅੱਜ ਦਾ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਲੈ ਕੇ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਦੇ ਹਾਂ। ਔਰ ਇਸ ਪ੍ਰੋਗਰਾਮ ਦਾ ਜੋ ਸਮਾਂ ਹੁੰਦਾ ਉਹ 7 ਤੋਂ 8 ਹੋਇਆ ਕਰਦਾ ਹੈ। ਨਵੇਂ ਮਹਿਮਾਨ ਅਤੇ ਨਵੇਂ ਵਿਸ਼ੇ ਦੇ ਨਾਲ ਅਸੀਂ ਤੁਹਾਡੇ ਰੂਬਰੂ ਹੁੰਦੇ ਹਾਂ ਔਰ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਕੁਝ ਵਿਲੱਖਣ ਔਰ ਅਥੈਂਟਿਕ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਔਰ ਕਮਿਊਨਿਟੀ ਤੱਕ ਇਸੇ ਕਰਕੇ ਅਸੀਂ ਅਜਿਹੇ ਵਿਸ਼ੇ ਜਿਹੜੇ ਪਹੁੰਚਾਉਣੇ ਆ ਤਾਂ ਕਿ ਕੁਝ ਜਿਹੜੇ ਸਾਡੇ ਨਵੇਂ ਦੋਸਤ ਮਿੱਤਰ ਚਾਹੇ ਉਹ ਵਿਦਿਆਰਥੀ ਨੇ ਚਾਹੇ ਉਹ ਨਿਊ ਇਮੀਗ੍ਰੈਂਟਸ ਆਏ ਨੇ ਉਹਨਾਂ ਤੱਕ ਵੀ ਕੈਨੇਡੀਅਨ ਸਿਸਟਮ ਨਾਲ ਰਿਲੇਟਡ ਜਿਹੜੇ ਮਸਲੇ ਨੇ ਉਹਨਾਂ ਤੱਕ ਜਿਹੜੇ ਆ ਉਹ ਪਹੁੰਚਦੇ ਹੋ ਸਕਣ ਔਰ ਜਿਹੜੀ ਜਾਣਕਾਰੀ ਹੈ ਉਹ ਵੀ ਅਥੈਂਟਿਕ ਪਹੁੰਚਦੀ ਹੋ ਸਕੇ। ਇਹੀ ਵਿਜ਼ਨ ਪੰਜਾਬ ਟੀਵੀ ਦੀ ਪੂਰੀ ਟੀਮ ਦੀ ਪੁਰਜ਼ੋਰ ਜਿਹੜੀ ਕੋਸ਼ਿਸ਼ ਲੱਗੀ ਹੋਈ ਹੈ। ਸੋ ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਆਪਣੇ ਟੀਵੀ ਸੈੱਟ ਉੱਪਰ ਦੇਖ ਰਹੇ ਹੋ ਨਾਲ ਦੀ ਨਾਲ ਇਸ ਪ੍ਰੋਗਰਾਮ ਦਾ ਜੋ ਸਿੱਧਾ ਪ੍ਰਸਾਰਣ ਤੁਸੀਂ ਫੇਸਬੁੱਕ ਤੇ ਵੀ ਦੇਖ ਸਕਦੇ ਹੋ ਔਰ ਜੇ ਤੁਸੀਂ ਕੋਈ ਕਾਲ ਕਰਨੀ ਚਾਹੁੰਦੇ ਆ ਤੁਸੀਂ ਆਪਣਾ ਸੁਝਾਅ ਸਵਾਲ ਜਾਂ ਕੋਈ ਜਾਣਕਾਰੀ ਇਸ ਮੰਚ ਦੇ ਜ਼ਰੀਏ ਸਾਂਝੀ ਕਰਨੀ ਚਾਹੁੰਦੇ ਆ ਕਮਿਊਨਿਟੀ ਤੱਕ ਤਾਂ 905 790 9099 ਸਟੂਡੀਓ ਦਾ ਨੰਬਰ ਹੈ ਔਰ ਇਹੀ ਨੰਬਰ ਸਕਰੀਨ ਦੇ ਉੱਪਰ ਫਲੈਸ਼ ਵੀ ਹੋ ਰਿਹਾ ਹੈ। ਸੋ ਅੱਜ ਦਾ ਜੋ ਵਿਸ਼ਾ ਹੈ ਉਹ ਬੜਾ ਕਿਤੇ ਨਾ ਕਿਤੇ ਇਹ ਵੀ ਸਮਝ ਆਉਂਦੀ ਹੈ ਕਿ ਵੀ ਬਹੁਤ ਜ਼ਰੂਰੀ ਹੈ ਕਰਨਾ ਵੀ ਬਣਦਾ ਔਰ ਥੋੜਾ ਜਿਹਾ ਗੰਭੀਰ ਵੀ ਹੈ ਥੋੜਾ ਸੈਂਸਿਟਿਵ ਵੀ ਹੈ। ਉਹ ਇਉਂ ਹੈ ਕਿ ਵੀ ਪਿਛਲੇ ਦਿਨਾਂ ਦੇ ਵਿੱਚ ਜੋ ਪੰਜਾਬੀ ਪੱਤਰਕਾਰੀ ਪੰਜਾਬੀ ਮੀਡੀਆ ਦੇ ਉੱਪਰ ਜੋ ਸਵਾਲੀਆ ਨਿਸ਼ਾਨ ਵੈਸੇ ਤਾਂ ਪਹਿਲਾਂ ਵੀ ਕਿਤੇ ਨਾ ਕਿਤੇ ਉਂਗਲਾਂ ਉੱਠਦੀਆਂ ਰਹੀਆਂ ਪਰ ਜਿਹੜਾ ਹੁਣ ਪਿਛਲੇ ਦਿਨਾਂ ਦੇ ਵਿੱਚ ਹੋਇਆ ਔਰ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਮੇਨ ਸਟ੍ਰੀਮ ਮੀਡੀਆ ਦੇ ਉੱਪਰ ਵੀ ਉਸ ਦੀ ਚਰਚਾ ਜਿਹੜੀ ਬਣੀ ਹੋਈ ਆ। ਤੁਸੀਂ ਵੀ ਦੇਖਿਆ ਹੋਣਾ ਵੀਡੀਓ ਵਾਇਰਲ ਹੋਈ ਹੈ ਕਿ ਮੀਡੀਆਕਾਰਾਂ ਵੱਲੋਂ ਕੁਝ ਇੰਟਰਨੈਸ਼ਨਲ ਵਿਦਿਆਰਥਣਾਂ ਉੱਪਰ ਕੁਝ ਜਿਹੇ ਆਰੋਪ ਜਿਹੜੇ ਗਲਤ ਕਿਸਮ ਦੇ ਆਰੋਪ ਲਗਾਏ ਜਾਂਦੇ ਆ। ਸੋ ਇਹ ਆਰੋਪ ਦਰਅਸਲ ਠੀਕ ਵੀ ਨੇ ਜਾਂ ਗਲਤ ਨੇ ਇਹਦੇ ਬਾਰੇ ਅੱਜ ਜਿਹੜਾ ਪੁੱਛਾਣ ਕਰਾਂਗੇ ਵਿਚਾਰ ਕਰਾਂਗੇ ਅਸਲ ਦੇ ਵਿੱਚ ਹੈ ਮਸਲਾ ਕੀ ਹੈ ਪੂਰੀ ਮਾਜਰਾ ਕੀ ਹੈ ਕਹਾਣੀ ਕੀ ਸੀ ਔਰ ਕਿੱਥੋਂ ਸ਼ੁਰੂਆਤ ਹੋਈ ਹੈ। ਔਰ ਦੂਜੀ ਗੱਲ ਕਰਦੇ ਹਾਂ ਪੱਤਰਕਾਰੀ ਦੀ। ਅੱਜ ਦਾ ਜੋ ਪੰਜਾਬੀ ਮੀਡੀਆ ਜਾਂ ਅੱਜ ਦਾ ਕੈਨੇਡੀਅਨ ਪੰਜਾਬੀ ਮੀਡੀਆ ਅਸਲ ਦੇ ਵਿੱਚ ਇਹ ਕਿੱਧਰ ਨੂੰ ਜਾ ਰਿਹਾ ਇਹਦੀ ਦਸ਼ਾ ਕੀ ਹੈ ਔਰ ਦਿਸ਼ਾ ਕੀ ਹੈ ਇਹਦੇ ਬਾਰੇ ਵੀ ਅਸੀਂ ਚਰਚਾ ਕਰਾਂਗੇ। ਔਰ ਸਾਡੇ ਸਟੂਡੀਓ ਦੇ ਵਿੱਚ ਉਚੇਚੇ ਤੌਰ ਤੇ ਪਹੁੰਚੇ ਆ ਰਾਣਾ ਸਿੱਧੂ ਜੀ ਜੋ ਕਿ ਪਿਛਲੇ 26 ਸਾਲ ਤੋਂ ਕੈਨੇਡੀਅਨ ਪੰਜਾਬੀ ਪੱਤਰਕਾਰੀ ਦੇ ਵਿੱਚ ਮੀਡੀਆਕਾਰ ਦੇ ਤੌਰ ਤੇ ਇਹ ਆਪਣੀ ਸੇਵਾ ਨਿਭਾ ਰਹੇ ਆ। ਕਮਿਊਨਿਟੀ ਦੇ ਵਿੱਚ ਇੱਕ ਚੰਗਾ ਨਾਮ ਹੈ ਇਹਨਾਂ ਨੇ ਖੱਟਿਆ। ਅੱਜ ਉਹਨਾਂ ਦੇ ਨਾਲ ਚਰਚਾ ਕਰਦੇ ਹਾਂ ਪੰਜਾਬੀ ਜਿਹੜੇ ਸਾਡੇ ਇੰਟਰਨੈਸ਼ਨਲ ਵਿਦਿਆਰਥੀ ਆ ਵਿਦਿਆਰਥਣਾਂ ਉਹਨਾਂ ਉੱਪਰ ਜਿਹੜੇ ਸ਼ੋਸ਼ਿਤ ਹੋਣ ਦੇ ਆਰੋਪ ਜਿਹੜੇ ਹੈਗੇ ਆ ਉਹ ਲੱਗ ਰਹੇ ਆ। ਸ਼ੋਸ਼ਿਤ ਵੀ ਹੋ ਰਿਹਾ ਸ਼ੋਸ਼ਣ ਵੀ ਹੋ ਰਿਹਾ ਔਰ ਕਿਸ ਕਿਸਮ ਦਾ ਸ਼ੋਸ਼ਿਤ ਉਹਨਾਂ ਦੇ ਨਾਲ ਬਣਦਾ ਹੈ ਜਾਂ ਸ਼ੋਸ਼ਣ ਹੋ ਰਿਹਾ ਉਹ ਵੀ ਅਸੀਂ ਅੱਜ ਚਰਚਾ ਕਰਾਂਗੇ। ਸੋ ਸਵਾਗਤ ਕਰਦੇ ਹਾਂ ਰਾਣਾ ਸਿੱਧੂ ਜੀ ਦਾ। ਤੁਹਾਡਾ ਬਹੁਤ ਬਹੁਤ ਸਵਾਗਤ। ਮਿਹਰਬਾਨੀ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਿੱਧੂ ਸਾਹਿਬ ਮੈਂ ਜਿਵੇਂ ਪਹਿਲਾਂ ਹੁਣ ਥੋੜਾ ਜਿਹਾ ਇਹਦੇ ਵਿੱਚ ਬੋਲਿਆ ਭੂਮਿਕਾ ਵਿੱਚ ਕਿ ਵੀ ਜੋ ਅੱਜ ਦੀ ਜੋ ਸਮੱਸਿਆ ਬਣੀ ਹੋਈ ਹੈ ਖਾਸ ਕਰਕੇ ਆਪਾਂ GTA ਦੀ ਗੱਲ ਕਰਦੇ ਹਾਂ ਟੋਰਾਂਟੋ ਦੇ ਵਿੱਚ ਬਹੁਤ ਜਿਹੜਾ ਵੱਡਾ ਵਰਗ ਹੈ ਉਹ ਇੰਟਰਨੈਸ਼ਨਲ ਵਿਦਿਆਰਥੀਆਂ ਦਾ ਇੱਥੇ ਆਉਂਦਾ ਹੈ ਔਰ ਪਹਿਲੀ ਪਸੰਦ ਹੁੰਦੀ ਹੈ ਕਿ ਅਸੀਂ ਟੋਰਾਂਟੋ ਦੇ ਵਿੱਚ ਜਾਣਾ ਔਰ ਦੂਜੇ ਨੰਬਰ ਤੇ ਜਿਹੜਾ ਬਰੈਂਪਟਨ ਹੈ ਉਹ ਇੱਕ ਹੱਬ ਦੇ ਤੌਰ ਤੇ ਜਾਣਿਆ ਜਾਂਦਾ ਕਿ ਵਿਦਿਆਰਥੀਆਂ ਦਾ ਇਹ ਹੱਬ ਬਣਿਆ ਹੋਇਆ। ਸੋ ਇਸ ਤੋਂ ਪਹਿਲਾਂ ਕਿ ਵੀ ਆਪਾਂ ਵਿਦਿਆਰਥੀ ਅਤੇ ਵਿਦਿਆਰਥਣਾਂ ਬਾਰੇ ਕਿਉਂਕਿ ਮੈਂ ਬੋਲਿਆ ਸ਼ੋਸ਼ਿਤ ਵੀ ਹੋ ਰਿਹਾ ਸ਼ੋਸ਼ਣ ਵੀ ਹੋ ਰਿਹਾ ਦੋਨੇ ਕਿਸਮ ਦਾ ਜਿਹੜਾ ਆਦਾਨ ਪ੍ਰਦਾਨ ਦੋਨੇ ਪਾਸੋਂ ਚੱਲਦਾ ਹੈ। ਇਸ ਤੋਂ ਪਹਿਲਾਂ ਮੈਂ ਉਹਦੇ ਬਾਰੇ ਚਰਚਾ ਕਰੀਏ ਮੈਂ ਪੱਤਰਕਾਰੀ ਦੀ ਜਿਹੜੀ ਗੱਲ ਕਰਦਾ ਵੀ ਅੱਜ ਦੀ ਜੋ ਕੈਨੇਡੀਅਨ ਪੰਜਾਬੀ ਪੱਤਰਕਾਰੀ ਹੈ ਜਾਂ ਮੀਡੀਆਕਾਰੀ ਹੈ ਉਹ ਅਸਲ ਦੇ ਵਿੱਚ ਜਾ ਕਿੱਧਰ ਨੂੰ ਰਹੀ ਹੈ ਕਿਉਂਕਿ ਬਹੁਤ ਜੇ ਆਪਾਂ ਕਹੀਏ ਕਿ ਲੰਮੇ ਸਮੇਂ ਤੋਂ ਸਵਾਲੀਆ ਨਿਸ਼ਾਨ ਜਿਹੜੇ ਆ ਉਹ ਬਣੇ ਹੋਏ ਆ ਪੰਜਾਬੀ ਪੱਤਰਕਾਰੀ ਦੇ ਉੱਪਰ ਖਾਸ ਕਰਕੇ ਕੈਨੇਡੀਅਨ ਪੰਜਾਬੀ ਪੱਤਰਕਾਰੀ ਦੇ। ਅਸਲ 'ਚ ਕੀ ਹੈ ਜੇ ਆਪਾਂ ਕੈਨੇਡੀਅਨ ਪੰਜਾਬੀ ਪੱਤਰਕਾਰੀ ਦੀ ਗੱਲ ਕਰਦੇ ਹਾਂ ਜੇ ਆਪਾਂ ਸ਼ੁਰੂਆਤੀ ਦੌਰ ਦੇ ਵਿੱਚ ਦੇਖੀਏ ਉਦੋਂ ਮੁਸ਼ਕਲਾਂ ਅਲੱਗ ਸਨ ਜੀ। ਇੱਥੇ ਬੜੇ ਸੀਮਤ ਸਾਧਨਾਂ ਦੇ ਵਿੱਚ ਆ ਕੇ ਤੇ ਚਾਹੇ ਉਹ ਅਖਬਾਰਾਂ ਸਨ ਚਾਹੇ ਰੇਡੀਓ ਸਨ ਟੈਲੀਵਿਜ਼ਨ ਸਨ ਜੀ ਤਾਂ ਉਹਨਾਂ ਨੇ ਮੁੱਢਲੇ ਦੌਰ ਦੇ ਵਿੱਚ ਜਿਹੜਾ ਜੀ ਉਹ ਬੜਾ ਸੰਘਰਸ਼ ਦੇ ਨਾਲ ਇਸ ਨੂੰ ਸ਼ੁਰੂ ਕੀਤਾ ਜੀ ਔਰ ਹੌਲੀ ਹੌਲੀ ਇਸ ਦਾ ਵਿਕਾਸ ਹੋਇਆ। ਠੀਕ ਹੈ। ਸੋ ਜਿਹੜੀ ਇੱਕ ਸ਼ੁਰੂਆਤੀ ਦੌਰ ਤੋਂ ਲੈ ਕੇ ਵਿਕਾਸ ਤੱਕ ਦੀ ਕਹਾਣੀ ਜੇ ਆਪਾਂ ਸਾਂਝੀ ਕਰਨੀ ਹੋਵੇ ਤੇ ਉਹਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਪਰ ਮਾਣ ਕੀਤਾ ਜਾ ਸਕਦਾ ਜੀ। ਸੋ ਉਸ ਵਿਕਾਸ ਤੋਂ ਵਿਨਾਸ਼ ਵੱਲ ਤੱਕ ਦਾ ਜਿਹੜਾ ਸਫ਼ਰ ਆ ਉਹ ਜਿੱਡੀ ਤੇਜ਼ੀ ਦੇ ਨਾਲ
ਕੀਤਾ ਜੀ। ਉਹ ਵੀ ਜਿਹੜਾ ਜੀ ਇੱਕ ਫਿਕਰਮੰਦੀ ਦਾ ਕਾਰਨ ਵੀ ਬਣ ਰਿਹਾ। ਉਹਦਾ ਕਾਰਨ ਇਹ ਹੈ ਕਿ ਪਹਿਲੀਆਂ ਦੇ ਵਿੱਚ ਥੋੜਾ ਜਿਹਾ ਜਦੋਂ ਗਲੋਬਲਾਈਜੇਸ਼ਨ ਦੀ ਗੱਲ ਕਰਦੇ ਆ, ਉਦੋਂ ਜਦੋਂ ਹਾਲੇ ਸ਼ੁਰੂਆਤੀ ਦੌਰ ਦੇ ਵਿੱਚ ਇਹ ਕਿਹਾ ਹੀ ਜਾਂਦਾ ਸੀ ਕਿ ਜਿਹੜੀ ਦੁਨੀਆ ਜਿਹੜੀ ਆ ਉਹ ਗਲੋਬਲ ਵਿਲੇਜ ਬਣ ਜਾ ਰਹੀ ਹੈ। ਸੋ ਉਦੋਂ ਉਹਦੇ ਸਿੱਟੇ ਕੀ ਨਿਕਲਣਗੇ, ਉਹ ਸਿਰਫ ਤੇ ਸਿਰਫ ਕਿਆਸ ਰਾਈਆਂ ਸੀ। ਕੁਝ ਜਿਹੜੇ ਉਹ ਆਪੂ ਬਣੇ ਬੁੱਧੀਜੀਵੀ ਮਾੜਾ ਮੋਟਾ ਉਹ ਆਪਸ ਵਿੱਚ ਰੜਕ ਲੈਂਦੇ ਹੁੰਦੇ ਸੀ, ਪਰ ਹਾਲੇ ਕਿਸੇ ਨੂੰ ਬਹੁਤਾ ਪਤਾ ਨਹੀਂ ਸੀ ਵੀ ਉਦੋਂ ਹੋਣਾ ਕੀ ਹੈ। ਅੱਜ ਜਦੋਂ ਦਾ ਸਮਾਰਟਫੋਨ ਆ ਗਏ ਨੇ, ਜਿਹੜੇ ਇੰਟਰਨੈਟ ਜਿਹੜੇ ਨੇ ਜੀ ਉਹ 3G ਤੋਂ ਬਾਅਦ 4G, ਸੋਸ਼ਲ ਮੀਡੀਆ ਜਿਹੜਾ ਜੀ ਉਹ ਡਿਵੈਲਪ ਹੋ ਗਿਆ, ਉਸ ਨੇ ਜਿਹੜਾ ਜੀ ਉਹ ਪੱਤਰਕਾਰੀ ਦਾ ਮੂੰਹ ਮਹਾਂਦਰਾ ਜਿਹੜਾ ਜੀ ਉਹ ਸਾਰਾ ਬਦਲ ਕੇ ਰੱਖ ਦਿੱਤਾ। ਸੋ ਹੁਣ ਤੇ ਇਹ ਹੈ ਜੀ ਵੀ ਜਿਹਦੇ ਕੋਲ ਸਮਾਰਟਫੋਨ ਹੈ ਤੇ ਉਹਦੇ ਉੱਪਰ ਡਾਟਾ ਹੈ ਤੇ ਉਹ ਹੀ ਪੱਤਰਕਾਰ। ਮੌਕੇ ਦਾ ਹਥਿਆਰ ਉਹਨਾਂ ਦੇ ਹੱਥ ਦੇ ਵਿੱਚ, ਮੌਕੇ ਦਾ ਹਥਿਆਰ ਜਿਹੜਾ ਜੀ ਉਹ ਹੱਥ 'ਚ ਆ ਗਿਆ ਜੀ। ਔਰ ਇੱਕ ਪੰਜਾਬੀ ਦੀ ਪੁਰਾਣੀ ਕਹਾਵਤ ਹੁੰਦੀ ਸੀ ਵੀ ਬਾਂਦਰ ਦੇ ਹੱਥ 30 ਲਾ ਜਾਵੇ ਤੇ ਕੋਈ ਪ੍ਰੋਬਲਮ ਨਹੀਂ, ਤੇ ਜਿੱਦਣ ਉਹਨੂੰ ਬਾਲਣੀ ਆ ਗਈ ਉਸ ਦਿਨ ਪ੍ਰੋਬਲਮ ਹੈ, ਉਸ ਦਿਨ ਉਹ ਜੰਗਲ ਨੂੰ ਅੱਗ ਲਾ ਸਕਦਾ। ਕੁਝ ਕੁ ਤੀਲਾਂ ਇਦਾਂ ਹੱਥ ਆ ਗਈਆਂ ਜੀ। ਤੀਲਾਂ ਹੱਥ ਸਨ ਉਦੋਂ ਤੱਕ ਜਦੋਂ ਤੱਕ ਉਹਨਾਂ ਨੂੰ ਬਾਲਣੀਆਂ ਨਹੀਂ ਸੀ ਆਉਂਦੀਆਂ। ਹੁਣ ਤੀਲਾਂ ਜਿਹੜੀਆਂ ਨੇ ਬਾਲਣੀਆਂ ਆ ਗਈਆਂ, ਸਮਾਰਟਫੋਨ ਦੇ ਆਉਣ ਦੇ ਨਾਲ ਉਹ ਤੀਲਾਂ ਬਾਲਣੀਆਂ ਆ ਗਈਆਂ। ਸੋ ਹੁਣ ਜਿਹੜਾ ਜੀ ਜਿਹਦਾ ਕਿਸੇ ਦਾ ਜੀ ਕਰਦਾ ਉਹ ਆਪਣੇ ਢੰਗ ਦੇ ਨਾਲ ਬੜਾ ਵਾਹਿਯਾਤ ਕਿਸਮ ਦਾ ਜੀ ਉਹ ਸਾਰਾ ਕੁਝ ਚੱਲ ਰਿਹਾ ਜੀ। ਔਰ ਇਸ ਦੇ ਵਿੱਚ ਜਿਹੜਾ ਇੱਕ ਸੁਹਿਰਦ ਤਬਕਾ ਸੀ ਪੱਤਰਕਾਰੀ ਦਾ, ਉਹ ਆਪਣੇ ਆਪ ਨੂੰ ਦਬਿਆ ਮਹਿਸੂਸ ਕਰਦਾ, ਕਿਉਂਕਿ ਉਸ ਪੱਧਰ ਤੇ ਜਾ ਕੇ, ਉਸ ਲੈਵਲ ਤੇ ਜਾ ਕੇ ਉਹ ਕੁਛ ਕਰਨ ਦੇ ਨਾਲੋਂ ਕੁਛ ਨਾ ਕਰਨਾ ਜਿਹੜਾ ਜੀ ਬਿਹਤਰ ਸਮਝਦਾ। ਔਰ ਇਹੀ ਇੱਕ ਫਿਕਰਮੰਦੀ ਵਾਲੀ ਕਾਰਨ ਆ। ਇਸੇ ਕਰਕੇ ਜਿਹੜੇ ਉਹ ਨੁਕਸਾਨ ਥੋੜੇ ਜਿਹਾ ਹੋ ਰਹੇ ਨੇ ਵੀ ਉਹ ਤਬਕਾ ਜਿਹੜਾ ਜੀ ਉਹ ਚੁੱਪ ਕਰ ਗਿਆ ਤੇ ਦੂਜਿਆਂ ਦੀ ਚੜ੍ਹ ਵੱਜ ਗਈ। ਸੋ ਇੱਕ ਤੁਸੀਂ ਦੱਸਿਆ ਨਾ ਕਿ ਜਿਹੜਾ ਸੁਹਿਰਦ ਹੈ, ਮੈਂ ਕਹਿੰਦਾ ਸੁਹਿਰਦ ਤੇ ਸੁਜੱਗ ਜਿਹੜਾ ਪੱਤਰਕਾਰ ਸੀ, ਮੀਡੀਆਕਾਰ ਸੀ, ਜਾਂ ਇਹ ਕਹਿੰਦਾ ਸੀ ਮੈਂ ਸਮਾਜ ਦੇ ਵਿੱਚ ਇੱਕ ਚੰਗੀ ਸਿਹਤ ਵਾਲੀ ਗੱਲ ਕਰਨੀ ਹੈ ਜਾਂ ਚੰਗੀ ਜਾਣਕਾਰੀ ਜਿਹੜੀ ਪਹੁੰਚਾਉਣੀ ਹੈ, ਉਹ ਆਪਣੇ ਆਪ ਨੂੰ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਖੁੱਡੇ ਲੈਣ ਲਾ ਦਿੱਤਾ ਗਿਆ, ਉਹ ਆਪਣੇ ਆਪ ਨੂੰ ਖੁੱਡੇ ਲੈਣ ਲਵਾ ਲਿਆ ਜੀ। ਅਸੀਂ ਨਹੀਂ ਬਈ ਇਹ ਜਿਹੇ ਦੌਰ ਦੇ ਵਿੱਚ ਜਾਂ ਮਾਹੌਲ ਦੇ ਵਿੱਚ ਪੱਤਰਕਾਰੀ ਨਹੀਂ ਕਰ ਸਕਦੇ। ਉਹੀ ਇਹ ਹੈ ਜੀ ਕਿ ਜਦੋਂ ਆਮ ਤੌਰ ਤੇ ਹੁੰਦਾ ਕਿ ਜੇ ਤੁਸੀਂ ਚਿੱਕੜ ਸਾਫ਼ ਕਰਨਾ ਤੇ ਤੁਹਾਨੂੰ ਪਹੁੰਚੇ ਟੰਗ ਕੇ ਵਿੱਚ ਵੜਨਾ ਪੈਂਦਾ, ਤੇ ਬਹੁਤੇ ਜਿਹੜੇ ਉਹ ਕੁਝ ਸਿਆਣੇ ਲੋਕ ਸੀਗੇ ਉਹਨਾਂ ਨੇ ਪਹੁੰਚੇ ਨਹੀਂ ਟੰਗੇ, ਉਹ ਕਹਿੰਦੇ ਵੀ ਨਹੀਂ ਦੂਰ ਹੀ ਰਹੋ। ਉਹ ਸਿੱਟਿਆਂ ਤੋਂ ਡਰਦੇ ਚੁੱਪ ਬੈਠੇ ਤੇ ਦੂਜਿਆਂ ਦੀ ਚੜ੍ਹ ਮੱਚ ਗਈ ਜੀ। ਅਸਲ 'ਚ ਕਹਾਣੀ ਇਹ ਵਾਪਰ ਰਹੀ। ਸੋ ਪੱਤਰਕਾਰੀ ਦਾ ਕਿਤੇ ਨਾ ਕਿਤੇ ਮੇਰਾ ਆਪਣਾ ਓਪੀਨੀਅਨ ਇਹੀ ਹੈ ਕਿ ਵੀ ਜਿਹੜਾ ਲਾਲਚ ਦੇ ਵਸ ਹੈ ਅੱਜ ਦੀ ਕਿਉਂਕਿ ਇੱਕ ਸ਼ਾਇਰ ਨੇ ਬੜੀ ਸੋਹਣੀ ਗੱਲ ਲਿਖੀ ਹੋਈ ਆ, ਔਰ ਇੱਕ ਦੋ ਲਾਈਨਾਂ ਨੇ ਕਿ ਯਾਰੋ ਕਲਾ ਦੀ ਆਬਰੂ ਨਿਲਾਮ ਕਿਉਂ ਨਾ ਹੋਵੇ, ਵਪਾਰ ਕਰਨ ਵਾਲੇ ਜਦ ਫਨਕਾਰ ਹੋ ਗਏ ਨੇ। ਸੋ ਕਹਿਣ ਦਾ ਭਾਵ ਇਹ ਆ ਵੀ ਜਿਹੜੇ ਹੁਣ ਇਹ ਪੱਤਰਕਾਰੀ ਦੇ ਨਾਲੋਂ ਮੈਨੂੰ ਲੱਗਦਾ ਜਿਹੜਾ ਵਪਾਰੀਕਰਨ ਹੋ ਗਿਆ ਨਾ, ਇਹ ਵਪਾਰੀਕਰਨ ਪਹਿਲਾਂ ਤੋਂ ਸੀਗਾ ਜੀ। ਜੇ ਆਪਾਂ ਮੁਗਲ ਦੌਰ ਤੋਂ ਹੀ ਜਦੋਂ ਕਿਤਾਬ 'ਚ ਨਿਕਲਦੇ ਹੁੰਦੇ ਸੀ ਉਦੋਂ ਤੋਂ ਗੱਲ ਕਰ ਲਈਏ, ਅਸਲ 'ਚ ਕੀ ਆ ਕਿ ਉਹ ਆਪਣੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਇਹ ਸਾਧਨ ਜਿਹੜੇ ਸੀ ਸ਼ੁਰੂ ਕੀਤੇ ਸੀ। ਠੀਕ ਹੈ। ਉਹਦੇ ਵਿੱਚ ਵਪਾਰ ਵੀ, ਜਿਹੜੀਆਂ ਹੁਣ ਪੇਡ ਨਿਊਜ਼ ਜਿਹੜੀਆਂ ਨੇ ਇਕੱਲਾ ਹੁਣ ਤੋਂ ਰਿਵਾਜ ਨਹੀਂ, ਇਹ ਬੜੇ ਲੰਬੇ ਸਮੇਂ ਤੋਂ। ਰਾਣਾ ਜੀ ਮੇਰਾ ਭਾਵ ਇਹ ਸੀ, ਮੈਂ ਇਸ ਸੰਦਰਭ ਦੇ ਵਿੱਚ ਗੱਲ ਕਰ ਰਿਹਾ ਸੀ ਕਿ ਵੀ ਜਿਹੜਾ ਨਿਰਾਪੁਰਾ ਪੱਤਰਕਾਰੀ ਨੂੰ ਪਾਸੇ ਰੱਖ ਕੇ ਸਿਰਫ ਤੇ ਸਿਰਫ ਵਪਾਰ ਹੀ ਹੋ ਰਿਹਾ, ਉਹ ਹਾਵੀ ਹੋ ਗਿਆ। ਉਹ ਦੱਸਣ ਕਿ ਉਹ ਪੱਤਰਕਾਰੀ ਹੋ ਹੀ ਨਹੀਂ ਰਹੀ, ਉਹ ਵਪਾਰ ਵੀ ਹੋ ਰਿਹਾ, ਉਹ ਪੱਤਰਕਾਰੀ ਹੋ ਨਹੀਂ ਰਹੀ। ਉਹ 'ਚ ਕੀ ਆ ਕਿ ਅੱਜ ਕੱਲ ਇੱਕ ਬੜਾ ਵੱਡਾ ਸਵਾਲ ਆ ਵੀ ਜਦੋਂ ਤੁਸੀਂ ਕੈਮਰਾ ਮੋਢੇ ਤੇ ਰੱਖ ਕੇ ਭੱਜੇ ਜਾਂਦੇ ਹੋ ਨੀਟੂ ਸ਼ਟਰਾਂ ਵਾਲੀ ਦੀ ਇੰਟਰਵਿਊ ਕਰਨ, ਤੁਸੀਂ ਉੱਥੇ ਸਮਝਦੇ ਹੋ ਕਿ ਪੱਤਰਕਾਰੀ ਹੋ ਰਹੀ ਹੈ। ਸੋ ਗੱਲ ਕੀ ਮਸਾਲਾ ਅੱਜ ਕੱਲ੍ਹ ਤੁਸੀਂ ਖਬਰਾਂ ਜਿਹੜੀਆਂ ਨੇ ਜੀ, ਜਦੋਂ ਤੁਸੀਂ ਜਰਨਲਿਜ਼ਮ ਪੜ੍ਹਨ ਜਾਂਦੇ ਹੋ ਜਾਂ ਜਦੋਂ ਮੁੱਢਲੇ ਦੌਰ ਦੇ ਵਿੱਚ ਤੁਹਾਨੂੰ ਉਹ ਪੜ੍ਹਾਉਂਦੇ ਨੇ ਕਿ ਖਬਰ ਕਿਵੇਂ ਬਣਾਉਣੀ ਹੈ, ਖਬਰ ਲਿਖਣੀ ਕਿਵੇਂ ਹੈ, ਕਿਸ ਢੰਗ ਦੀ ਖਬਰ ਹੋਣੀ ਚਾਹੀਦੀ ਹੈ। ਸੋ ਉਹਦਾ ਇੱਕ ਉਹ ਪੈਰਾਮਿਡ ਸਟਾਈਲ ਹੋਵੇ ਜਾਂ ਕਿ ਉਹ ਵੱਖ-ਵੱਖ ਜਿਹੜੇ ਨੇ ਉਹ ਵਿਧਾਵਾਂ ਤੁਹਾਨੂੰ ਦੱਸਦੇ ਨੇ ਕਿ ਤੁਸੀਂ ਖਬਰ ਬਣਾਉਣੀ ਕਿੱਦਾਂ। ਅੱਜ ਕੱਲ੍ਹ ਤੁਸੀਂ ਕੋਈ ਵੀ ਜਿਹੜੀ ਚਾਹੇ ਕੋਈ ਤੁਸੀਂ ਵੀਡੀਓ ਸਾਂਝੀ ਕਰ ਰਹੇ ਹੋ, ਉਹਦੇ ਉੱਪਰ ਲੱਗਦੇ ਹੈਡਿੰਗ ਪੜ੍ਹ ਕੇ ਦੇਖਿਓ, ਹਾਂਜੀ ਪੰਜਾਬ ਤੋਂ ਆਈ ਕੁੜੀ ਨਾਲ ਕੀ ਵਾਪਰਿਆ, ਦੇਖੋ ਜੀ ਕਲਿੱਕ ਕਰੋ, ਉਹਨੂੰ ਕਲਿੱਕ ਕਰੋ ਜੀ। ਹਾਂਜੀ ਆਹ ਦੇਖੋ ਚਾੜਿਆ ਚੰਦ, ਉਹ ਇੱਕ ਸਨਸਨੀ ਪੈਦਾ ਕਰਦੇ ਨੇ ਕਿਸੇ ਵੀ ਖਬਰ ਦੇ ਵਿੱਚ, ਕਿਸੇ ਵੀ ਨਿਊਜ਼ ਦੇ ਵਿੱਚ, ਕਿਸੇ ਵੀ ਵੀਡੀਓ ਦੇ ਵਿੱਚ, ਤਾਂ ਕਿ ਉੱਥੇ ਬੰਦਾ ਉਂਗਲ ਲਾਵੇ ਤੇ ਉਹਨਾਂ ਦਾ ਇੱਕ ਕਲਿੱਕ ਵਧੇ। ਬਾਅਦ ਦੇ ਵਿੱਚ ਭਾਵੇਂ ਗਾਲ ਹੀ ਕੱਢੇ ਵੀ ਜੋ ਕੁਛ ਦੱਸਿਆ ਸੀ ਹੈਡਿੰਗ ਦੇ ਵਿੱਚ ਤਾਂ ਕੁਛ ਵੀ ਨਹੀਂ ਨਿਕਲਿਆ, ਕੁਛ ਨਹੀਂ। ਬਹੁਤੀ ਵਾਰੀ ਹੁੰਦਾ ਹੀ ਏਦਾਂ ਜੀ, ਬਹੁਤੀ ਵਾਰੀ ਹੁੰਦਾ ਹੀ ਏਦਾਂ। ਤੁਸੀਂ ਕਿਤੇ ਕੋਈ ਰੌਚਕ ਵਿਸ਼ਾ ਵੀ ਹੋਵੇ ਨਾ, ਉਸ ਵਿਸ਼ੇ ਦੇ ਬਾਰੇ ਕਈ ਤਾਂ ਸਿਆਣੇ ਬਿਆਣੇ ਜਿਹੜੇ ਪੋਰਟਲ ਨੇ ਨਾ, ਕਈ ਸਿਆਣੇ ਬਿਆਣੇ ਜਿਹੜੇ ਆਪਣੇ ਨੂੰ ਪੱਤਰਕਾਰ ਕਹਾਉਂਦੇ ਨੇ, ਜਿਨ੍ਹਾਂ ਨੂੰ ਲੋਕ ਦੇਖਦੇ ਵੀ ਨੇ, ਉਹਨਾਂ ਦੀਆਂ ਖਬਰਾਂ ਦੇ ਹੈਡਿੰਗ ਪੜ੍ਹ ਕੇ ਨਾ, ਤੇ ਜਦੋਂ ਤੁਸੀਂ ਦੇਖਦੇ ਹੋ ਨਾ ਤੇ ਮੇਰੇ ਕੋਲ ਤਾਂ ਕਈ ਵਾਰ ਰਹਿ ਨਹੀਂ ਹੁੰਦਾ, ਮੈਂ ਥੱਲੇ ਕਮੈਂਟ ਵੀ ਕਰ ਦਿੰਦਾ ਵੀ ਛੱਡ ਯਾਰ ਵੀ ਆਹ ਪਤਾ ਨਹੀਂ ਕਿਹੋ ਜਿਹੀ ਚਵਲ ਮਾਰਦੀ ਨੇ।
ਸੋ ਅੱਜ ਦਾ ਜੋ ਸਾਡਾ ਜਿਹੜਾ ਖਾਸ ਕਰਕੇ ਆਪਾਂ ਕਿਉਂਕਿ ਕੈਨੇਡਾ ਦੇ ਵਿੱਚ ਰਹਿ ਰਹੇ ਹਾਂ, ਪੂਰੇ ਤੁਸੀਂ ਪਿਛਲੇ 25-26 ਸਾਲ ਤੋਂ ਤੁਸੀਂ ਕੈਨੇਡਾ ਦੀ ਜਿਹੜੀ ਪੱਤਰਕਾਰੀ ਆ ਜਾਂ ਮੀਡੀਆਕਾਰੀ ਨੂੰ ਆਪਾਂ ਤੁਸੀਂ ਬਹੁਤ ਨੇੜਿਓਂ ਦੇਖਿਆ ਔਰ ਦੇਖ ਰਹੇ ਹੋ। ਸੋ ਸਵਾਲੀਆ ਨਿਸ਼ਾਨ ਜਿਹੜੇ ਉਹ ਜਿਵੇਂ ਤੁਸੀਂ ਦੱਸਿਆ ਨਾ ਵੀ ਅੱਜ ਕੱਲ੍ਹ ਜਿਹੜਾ ਉਹ ਸਿਰਫ ਤੇ ਸਿਰਫ ਲਾਲਚ ਦੇ ਬਸ ਜਿਹੜਾ ਕੁਝ ਹੋ ਰਿਹਾ, ਕਿਉਂਕਿ ਇਹ ਵੀ ਹੋ ਸਕਦਾ ਕਿ ਕਈ ਵਾਰੀ ਪੋਲੀਟੀਕਲੀ ਕੋਈ ਨਾ ਕੋਈ ਬੰਦਾ ਜਿਹੜਾ ਅੱਜ ਕੱਲ੍ਹ ਕਿਸੇ ਖਾਸ ਪੱਤਰਕਾਰ ਨੂੰ ਕਹਿ ਦਿੰਦਾ ਵੀ ਇਹ ਮੇਰਾ ਬੰਦਾ ਇਹ ਮੇਰੀ ਹੀ ਗੱਲ ਕਰੇਗਾ। ਅੱਜ ਕੱਲ੍ਹ ਆ ਵੀ ਦੌਰ ਚੱਲਿਆ। ਅੱਜ ਕੱਲ੍ਹ ਉਹੀ ਆ ਜੀ, ਪਤਾ ਨਹੀਂ ਦਰਅਸਲ ਜੇ ਆਪਾਂ ਦੌਰ ਦਾ ਕਿਤੇ ਵਿਸ਼ਲੇਸ਼ਣ ਕਰਨ ਲੱਗੀ ਹੈ ਨਾ, ਉਹਦਾ ਪਤਾ ਨਹੀਂ ਲੱਗਦਾ ਵੀ ਹੋ ਕੀ ਰਿਹਾ। ਸਾਰੇ ਪਾਸੇ ਭੰਬਲ ਭੂਸਾ ਤੇ ਭੜਥੂ ਪਿਆ ਜੀ। ਹਰ ਇੱਕ ਬੰਦਾ ਜਿਹੜਾ ਜੀ ਉਹ ਕਹਿੰਦਾ ਵੀ ਜਿਹੜਾ ਮੇਰੇ ਮੋਢਿਆਂ ਦੇ ਉੱਪਰ ਤਕਰੀਬਨ ਪੌਣੇ 3 ਪਾਉਣ ਦੀ ਚੀਜ਼ ਹੈ ਜਿਹਨੂੰ ਦਿਮਾਗ ਕਹਿੰਦੇ ਆ, ਉਹ ਕਹਿੰਦਾ ਮੇਰਾ ਆਪਣਾ, ਮੈਂ ਆਪਣੇ ਢੰਗ ਨਾਲ ਵਰਤਣਾ, ਔਰ ਵਰਤ ਰਹੇ ਨੇ। ਪਰ ਮੇਨ ਜੇ ਇਹ ਚੀਜ਼ ਹੈ ਵੀ ਜਿਸ ਸਮਾਜ ਦੇ ਵਿੱਚ ਆਪਾਂ ਰਹਿੰਦੇ ਆ, ਉਸ ਸਮਾਜ ਦੇ ਵਿੱਚ ਉਹਦੀ ਬਿਹਤਰੀ ਵਾਸਤੇ ਅਸੀਂ ਕੀ ਕਰ ਰਹੇ ਹਾਂ। ਇੱਕ ਤੇ ਇਨਫੋਰਮੇਸ਼ਨ ਜਿਹੜੀ ਹੈ ਜੀ ਉਹ ਲੋਕਾਂ ਨੂੰ ਦੇਣੀ, ਲੋਕਾਂ ਨੂੰ ਅਵੇਅਰ ਕਰਨਾ, ਉਹ ਲੋਕਾਂ ਦਾ ਭਲਾ ਬੁਰਾ ਦੱਸਣਾ। ਕੁਝ ਚੀਜ਼ਾਂ ਜਿਹੜੀਆਂ ਨੇ ਜਿਹਦੇ ਬਾਰੇ ਕਮਿਊਨਿਟੀ ਜਿਹੜੀ, ਕਿਉਂਕਿ ਜਿਹੜੀ ਜੇ ਆਪਾਂ ਸਿਰਫ ਪੰਜਾਬੀ ਪੱਤਰਕਾਰੀ ਦੀ ਗੱਲਬਾਤ ਕਰੀਏ, ਇਹਦੇ ਵਿੱਚ ਪੱਤਰਕਾਰਤਾ ਜਿਹੜੀ ਉਹ ਘਟਿਆ ਸੀ, ਕਮਿਊਨਿਟੀ ਚੈਨਲ ਜ਼ਿਆਦਾ ਨੇ। ਚਾਹੇ ਸਾਡੇ ਅਖਬਾਰ ਨੇ ਉਹ ਕਮਿਊਨਿਟੀ ਅਖਬਾਰ ਨੇ, ਚਾਹੇ ਸਾਡੇ ਰੇਡੀਓ ਨੇ ਉਹ ਕਮਿਊਨਿਟੀ ਰੇਡੀਓ ਨੇ, ਜੇ ਸਾਡੇ ਟੈਲੀਵਿਜ਼ਨ ਨੇ ਉਹ ਕਮਿਊਨਿਟੀ ਟੈਲੀਵਿਜ਼ਨ ਨੇ, ਔਰ ਅਸੀਂ ਚੱਲਦੇ ਵੀ ਕਮਿਊਨਿਟੀ ਸਰਤੀ ਹਾਂ। ਜਿਹੜਾ ਕਮਿਊਨਿਟੀ ਤੋਂ ਹੀ ਬਿਜ਼ਨਸ ਆਉਂਦਾ ਆ, ਉਹਦੇ ਨਾਲ ਹੀ ਅਸੀਂ ਆਪਣਾ ਤੋਰਾ ਟੇਕਾ ਚਲਾਉਂਦੇ, ਸਰਵਾਈਵ ਕਰਦੇ ਹਾਂ। ਸੋ ਸਾਨੂੰ ਜਿਹੜਾ ਜੀ ਉਸ ਪੱਖੋਂ ਜਿਹੜਾ ਆ ਉਹ ਜ਼ਿਆਦਾ ਅਵੇਅਰ ਹੋਣ ਦੀ ਲੋੜ ਹੈ, ਕਿਉਂਕਿ ਅਸੀਂ ਇੱਕ ਵਿਕਸਿਤ ਨਹੀਂ ਵਿਕਾਸਸ਼ੀਲ ਕਮਿਊਨਿਟੀ ਦਾ ਹਿੱਸਾ ਹੈ। ਔਰ ਸਾਨੂੰ ਜਿਹੜੀਆਂ ਬਾਕੀ ਦੀਆਂ ਸਮੱਸਿਆਵਾਂ ਇੱਕ ਮਾਈਗ੍ਰੇਟਿੰਗ ਡਾਇਸਪੋਰਾ ਨੂੰ ਆਉਂਦੀਆਂ ਨੇ, ਉਹੋ ਜਿਹੀਆਂ ਸਮੱਸਿਆਵਾਂ ਦੇ ਵਿੱਚੋਂ ਆਪਾਂ ਸਾਰੇ ਲੰਘ ਰਹੇ ਹਾਂ ਜੀ। ਸੋ ਜਿਹੜਾ ਉੱਥੇ ਜਿਹੜਾ ਨਵਾਂ ਆਇਆ ਜੀ, ਸਾਡਾ ਫਰਜ਼ ਬਣਦਾ ਵੀ ਉਹਦੀ ਉਂਗਲ ਫੜ ਕੇ ਤੋਰੀਏ। ਔਰ ਪਰ ਜਦੋਂ ਅਸੀਂ ਇੱਕ ਉਸ ਸਿਸਟਮ ਦਾ ਹੀ ਹਿੱਸਾ ਬਣ ਜਾਂਦੇ ਆ, ਜਿਹੜਾ ਸਿਸਟਮ ਜਿਹੜਾ ਜੀ ਉਹ ਤੁਹਾਨੂੰ ਇਸਤੇਮਾਲ ਕਰਨਾ ਹੀ ਜਾਣਦਾ, ਜਿਹੜਾ ਸਿਸਟਮ ਜਿਹੜਾ ਜੀ ਉਹ ਆਪਣੇ ਫਾਇਦੇ ਵਾਸਤੇ ਆਪਣੀਆਂ ਜੇਬਾਂ ਭਰਨ ਦੇ ਲਈ ਕੰਮ ਕਰਦਾ। ਸੋ ਜਦੋਂ ਅਸੀਂ ਉਸੇ ਹੀ ਸਿਸਟਮ ਦਾ ਹਿੱਸਾ ਬਣ ਕੇ ਤੇ ਤਮਾਸ਼ਬੀਨ ਬਣ ਜਾਂਦੇ ਆ, ਉਦੋਂ ਸਮੱਸਿਆ। ਅੱਜ ਕੱਲ੍ਹ ਜਿਹੜਾ ਤੁਸੀਂ ਦੱਸਿਆ ਨਾ ਵੀ ਅੱਜ ਕੱਲ੍ਹ ਸਮੱਸਿਆ ਇਹ ਵੀ ਪੈਦਾ ਹੋਈ ਹੈ। ਗੱਲ ਇਹ ਨਹੀਂ ਕਿ ਵੀ ਆਮ ਲੋਕ, ਮੈਂ ਕਹਿੰਦਾ ਜਿਹੜੇ ਸਥਾਪਿਤ ਲੋਕ ਹੈ, ਸਥਾਪਿਤ ਤੋਂ ਭਾਵ ਹੈ ਜਿਨ੍ਹਾਂ ਦੇ ਪੈਰ ਲੱਗੇ ਹੋਏ ਆ ਕੈਨੇਡਾ ਦੇ ਵਿੱਚ, ਅੱਜ ਕੱਲ੍ਹ ਉਹ ਜ਼ਿਆਦਾ ਸ਼ੋਸ਼ਣ ਕਰ ਰਹੇ ਆ। ਜਦੋਂ ਮਟੀਰੀਅਲਿਸਟਿਕ ਤੁਸੀਂ ਹੋ ਗਿਆ ਜੀ, ਹੁਣ ਜਦੋਂ ਆਪਾਂ ਸਿੱਧੇ ਤੌਰ ਦੇ ਉੱਪਰ ਉਸੇ ਵਿਸ਼ੇ ਤੇ ਆਉਂਦੇ ਆ ਵੀ ਆਪਾਂ ਸਟੂਡੈਂਟਸ ਦੀ ਗੱਲ ਕਰਦੇ, ਇੰਟਰਨੈਸ਼ਨਲ ਵਿਦਿਆਰਥੀਆਂ ਦੇ ਉੱਪਰ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਨੇ ਜੀ, ਜਦੋਂ ਉਹ ਇੱਥੇ ਆਏ ਨੇ, ਕਿਉਂਕਿ ਪਹਿਲੀਆਂ ਦੇ ਵਿੱਚ ਸਾਨੂੰ ਯਾਦ ਆ ਕਿ ਜਦੋਂ ਮੈਂ ਇੱਥੇ 94 ਚ ਆਇਆ ਜੀ, ਉਦੋਂ ਰਿਫਿਊਜੀ ਜਿਹੜੇ ਸੀ ਉਹ ਵੱਡੇ ਲੈਵਲ ਤੇ ਆਉਂਦੇ ਸੀ। ਉਦੋਂ ਇੱਕ ਇਹਨਾਂ ਵੱਲੋਂ ਟਰਮਨੋਲੋਜੀ ਜਿਹੜੀ ਸੀ ਉਹ ਜਾਂਦੀ ਵੀ ਹਾਂ ਵੀ ਕਿੰਨੇ ਕੁ ਬੰਦੇ ਸੀ, 10-12 ਬੰਦੇ ਸੀ, ਵਿੱਚੋਂ ਬਾਕੀ ਤਾਂ ਰਿਫਿਊਜੀ ਸੀ। ਉਹ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਨੀਵਾਂ ਦਿਖਾਉਣ ਵਾਸਤੇ। ਉਸ ਤੋਂ ਬਾਅਦ ਜਦੋਂ ਮਾਲਟਾ ਕਾਂਡ ਹੋਇਆ ਜਾਂ ਕੁਝ ਇੱਕ ਹੋਰ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਜਿਹਦੇ ਵਿੱਚ ਬਹੁਤ ਸਾਰੇ ਪੰਜਾਬੀ ਜਿਹੜੇ ਸਨ ਉਹ ਨਜਾਇਜ਼ ਢੰਗ ਦੇ ਨਾਲ ਬਾਹਰਲੇ ਮੁਲਕਾਂ ਦੇ ਵਿੱਚ ਆਉਂਦੇ ਜਿਹੜੇ ਸੀ ਉਹ ਦੁਰਘਟਨਾਗ੍ਰਸਤ ਹੋ ਕੇ ਮਾਰੇ ਗਏ, ਉਦੋਂ ਇਸ ਗੱਲ ਤੇ ਐਮਫੇਸਾਈਜ਼ ਕੀਤਾ ਜਾਣ ਲੱਗਾ ਕਿ ਕੋਈ ਇਹੋ ਜਿਹਾ ਹੀ ਵਿਧਾ ਹੋਣੀ ਚਾਹੀਦੀ ਹੈ ਵੀ ਤੁਸੀਂ ਸਿੱਧੇ ਢੰਗ ਦੇ ਨਾਲ ਆਓ। ਫਿਰ ਜਿਹੜਾ ਪੁਆਇੰਟ ਸਿਸਟਮ ਵਾਲਾ ਚੱਲਿਆ ਸੀਗਾ, ਉਦੋਂ ਚੱਲਿਆ, ਉਹ ਆਉਣ ਲੱਗ ਪਏ ਤੇ ਸਾਨੂੰ ਉਹ ਵੀ ਨਹੀਂ ਸੀ ਚੰਗੇ ਲੱਗਦੇ ਵੀ ਪੜ੍ਹੇ ਲਿਖੇ ਸੀਗੇ। ਹੁਣ ਜਿਹਨਾਂ ਨੇ ਉੱਥੇ ਚੰਗੇ ਟੌਰ ਨਾਲ ਕੰਮ ਕੀਤਾ, ਉਹਨਾਂ ਕੋਲ ਇੱਥੇ ਆ ਕੇ ਜਿਹੜਾ ਉਹ ਕਈ ਵਾਰੀ ਫਿਜ਼ੀਕਲੀ ਕੰਮ ਕਰਨਾ ਔਖਾ ਲੱਗਦਾ, ਸਾਰਿਆਂ ਨੂੰ ਲੱਗਦਾ ਜੀ। ਉਹ ਪਹਿਲਾ ਸਾਲ ਜਿਹੜਾ ਜੀ ਉਹ ਤਕਰੀਬਨ ਭਾਵੇਂ ਜਿਹੜੇ ਮਰਜ਼ੀ ਤਰੀਕੇ ਨਾਲ ਬੰਦਾ ਆਇਆ ਹੋਵੇ, ਸਟਰਗਲ ਕਰਨੀ ਪੈਂਦੀ, ਪਹਿਲਾ ਸਾਲ ਇੱਥੇ ਸਟਰਗਲ ਕਰਨੀ ਪੈਂਦੀ ਆ। ਉੱਥੇ ਵਿਹਲੀਆਂ ਖਾਧੀਆਂ ਹੁੰਦੀਆਂ, ਇੱਥੇ ਕੰਮ ਕਰਨਾ ਪੈਂਦਾ। ਫਿਰ ਅਸੀਂ ਉਹਨਾਂ ਨੂੰ ਟੀਚਰਾਂ ਕਰਨ ਲੱਗ ਪਏ ਜੀ। ਫਿਰ ਉਸ ਤੋਂ ਬਾਅਦ ਜੀ ਜਿਹੜਾ ਜਦੋਂ ਕੰਜ਼ਰਵੇਟਿਵ ਦੀ ਸਰਕਾਰ ਆਈ ਆ ਤੇ ਇਹਨਾਂ ਨੇ ਇੰਟਰੋਡਿਊਸ ਕੀਤਾ ਜੀ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਜਿਹੜਾ ਸੀਗਾ, ਉਹਦੇ ਤਹਿਤ ਜਿਹੜੇ ਆ ਜੀ ਉਹ ਬੱਚੇ ਆਉਣੇ ਸ਼ੁਰੂ ਹੋ ਗਏ। ਹੁਣ ਉਹਨਾਂ ਨੇ ਬੱਚਿਆਂ ਨੇ ਆਉਣਾ ਵੀ ਇੱਥੇ ਆ, ਰਹਿਣਾ ਵੀ ਇੱਥੇ ਆ, ਖਾਣਾ ਪੀਣਾ ਵੀ ਇੱਥੇ ਆ, ਕਮਾਉਣਾ ਵੀ ਇੱਥੇ ਆ, ਸਾਰਾ ਕੁਝ ਇੱਥੇ ਕਰਨਾ। ਫਿਰ ਇੱਕ ਡਿਲਿਬਰੇਟਲੀ ਪਿਛਲੇ ਸਮਿਆਂ ਤੋਂ ਉਹਨਾਂ ਦੇ ਅਗੇਂਸਟ ਜਿਹੜਾ ਜੀ ਉਹ ਇੱਕ ਸ਼ੁਰੂ ਕਰ ਦਿੱਤੀ ਗਈ ਮੁਹਿੰਮ ਜਿਹੜੀ ਹੈ ਜੀ। ਉਹਦੇ ਵਿੱਚ ਵੀ ਹੁਣ ਜਿਹੜੇ ਇੰਡੀਆ ਤੋਂ ਉਹ ਬੱਚੇ ਵੀ ਆਉਂਦੇ ਨੇ, ਉਹ ਇੱਕ ਤਾਂ ਉਹ ਨੇ ਜੀ ਜਿਹੜੇ ਸਰਦੇ ਪੁੱਜਦੇ ਘਰਾਂ ਦੇ ਨੇ, ਉੱਥੇ ਵਿਗੜਾਇਰ ਨੇ ਤੇ ਮਾਪਿਆਂ ਦੇ ਕਹਿਣੇ ਦੇ ਵਿੱਚ ਬਹੁਤੇ ਹੈ ਨਹੀਂ, ਤੇ ਉਹਨੂੰ ਕੋਈ ਸਲਾਹ ਦਿੰਦਾ ਸਿਆਣਾ ਵੀ ਇਹਨੂੰ ਪੈਸੇ ਪੂਸੇ ਲਾ ਕੇ ਕਿਤੇ ਬਾਹਰ ਕੱਢ ਦੇ, ਤੇ ਉਹ ਫਿਰ ਇੱਥੇ ਆ ਕੇ ਵੀ ਤੇ ਉਹ ਕੁਝ ਕਰਦੇ ਨੇ। ਇੱਕ ਉਹ ਨੇ ਵੀ ਜਿਨ੍ਹਾਂ ਨੂੰ ਪੰਜਾਬ ਦੇ ਹਾਲਾਤ ਪਤਾ ਨੇ, ਚਾਹੇ ਉਹ ਬਿਊਰੋਕਰੈਟਸ ਨੇ, ਚਾਹੇ ਉਹ ਸਾਡੇ ਲੀਡਰ ਨੇ ਜਿਨ੍ਹਾਂ ਕੋਲ ਪੈਸਾ ਖੁੱਲਾ ਆ, ਉਹਨਾਂ ਨੂੰ ਅੱਗੇ ਉਹ ਆਪਣੇ ਯਾਰਾਂ ਦੋਸਤਾਂ ਜਾਂ ਫਿਰ ਥਰਡ ਪਾਰਟੀ ਦੇ ਜ਼ਰੀਏ ਆਪਣਾ ਜਿਹੜਾ ਉੱਥੋਂ ਦਾ ਪੈਸਾ ਇੱਥੇ ਇਨਵੈਸਟ ਕਰਦੇ ਹੁੰਦੇ ਸੀ, ਤੇ ਹੁਣ ਉਹਨਾਂ ਨੇ ਆਪਣੇ ਜਵਾਕ ਇੱਥੇ ਭੇਜ ਦਿੱਤੇ ਵੀ ਤੂੰ ਜਾ ਕੇ ਉਹ ਕੰਮ ਦੇ, ਇਨਵੈਸਟਮੈਂਟ ਕਰਨ ਆ ਗਿਆ। ਇੱਕ ਤਬਕਾ ਉਹ ਆਇਆ, ਪਰ ਉਹਨਾਂ ਨੇ ਜਿਹੜਾ ਗੇਟਵੇ ਸੀਗਾ ਉਹ ਸਟੂਡੈਂਟ ਜਿਹੜਾ ਚੁਣਿਆ ਜੀ। ਇੱਕ ਉਹ ਨੇ ਜਿਹੜੇ ਮਿਡਲ ਕਲਾਸ ਫੈਮਲੀਜ਼ ਤੋਂ ਨੇ ਤੇ
ਪੜ੍ਹਨ ਦੇ ਵਿੱਚ ਮਾੜੇ ਮੋਟੇ ਢਿੱਲੇ ਸਨ। ਠੀਕ ਹੈ। ਹਾਂਜੀ, ਤੇ ਉਹਨਾਂ ਨੇ ਉੱਥੇ ਜੁਗਾੜ ਜਗੂੜ ਲਾ ਕੇ ਤੇ ਆਈਲੈਟਸ ਕਰਕੇ ਤੇ ਉਹ ਇੱਥੇ ਆ ਗਏ ਸੀ। ਠੀਕ ਹੈ। ਇੱਕ ਉਹ ਨੇ ਵੀ ਜਿਹੜੇ ਬਿਲਕੁਲ ਸਾਦੇ ਪਰਿਵਾਰਾਂ ਦੇ ਵਿੱਚੋਂ ਨੇ, ਗਰੀਬ ਪਰਿਵਾਰਾਂ ਦੇ ਵਿੱਚੋਂ ਨੇ, ਪਰ ਪੜ੍ਹਨ ਲਈ ਹੁਸ਼ਿਆਰ ਨੇ, ਬੜੇ ਇੰਟੈਲੀਜੈਂਟ ਨੇ ਜੀ। ਸੋ ਉਹ ਆਪਣੀ ਇੰਟੈਲੀਜੈਂਸੀ ਦੇ ਸਿਰ ਤੇ ਇੱਥੇ ਆ ਗਏ। ਹੁਣ ਗੱਲ ਕੀ, ਜਿਹੜਾ ਬੰਦਾ ਇੱਥੇ ਪਹੁੰਚ ਗਿਆ ਜੀ ਉਹ ਸਾਰੇ ਬਰਾਬਰ ਹੈ ਜੀ। ਬਿਲਕੁਲ ਠੀਕ। ਕੈਨੇਡਾ ਦਾ ਕਾਨੂੰਨ ਜਿਹੜਾ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਦਿੰਦਾ ਜੀ। ਹੁਣ ਇੱਥੇ ਕੀ ਹੈ ਜੀ ਕਿ ਲੇਬਰ ਦੀ ਸਮੱਸਿਆ ਜਿਹੜੀ ਆਪਾਂ ਕਈ ਬੰਦੇ ਇਹ ਗੱਲ ਭਰਮ ਫੈਲਾਉਣ ਦੀ ਕੋਸ਼ਿਸ਼ ਕਰਦੇ ਆ ਵੀ ਜਿਹੜੇ ਕੈਨੇਡਾ ਦੇ ਵਿੱਚ ਆਈ ਜਾਂਦੇ ਨੇ ਜੀ ਸਾਡੇ ਨਿਆਣਿਆਂ ਨੂੰ ਜੌਬਾਂ ਨਹੀਂ ਮਿਲਣੀਆਂ। ਜਿਹੜੀ ਕੈਨੇਡੀਅਨ ਗਰੋਥ ਆ ਜੀ ਉਹ ਨੈਗੇਟਿਵ ਹੈ। ਔਰ ਜੇ ਮੋਹਰ ਲਾ ਤਕਰੀਬਨ 200 ਸਾਲ ਤਕਰੀਬਨ 2.5-3 ਲੱਖ ਵਿਅਕਤੀ ਜਿਹੜਾ ਜੀ ਉਹ ਇੱਥੇ ਆਉਂਦਾ ਰਹੇ ਕੈਨੇਡਾ ਦੇ ਵਿੱਚ, ਤੇ ਤਾਂ ਵੀ ਕੈਨੇਡਾ ਦਾ ਸਰਦਾ ਨਹੀਂ। ਕੈਨੇਡਾ ਦੀ ਮਜਬੂਰੀ। ਹੁਣ ਪਹਿਲੀਆਂ ਦੇ ਵਿੱਚ ਜਿਹੜੇ ਸੀਗੇ ਜੀ ਉਹ ਪੇਰੈਂਟਸ ਆਉਂਦੇ ਸੀ ਜਾਂ ਬਜ਼ੁਰਗ ਆਉਂਦੇ ਸੀ, ਉਹ ਆ ਕੇ ਤੇ ਕੰਮ ਨਹੀਂ ਸੀ ਕਰਦੇ ਤੇ ਭਾਰ ਬਣਦੇ ਸੀ। ਤੇ ਜਿਹੜਾ ਇਹ ਕੰਜ਼ਰਵੇਟਿਵ ਨੇ ਤੇ ਹੁਣ ਲਿਬਰਲ ਨੇ ਜਿਹੜਾ ਇਹ ਪ੍ਰੋਗਰਾਮ ਚਲਾਇਆ ਸੀ ਵੀ ਇੱਕ ਜਦੋਂ ਜਿਹੜਾ ਬੱਚਾ ਇੱਥੋਂ ਦਾ ਜੰਮਿਆ ਨਾ ਜੀ ਉਸ ਨੂੰ ਜਦੋਂ ਤੱਕ ਆਪਾਂ ਪੜ੍ਹ ਕੇ ਤੇ ਉਹ ਕਮਾਈ ਕਰਕੇ ਤੇ ਸਰਕਾਰ ਨੂੰ ਦੇਣ ਜੋਗਾ ਹੁੰਦਾ ਨਾ, ਉਦੋਂ ਤੱਕ ਸਰਕਾਰ ਜਿਹੜੀ ਆ ਉਹ ਮਿਲੀਅਨਸ ਆਫ ਡਾਲਰ ਉੱਤੇ ਇਨਵੈਸਟ ਕਰਦੀ ਹੈ। ਬਿਲਕੁਲ ਠੀਕ। ਹੁਣ ਉੱਥੋਂ ਬੱਚਾ ਜਿਹੜਾ ਜੀ ਤਿਆਰ ਦਿਮਾਗ ਆ ਰਿਹਾ ਔਰ ਇੱਥੇ ਦੀ ਮਾਰਕੀਟ ਦੇ ਵਿੱਚ ਕੰਮ ਕਰਨ ਦੇ ਲਈ ਆਪਣੇ ਪੱਲਿਓਂ ਪੈਸੇ ਲਾ ਕੇ ਆਪਣੇ ਆਪ ਨੂੰ ਅਪਗ੍ਰੇਡ ਕਰ ਰਿਹਾ, ਪ੍ਰੈਜ਼ੈਂਟ ਕਰ ਰਿਹਾ। ਔਰ ਆਲਸੋ ਇਹ ਜੇ ਆਪਾਂ ਕਹਿ ਦਈਏ ਕਿ ਵੀ ਇੱਕ ਕਿਸਮ ਦੀ ਮਲਾਈ ਹੈ ਜਿਹੜੀ ਉਹ ਮਲਾਈ ਇਹਨਾਂ ਨੂੰ ਲਾਉਣ ਦੀ ਲੋੜ ਵੀ ਨਹੀਂ ਪਈ। ਬਿਲਕੁਲ ਆਪਣੇ ਆਪ ਤੁਰਦੀ ਆ ਰਹੀ। ਹਾਂਜੀ, ਉਹ ਆ ਰਿਹਾ ਜੀ ਔਰ ਆਪਣੇ ਕੋਲੋਂ ਪੈਸੇ ਲਾ ਕੇ ਤੇ ਆਪਣੇ ਆਪ ਨੂੰ ਅਪਗ੍ਰੇਡ ਕਰ ਰਿਹਾ ਇਸ ਲੈਵਲ ਤੇ ਜੀ। ਔਰ ਜਦੋਂ ਅਪਗ੍ਰੇਡ ਹੋ ਜਾਏਗਾ ਤੇ ਫਿਰ ਉਹਨੂੰ ਕੰਮ ਮਿਲੂਗਾ, ਕੰਮ ਕਰਕੇ ਤੇ ਉਹਨੇ ਫਿਰ ਟੈਕਸ ਦੇਣਾ ਸਰਕਾਰ ਨੂੰ, ਫਿਰ ਉਹਨੇ ਕਮਾ ਕੇ ਦੇਣਾ ਜੀ। ਸਰਕਾਰ ਦੇ ਕਹ ਲਓ ਵੀ ਦੋਵੇਂ ਹੱਥੀਂ ਲੱਡੂ ਕਮਾਓ ਹੋਤਾ ਰਹੇ ਜੀ। ਸੋ ਜਿਹੜੇ ਉਹ ਨੇ ਜੀ ਉਹਨਾਂ ਨੂੰ ਲੈ ਕੇ ਇੱਕ ਦੂਜੇ ਪਾਸੇ ਜਿਹੜੇ ਪੋਲੀਟੀਕਲ ਲੋਕ ਨੇ ਉਹ ਆਪਣੇ ਮੀਟਰ ਦੇ ਨਾਲ ਨਾਪਦੇ ਨੇ ਜੀ। ਹੁਣ ਇੱਕ ਵੱਡੀ ਜਿਹੜੀ ਇੱਕ ਏਜੰਸੀ ਜਾਂ ਲੌਬੀ ਕਹਿ ਲਓ ਜਿਨ੍ਹਾਂ ਦੇ ਹਮੇਸ਼ਾ ਢਿੱਡ 'ਚ ਗਰੂੜ ਫਿਰਦਾ ਰਹਿੰਦਾ ਵੀ ਜਿਹੜੀ ਕੈਨੇਡੀਅਨ ਸਿੱਖ ਸਿਆਸਤ ਆ ਉਹਨੂੰ ਲੈ ਕੇ ਉਹਨਾਂ ਨੂੰ ਭਾਰਤ ਵਿੱਚ ਬੈਠਿਆਂ ਨੂੰ, ਪੰਜਾਬ 'ਚ ਬੈਠਿਆਂ ਨੂੰ ਬੜਾ ਫਿਕਰ ਹੁੰਦਾ ਵੀ ਯਾਰ ਜਿਹੜੇ ਬੰਦੇ ਇੱਥੋਂ ਅਸੀਂ ਇੱਕ ਢੰਗ ਦੇ ਨਾਲ ਅੱਕ ਕੇ ਭੇਜੇ ਸੀਗੇ, ਅਸੀਂ ਉਧਰ ਨੂੰ ਗਏ ਸੀ ਤੇ ਉਹ ਜਾ ਕੇ ਤੁਹਾਨੂੰ 18-19 ਜਿਹੜੇ ਮੈਂਬਰ ਪਾਰਲੀਮੈਂਟ ਬਣੇ ਬੈਠੇ ਨੇ ਵੱਖ-ਵੱਖ ਪ੍ਰੋਵਿੰਸ ਦੀਆਂ ਸਰਕਾਰਾਂ ਦੇ ਵਿੱਚ ਵੀ ਨੇ। ਜੇ ਇਹਨਾਂ ਦੀ ਹਾਲੇ ਘੱਟ ਗਿਣਤੀ ਹੋਣ ਦੇ ਬਾਵਜੂਦ ਇੰਨੇ ਹੋ ਸਕਦੇ ਆ ਤੇ ਜੇ ਮੰਨ ਲਓ ਇੱਕ ਆਪਾਂ ਫਿਗਰ ਦੇ ਆਧਾਰ ਦੇ ਉੱਪਰ ਕਹਿ ਲਈਏ ਵੀ 6 ਲੱਖ ਸਟੂਡੈਂਟ ਜਿਹੜਾ ਜੇ ਪੰਜਾਬ ਦੇ ਵਿੱਚੋਂ ਹੁਣ ਕੈਨੇਡਾ ਦੇ ਵਿੱਚ ਹੈ ਜੀ ਉਹਨਾਂ ਦੇ ਵਿੱਚੋਂ 2 ਲੱਖ ਜਿਹੜੇ ਆਪਸ ਵਿੱਚ ਵਿਆਹ ਜਾਣਗੇ, ਬਾਕੀ ਇੰਡੀਆ ਤੋਂ ਵਿਆਹ ਹੋ ਕੇ ਆ ਗਏ ਉਹ ਮੋਹਰਲੇ 10 ਸਾਲਾਂ ਤੱਕ ਜੇ ਉਹ ਸਿਟੀਜ਼ਨ ਬਣ ਗਏ ਤੇ ਇਹ ਇੱਕ ਤਰੀਕੇ ਨਾਲ ਮਿਲੀਅਨ ਵੋਟ ਇਹਨਾਂ ਦੀ ਹੋਰ ਵੱਧ ਜਾਣੀ ਆ। ਜਿੱਥੇ ਅੱਜ 22 ਬੈਠੇ ਨੇ ਕੱਲ ਨੂੰ 30-35 ਜਿਹੜੀ ਸਰਕਾਰ ਹੀ ਪੂਰੀ ਦੀ ਪੂਰੀ ਬਣ ਜਾਣੀ ਇਹਨਾਂ ਦੀ। ਬਿਲਕੁਲ ਸਹੀ ਹੈ। ਉਹ ਉਸ ਪੁਆਇੰਟ ਆਫ ਵਿਊ ਤੋਂ ਵੀ ਸੋਚਦੇ ਨੇ, ਉਹ ਫਿਰ ਇਸ ਤਰ੍ਹਾਂ ਦੀਆਂ ਚਾਲਾਂ ਚੱਲਦੇ ਰਹਿੰਦੇ ਨੇ ਵੀ ਇਹਨਾਂ ਦੇ ਵਿੱਚ ਕਿਵੇਂ ਪਾੜ ਪਾਇਆ ਜਾਵੇ। ਉਹਨਾਂ ਲਈ ਉਹਨਾਂ ਨੇ ਆਪੋ ਆਪਣੇ ਬੰਦੇ ਫਿੱਟ ਕੀਤੇ, ਉਹ ਆਪੋ ਆਪਣਾ ਰੋਲ ਜਿਹੜਾ ਜੀ ਬਾਖੂਬੀ ਨਿਭਾਉਂਦੇ ਨੇ। ਪਰ ਦੂਜੇ ਪਾਸੇ ਜਿਹੜੇ ਆਪਾਂ ਪਹਿਲਾਂ ਗੱਲ ਕਰਕੇ ਹਟੇ ਜਿਹੜੇ ਵਿਗੜੈਲ ਨੇ ਕੁਝ ਉਹ ਜਿਹੜੇ ਨੇ ਜਿਨ੍ਹਾਂ ਨੇ ਉੱਥੇ ਵੀ ਵਿਹਲੀਆਂ ਖਾਧੀਆਂ, ਇੱਥੇ ਵੀ ਕੋਈ ਬਹੁਤਾ ਫਿਕਰ ਫਾਕਾ ਹੈ ਨਹੀਂ, ਉੱਥੋਂ ਵੀ ਖਰੂਦੀ ਸਨ ਇੱਥੇ ਵੀ ਖਰੂਦੀ ਨੇ, ਕਿਉਂਕਿ ਹਰ ਸਾਰੇ ਸਮਾਜ ਦਾ ਵਿੱਚ ਹਿੱਸਾ ਹੁੰਦੇ ਆ ਜੀ, ਚਾਹੇ ਇੱਥੋਂ ਵਾਲੇ ਹੋਣ ਚਾਹੇ ਉੱਥੋਂ ਵਾਲੇ ਹੋਣ, ਚਾਹੇ ਉਹ ਪੰਜਾਬੀ ਹੋਣ ਗੈਰ ਪੰਜਾਬੀ ਹੋਣ ਉਹਨਾਂ ਨੇ 19% ਹੁੰਦੇ ਆ ਜੀ। ਸੋ ਅੱਜ ਕੱਲ੍ਹ ਕਿਉਂਕਿ ਜਿਹੜਾ ਮੀਡੀਆ ਦੀ ਆਪਾਂ ਗੱਲ ਕਰਦੇ ਸੀ, ਸੋਸ਼ਲ ਮੀਡੀਆ ਆ ਗਿਆ, ਅੱਜ ਕੱਲ੍ਹ ਉਹ ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਬਾਹਰ ਉੱਭਰ ਕੇ ਸਾਹਮਣੇ ਆ ਜਾਂਦੀਆਂ ਨੇ। ਸੋ ਜਿਹੜੀ ਪੋਜ਼ਿਟਿਵ ਚੀਜ਼ ਹੁੰਦੀ ਆ ਉਹਦਾ ਉਨਾ ਪ੍ਰਚਾਰ ਨਹੀਂ ਹੁੰਦਾ, ਨੈਗੇਟਿਵ ਚੀਜ਼ਾਂ ਦਾ ਪ੍ਰਚਾਰ ਜ਼ਿਆਦਾ ਹੋ ਜਾਂਦਾ, ਉਹ ਫਿਰ ਬਹੁਤ ਹੀ ਹਾਲਾ ਹੋ ਜਾਂਦੀ ਹੈ। ਔਰ ਜਿਹੜੀ ਚੀਜ਼ ਇਹ ਤਾਂ ਆਪਾਂ ਸਟੂਡੈਂਟ ਐਜ਼ ਹੋਲ ਗੱਲ ਕੀਤੀ ਆ, ਸੋ ਜਿਹੜਾ ਲੜਕੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਹ ਅੱਜ ਤੋਂ ਤਕਰੀਬਨ 2-3 ਸਾਲ ਪਹਿਲਾਂ ਵੀ ਇੱਕ ਇਹੋ ਜਿਹੀ ਮੁਹਿੰਮ ਚੱਲੀ ਸੀ ਜੀ। ਉਹਦੇ ਸੂਤਰਧਾਰ ਵੀ ਤਕਰੀਬਨ ਸੇਮ ਹੀ ਸਨ। ਉਹਨਾਂ ਨੇ ਉਦੋਂ ਇਹੋ ਜਿਹਾ ਪ੍ਰਚਾਰ ਜਿਹੜਾ ਸੀ ਵਿੱਢਿਆ ਸੀ ਤਾਂ ਕਿ ਜਿਹੜੇ ਉੱਥੇ ਮਾਪੇ ਨੇ ਉਹ ਬੱਚੀਆਂ ਨੂੰ ਇੱਧਰਲੇ ਪਾਸੇ ਭੇਜਣੋਂ ਹਟ ਜਾਣ। ਅਸਲ ਦੇ ਵਿੱਚ ਕੀ ਆ ਕਿ ਜਿਹੜੇ ਉੱਥੇ ਮਾਪੇ ਬੈਠੇ ਨੇ ਉਹਨਾਂ ਦੇ ਮਨ ਦੇ ਵਿੱਚ ਡਰ ਪੈਦਾ ਕਰਨਾ ਇੱਕ ਮੇਨ ਕਾਰਨ ਹੈ ਜੀ। ਔਰ ਉਹ ਬੜੀ ਵਾਹਿਯਾਤੀ ਕਿਸਮ ਦੇ ਨਾਲ ਇਹੋ ਜਿਹੇ ਜਿਹੜੇ ਲਾਂਛਣ ਲਾਉਂਦੇ ਨੇ। ਪਰ ਸੋਸ਼ਲ ਮੀਡੀਆ ਦਾ ਇੱਕ ਫਾਇਦਾ ਇਹ ਵੀ ਹੈ ਕਿ ਹੁਣ ਭਾਈ ਘੱਟੋ ਘੱਟ ਉਸ ਚੀਜ਼ ਦੇ ਉੱਪਰ ਜਦੋਂ ਹੁਣ ਆਪਾਂ ਵੀ ਗੱਲ ਕਰਦੇ ਹਾਂ, ਸਾਡੇ ਨਾਲ ਬਹੁਤੇ ਸਹਿਮਤ ਹੋਣਗੇ, ਕਈ ਨਾ ਸਹਿਮਤ ਹੋਣਗੇ, ਉੱਥੇ ਘੱਟੋ ਘੱਟ ਡਿਸਕਸ਼ਨ ਜ਼ਰੂਰ ਚੱਲ ਪੈਂਦੀ ਹੈ। ਬਿਲਕੁਲ ਸਹੀ। ਸੋਸ਼ਲ ਮੀਡੀਆ ਤੇ ਵੀ ਸਿਆਣੇ ਤੋਂ ਸਿਆਣਾ ਬੰਦਾ ਵੀ ਬੈਠਾ ਤੇ ਕਮਲੇ ਤੋਂ ਕਮਲਾ ਬੰਦਾ ਬੈਠਾ, ਕਈ ਵਾਰੀ ਕਮਲਾ ਬੰਦਾ ਬੜੀ ਸਿਆਣੀ ਗੱਲ ਕਰ ਜਾਂਦਾ, ਕਈ ਵਾਰੀ ਸਿਆਣਾ ਬੰਦਾ ਬੜਾ ਕਮਲਾ ਘੋਟ ਜਾਂਦਾ। ਸੋ ਗੱਲ ਕੀ ਕਿ ਡਿਸਕਸ਼ਨ ਚੱਲਦੀ ਹੈ। ਸੋ ਹੁਣ ਜਿਹੜਾ ਜੀ ਉਹ ਘੱਟੋ ਘੱਟ ਜਦੋਂ ਕੋਈ ਇਹੋ ਜਿਹੀ ਵਾਹਿਯਾਤ ਗੱਲ ਕੋਈ ਕਰਦਾ ਨਾ, ਲੋਕ ਉਹਦੇ ਤੇ ਸਵਾਲ ਕਰਦੇ ਨੇ। ਬਿਲਕੁਲ ਦਾ ਵੇ ਕਮਿਊਨਿਟੀ ਰਿਐਕਟ, ਇਹ ਵਧੀਆ ਗੱਲ ਆ ਜੀ। ਸਾਡਾ ਦਰਅਸਲ ਜਿਹੜਾ ਸੰਸਕਾਰ ਆ, ਜਿਸ ਖਿੱਤੇ ਤੋਂ ਅਸੀਂ ਆਉਂਦੇ ਆ, ਜਿਹੜਾ ਸਾਡਾ ਪਿਛੋਕੜ ਆ, ਜਿਹੜਾ ਸਾਡਾ ਬਜ਼ੁਰਗਾਂ ਦਾ ਪਿਛੋਕੜ ਆ, ਕਿ ਅਸੀਂ ਜਿਹੜਾ ਜੀ ਉਹ
ਬਗਾਨੇ ਦੀ ਧੀ ਭੈਣ ਨੂੰ ਵੀ ਆਪਣੀ ਸਮਝਦੇ ਆਏ ਆ। ਅਸੀਂ ਹੁਣ ਤੱਕ ਟਾਰਾਂ ਮਾਰਦੇ ਆ। ਸਾਡਾ ਸੱਭਿਆਚਾਰ ਕਹਿ ਲਓ, ਸਾਡੇ ਸੰਸਕਾਰ ਕਹਿ ਲਓ, ਮਤਲਬ ਇਹਨੂੰ ਕੋਈ ਵੀ ਨਾਮ ਦੇ ਦਿਓ, ਪਰ ਇਹ ਸਾਡੇ ਖੂਨ ਦੇ ਵਿੱਚ ਹੈ ਕਿ ਸਾਡੇ ਪਿੰਡ ਦੀ ਕੋਈ ਧੀ ਆ ਤਾਂ ਉਹ ਸਾਡੀ ਧੀ ਹੈ। ਬਿਲਕੁਲ ਜੀ, ਹੁਣ ਤੱਕ ਅਸੀਂ ਮਿਹਣੇ ਮਾਰਦੇ ਆ ਜੀ ਕਿ ਜਦੋਂ ਅਬਦਾਲੀ ਦਾ ਸਮਾਂ ਸੀਗਾ, ਜਦੋਂ ਉਹ ਡੋਲੇ ਲੁੱਟ ਕੇ ਜਾਂਦਾ ਹੁੰਦਾ ਤੇ ਅਸੀਂ ਡੋਲੇ ਛਡਾਉਂਦੇ ਰਹੇ ਜੀ। ਸੋ ਸਾਡਾ ਉਹ ਸੱਭਿਆਚਾਰ ਹੈ ਜੀ, ਸਾਡੀ ਵਿਰਾਸਤ ਉਹ, ਸਾਡੇ ਪੁਰਖੇ ਉਹ ਸਨ ਜਿਹੜੇ ਗੈਰਾਂ ਦੀਆਂ ਧੀਆਂ ਦੀਆਂ ਇੱਜ਼ਤਾਂ ਬਚਾਉਂਦੇ ਹੁੰਦੇ ਸੀ। ਸੋ ਅੱਜ ਅਸੀਂ ਕੀ ਕਰ ਰਹੇ ਹਾਂ? ਘੱਟੋ ਘੱਟ ਅੰਦਰ ਝਾਤ ਮਾਰੀਏ। ਸੋ ਜੇ ਆਪਾਂ ਤੁਸੀਂ ਬਾਖੂਬੀ ਜਿਹੜਾ ਪਿਛੋਕੜ ਵੀ ਦੱਸਿਆ ਔਰ ਬੜੀ ਮਹੀਨ ਤਰੀਕੇ ਦੇ ਨਾਲ ਤੁਸੀਂ ਇਹ ਕਲੀਅਰ ਕੀਤਾ ਕਿ ਅਸਲ ਦੇ ਵਿੱਚ ਕੈਨੇਡੀਅਨ ਸਿਸਟਮ, ਜੇ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਤ ਤੁਸੀਂ ਕੈਨੇਡੀਅਨ ਸਿਸਟਮ ਨੂੰ ਬਹੁਤ ਖੋਲੇ ਜਿਹੇ ਅੰਦਾਜ਼ ਦੇ ਵਿੱਚ ਖੋਲ ਕੇ ਰੱਖਿਆ। ਪਰ ਜਿਹੜਾ ਅੱਜ ਜੋ ਸਮਾਂ ਚੱਲ ਰਿਹਾ ਜੀ, ਮੈਂ ਇਹ ਨਹੀਂ ਕਹਿ ਰਿਹਾ ਕਿ ਵੀ ਜੋ ਵਿਦਿਆਰਥੀਆਂ ਉੱਪਰ ਜਿਹੜੇ ਗਲਤ ਆਰੋਪ ਲੱਗੇ ਆ, ਮੈਂ ਇਹ ਨਹੀਂ ਕਹਿੰਦਾ ਕਿ ਵੀ ਉਹ ਕਿਸੇ ਦੀਆਂ ਧੀ ਭੈਣਾਂ ਨੇ, ਅਸੀਂ ਕਹਿੰਦੇ ਆ ਸਾਡੀਆਂ ਬੱਚੀਆਂ, ਸਾਡੀਆਂ ਧੀਆਂ ਭੈਣਾਂ। ਹੁਣ ਕਈ ਵਾਰੀ ਇਹ ਵੀ ਸਾਨੂੰ ਸਮਝ ਚ ਆਉਂਦਾ ਵੀ ਉਹ ਜੀ ਮੈਚਿਓਰ ਨਹੀਂ ਹੁੰਦੇ ਜੀ, ਉਹਨਾਂ ਨੂੰ ਵਰਗਲਾ ਕੇ ਐ ਕੀਤਾ ਜਾਂਦਾ। ਅਸਲ ਦੇ ਵਿੱਚ ਵਰਗਲਾਉਣ ਵਾਲਾ ਕੌਣ ਹੈ ਫਿਰ? ਜੇ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਹੈ ਤਾਂ ਸ਼ੋਸ਼ਿਤ ਕਰਨ ਵਾਲਾ ਕੌਣ ਹੈ ਜੀ? ਮੇਰੇ ਕਹਿਣ ਦਾ ਭਾਵ ਹੈ ਵੀ ਉਹ ਸ਼ੋਸ਼ਿਤ ਕਰਨ ਵਾਲਾ ਵਰਗ ਕੋਈ ਹੋਰ ਕਮਿਊਨਿਟੀ ਦਾ ਨਹੀਂ ਹੈ ਜੀ, ਉਹ ਸਾਡਾ ਭਾਈਚਾਰਾ ਹੀ ਹੈ। ਉਹ ਮੰਗਲ ਗ੍ਰਹਿ ਤੋਂ ਨਹੀਂ ਉਤਰਿਆ ਜੀ। ਹਾਂ, ਉਹ ਮੰਗਲ ਗ੍ਰਹਿ। ਅਸਲ 'ਚ ਕੀ ਹੈ ਜੀ ਕਿ ਅਸੀਂ ਬਹੁਤੀ ਵਾਰੀ ਇਹ ਮਹਿਸੂਸ ਕਰਦੇ ਹਾਂ ਵੀ ਕਿਹੜੀ ਕੋਈ ਮੈਨੂੰ ਗੱਲ ਕਹੀ ਹੈ। ਜੇ ਕੋਈ ਡਾਇਰੈਕਟਲੀ ਸਾਡੀ ਧੀ ਭੈਣ ਨੂੰ ਕਹੇ ਨਾ, ਅਸੀਂ ਲੱਤਾਂ ਵੱਢਣ ਤੱਕ ਜਾਂਦੇ ਹਾਂ। ਬਿਲਕੁਲ। ਜਦੋਂ ਕੋਈ ਦੂਜੇ ਨੂੰ ਕਹਿ ਜਾਂਦਾ ਤਾਂ ਅਸੀਂ ਉਹਦੇ ਚਟਕਾਰੇ ਲੈਂਦੇ ਹਾਂ। ਇਹ ਸਾਡੇ ਸਮਾਜ ਦੀ ਕਮਜ਼ੋਰੀ ਹੈ। ਦੂਜੀ ਚੀਜ਼ ਹੈ ਵੀ ਭਲਿਓ ਮਾਨਸੋ, ਕਈ ਵਾਰੀ ਆਪਾਂ ਬੇਇੱਜ਼ਤੀ, ਠੰਡ ਤੇ ਬੇਇੱਜ਼ਤੀ ਮਹਿਸੂਸ ਕਰਨ ਦੀ ਚੀਜ਼ ਹੁੰਦੀ ਹੈ ਜੀ। ਕਈ ਵਾਰੀ ਅਸੀਂ ਮਹਿਸੂਸ ਨਹੀਂ ਕਰਦੇ। ਹੁਣ ਜਿਸ ਢੰਗ ਦੇ ਨਾਲ ਸਟੇਟਮੈਂਟ ਜਿਹੜੀ ਹੈ ਜੀ ਉਹ ਦਿੱਤੀ ਗਈ ਵੀ 50% ਲੜਕੀਆਂ ਜਿਹੜੀਆਂ ਨੇ ਜੀ ਉਹ ਜਿਹੜਾ ਗੈਰ ਸਮਾਜੀ ਧੰਦਾ ਕਰਦੀਆਂ ਨੇ ਜੀ, ਉਹਦਾ ਜ਼ਿਕਰ ਕਰਨ ਲੱਗੇ ਵੀ ਜ਼ੁਬਾਨ ਕੰਬ ਜਾਂਦੀ ਹੈ। ਹੁਣ ਜੇ ਆਪਾਂ ਇੱਕ ਅਪਰੋਕਸੀਮੇਟ ਲਾ ਲਈਏ ਵੀ ਜੇ ਆਪਾਂ 2.5 ਲੱਖ ਬੱਚਾ ਜਿਹੜਾ ਜੀ ਉਹ ਇੱਥੇ ਹੈ ਸਾਡੇ ਇੰਟੀਰੀਅਰ ਦੇ ਵਿੱਚ, 2.5 ਲੱਖ ਦੇ ਵਿੱਚੋਂ ਜੇ ਆਪਾਂ ਬਹੁਤਾਂ ਲਾਉਂਦੇ ਆਪਾਂ ਸਿੱਧੀ ਜੀ ਫਿਗਰ ਰੱਖ ਲੈਂਦੇ ਵੀ ਲੱਖ ਲੜਕੀ ਹੈ, 1 ਲੱਖ ਲੜਕੀ ਦੇ ਵਿੱਚੋਂ ਤੇ 50,000 ਜਿਹੜੀ ਹੈ ਜੀ ਉਹਦੇ ਤੇ ਠੱਪਾ ਲਾਤਾ ਵੀ ਇਹ ਗੈਰ ਸਮਾਜਿਕ ਕੰਮ, ਤਖਤੀ ਲਾਤੀ ਹੈ, ਪੱਕੀ ਤਖਤੀ ਲਾਤੀ ਜੀ ਉਹਨਾਂ ਨੂੰ ਉਹ ਦੇਤਾ ਵੀ ਜੀ। ਹੁਣ ਜੇ ਆਪਾਂ ਟੋਟਲ ਇੱਥੇ ਬਰੈਂਪਟਨ ਦੇ ਘਰ ਦੇਖ ਲਈਏ, ਜਿਹੜੇ ਖਾਸ ਤੌਰ ਦੇ ਉੱਪਰ ਪੰਜਾਬੀਆਂ ਦੇ ਘਰ ਦੇਖ ਲਈਏ, ਇਹਦਾ ਮਤਲਬ ਹੈ ਕਿ ਸਾਰੇ ਦੇ ਸਾਰੇ ਬਰੈਂਪਟਨ ਨੂੰ ਕਰੈਕਟਰਲੈਸ ਕਿਹਾ ਗਿਆ। ਹਾਂ, ਤੇ ਇਹਦਾ ਮਤਲਬ ਇਹ ਜੇ ਉਹ 50,000 ਲੜਕੀਆਂ ਦੇ ਉੱਪਰ ਜਿਹੜਾ ਸ਼ੋਸ਼ਣ ਕਰਨ ਵਾਲੇ ਆ ਜੀ, ਜਿਹੜਾ ਵੇਸਬਾ ਗਵਰਨਮੈਂਟ ਦੀ ਗੱਲ ਕਰੀਏ ਜੀ, ਤੇ ਜੇ ਉਹ ਤਖਤੀ ਲਾ ਦਿੱਤੀ ਗਈ ਆ ਤਾਂ ਇਹਦਾ ਮਤਲਬ ਜਿਹੜੇ ਉਹਨਾਂ ਹੁਣ ਕੱਲੀਆਂ ਤਾਂ ਕਰਨ ਹੋ ਰਹੀਆਂ, ਕਰਨ ਵਾਲਾ ਕੌਣ ਸੀ? ਉਹ ਅਸੀਂ ਸੀ, ਸਾਡਾ ਭਾਈਚਾਰਾ ਸੀ। ਸੋ ਦੂਜੀ ਚੀਜ਼ ਆ ਜੇ ਵੀ ਉਹੋ ਜੀ ਟਰੱਕਾਂ ਵਾਲਿਆਂ ਦੇ ਨਾਲ ਚੜ ਜਾਂਦੀਆਂ ਨੇ ਜੀ, ਉਹ ਟਰੱਕਾਂ ਵਾਲੇ ਕੌਣ ਨੇ ਜੀ? ਅਸੀਂ ਆ ਜੀ। ਸੋ ਉਹਨਾਂ ਦੇ ਉੱਪਰ ਵੀ ਇਹ ਲਾਂਛਨ ਲਾਤਾ ਕਿ ਭਾਈ ਤੁਸੀਂ ਜਿਹੜਾ ਜੀ ਉਹ ਇਸ ਢੰਗ ਦੇ ਨਾਲ ਕਰੈਕਟਰਲੈਸ ਹੋ ਜੀ, ਪਰ ਕੋਈ ਬੰਦਾ ਬੋਲ ਨਹੀਂ ਰਿਹਾ। ਦੇਖੋ ਈਵਨ ਕਿ ਇੱਕ ਸਿੰਗਲ ਪਰਸਨ ਵੀ ਕੋਈ ਸਾਹਮਣੇ ਨਹੀਂ ਆਉਂਦਾ, ਔਰ ਤੁਸੀਂ ਇਹ ਵੀ ਦੇਖੋ ਕਿ ਵੀ ਨਜ਼ਰ ਵੀ ਕੋਈ ਨਹੀਂ ਆ ਰਿਹਾ ਕਿ ਇਹ ਫਲਾਨਾ ਮਤਲਬ ਕੋਈ ਡਾਟਾ ਨਹੀਂ ਪਤਾ ਨਹੀਂ। ਹਾਂਜੀ ਬਿਲਕੁਲ। ਜੇ ਕਿਤੇ ਦੇਖੋ ਜਿਹੜੀ ਕੋਈ ਵਿਕਾਸਸ਼ੀਲ ਕਮਿਊਨਿਟੀ ਹੁੰਦੀ ਹੈ ਨਾ, ਜਿੱਦਾਂ ਸਾਡੀ ਗਿਣਤੀ ਵਧਣੀ ਹੈ, ਇੰਟੈਲੈਕਚੁਅਲ ਵੀ ਸਾਡੇ ਚੋਂ ਹੀ ਨਿਕਲਣੇ ਆ, ਅਨਪੜ੍ਹ ਵੀ ਸਾਡੇ ਚੋਂ ਹੀ, ਸਾਧ ਵੀ ਸਾਡੇ ਚੋਂ ਬਣਨੇ ਆ, ਚੋਰ ਵੀ ਸਾਡੇ ਚੋਂ ਨਿਕਲਣੇ। ਹਾਂਜੀ। ਔਰ ਜੇ ਸਾਇੰਟਿਸਟ ਜਾਂ ਫਿਰ ਉੱਚੇ ਅਹੁਦਿਆਂ ਤੇ ਕੰਮ ਕਰਨ ਵਾਲੀਆਂ ਲੜਕੀਆਂ ਵੀ ਸਾਡੇ ਸਮਾਜ ਨੇ ਦੇਣੀਆਂ ਨੇ, ਤੇ ਵੇਸ਼ਵਾਵਾਂ ਵੀ ਸਾਡੇ ਸਮਾਜ ਦੇ ਵਿੱਚੋਂ ਨਿਕਲਣੀਆਂ ਨੇ। ਇਹ ਅਸੀਂ ਜਿਸ ਢੰਗ ਦੇ ਨਾਲ ਸਮਾਜ ਦੀ ਸਾਰੇ ਸ਼ੁਰੂ ਤੋਂ ਪੁਰਾਤਨ ਸਮੇਂ ਤੋਂ ਲੈ ਕੇ ਬਣਤਰ ਰਹੀ ਹੈ ਨਾ, ਉਸੇ ਹੀ ਰੇਸ਼ੋ ਨਾਲ, ਉਸੇ ਹੀ ਪਰਸੈਂਟੇਜ ਨਾਲ ਚੰਗਾ ਮਾੜਾ ਆਨਸਰ ਜਿਹੜਾ ਉਹ ਸਮਾਜ ਦੇ ਵਿੱਚੋਂ ਪੈਦਾ ਹੁੰਦਾ ਰਹਿੰਦਾ। ਮੋਟੇ ਤੌਰ ਤੇ ਕਹਿ ਸਕਦੇ ਆ ਕਿ ਕਲਾਸ ਦੇ ਵਿੱਚ ਬੈਠੇ ਹੋਏ ਸਾਰੇ ਵਿਦਿਆਰਥੀ ਮੋਨੀਟਰ ਨਹੀਂ ਹੁੰਦੇ, ਫਸਟ ਨਹੀਂ ਹੁੰਦੇ। ਸੋ ਮੇਨਲੀ ਚੀਜ਼ ਇਹ ਹੈ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਵੀ ਜੇ ਕੋਈ ਬੱਚਾ ਜਿਹੜਾ ਆ ਉਹ ਗਲਤ ਪਾਸੇ ਵੱਲ ਨੂੰ ਜਾਂਦਾ, ਤੇ ਜਿਹੜੇ ਸੋ ਕਾਲ ਸਿਆਣੇ ਆ ਜੀ ਆਪਾਂ, ਉਹਨਾਂ ਦਾ ਕੀ ਫਰਜ਼ ਬਣਦਾ ਕਿ ਉਹਨਾਂ ਨੂੰ ਉਹਨਾਂ ਰਾਹਾਂ ਤੇ ਜਾਣ ਤੋਂ ਰੋਕਿਆ ਜਾਵੇ। ਜੇ ਉਹ ਮਾਨਸਿਕ ਤੌਰ ਦੇ ਉੱਪਰ ਸਟ੍ਰੈਸ ਆਊਟ ਹੋ ਕੇ ਜੇ ਕੋਈ ਇਹੋ ਜਿਹਾ ਗਲਤ ਕਦਮ ਚੁੱਕਣ ਦੀ ਕੋਸ਼ਿਸ਼ ਕਰਦਾ ਵੀ ਉਹਨਾਂ ਦੀ ਮੈਂਟਲ ਹੈਲਥ ਨੂੰ ਕਿਹੜੀਆਂ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ, ਉਸ ਲੈਵਲ ਤੱਕ ਬ੍ਰੇਨਸਟਾਰਮਿੰਗ ਹੋਣੀ ਚਾਹੀਦੀ ਸੀ ਵੀ ਅਸੀਂ ਇਹਨਾਂ ਦੀ ਬਾਂਹ ਕਿੱਦਾਂ ਫੜੀਏ, ਇਹਨਾਂ ਨੂੰ ਕਿਵੇਂ ਕੱਢਣਾ ਇਸ ਨਾਲ। ਜੀ। ਸੋ ਜੇ ਅਸੀਂ ਤਮਾਸ਼ਬੀਨ ਬਣਨਾ, ਤੇ ਦੂਜੇ ਪਾਸੇ ਜਦੋਂ ਜਿਹੜੇ ਹੁਣ ਈਵਨ ਦੋ ਜਿਹੜੇ ਸਾਡੇ ਇੱਥੋਂ ਵਾਲੇ ਬੱਚੇ ਨੇ ਜੀ, ਉਹ ਸਾਡੇ ਬੱਚੇ ਜਿਹੜੇ ਯੂਨੀਵਰਸਿਟੀਜ਼ ਕਰਦੇ ਨੇ, ਕਿਸੇ ਦੇ ਬੱਚੇ ਜਿਹੜੇ ਜੋ 50 ਕਿਲੋਮੀਟਰ ਦੂਰ ਜਾਂਦੇ ਹੋਣਗੇ, ਜਿਹੜੇ ਡੇਲੀ ਘਰ ਆ ਜਾਂਦੇ ਹੋਣਗੇ ਜੀ, ਕਿਸੇ ਦੇ ਬੱਚੇ ਜਿਹੜੇ ਉਹ 100-200 ਕਿਲੋਮੀਟਰ ਦੂਰ ਜਾਂਦੇ ਨੇ, ਉਹ ਹਫ਼ਤੇ ਬਾਅਦ ਘਰ ਆਉਂਦੇ ਨੇ। ਕਈਆਂ ਨੂੰ ਮੁਲਕ ਤੋਂ ਬਾਹਰ ਜਿਹੜਾ ਜੀ ਯੂਨੀਵਰਸਿਟੀ ਕਰਨ ਜਾਣਾ ਪੈਂਦਾ। ਜੇ ਕੋਈ ਸਾਡੇ ਬੱਚਿਆਂ ਬਾਰੇ ਇਹ ਕੁਝ ਉੱਥੇ ਪ੍ਰਚਾਰ ਕਰੇ ਤਾਂ ਅਸੀਂ ਕੀ ਫੀਲ ਕਰਾਂਗੇ, ਅਸੀਂ ਕੀ ਮਹਿਸੂਸ ਕਰੀਏ? ਸੋ ਜਿਹੜਾ ਤੁਸੀਂ ਤਮਾਸ਼ਬੀਨ ਤੁਸੀਂ ਕਹਿੰਦੇ ਨਾ, ਇੱਕ ਸ਼ਬਦ ਯੂਜ਼ ਕੀਤਾ ਤਮਾਸ਼ਬੀਨ, ਮੈਂ ਕਹਿੰਦਾ ਤਮਾਸ਼ਬੀਨ ਤਾਂ ਇਹ ਹੁੰਦਾ ਕਿ ਦੂਰੋਂ ਖੜ ਕੇ ਬਸ ਸਿਰਫ ਚਟਕਾਰੇ ਲੈ ਰਿਹਾ, ਮਜ਼ੇ ਲੈ ਰਿਹਾ। ਮੈਂ ਉਹ ਇੱਕ ਤਾਂ ਉਹ
ठीक है, थोड़ी सेफ साइड है तमाशे जी, जी। दी, लेकिन ਇਹ ਵਿੱਚ ਵੜਿਆ ਹੋਇਆ ਵਰਗ ਹੈ ਜਿਹੜਾ ਬਾਹ ਫੜਨ ਦੀ ਬਜਾਏ ਬਾਹ ਫੜ ਕੇ ਪਰ ਆਪਾਂ ਦੂਜੇ ਪਾਸੇ ਜੇ ਲੈਣ ਵਾਲਾ ਜਿਹੜੀ ਆਪਾਂ ਦੂਜੀ ਗੱਲ ਕਰਦੇ ਆ ਜੀ ਕਿ ਭਾਈ ਉਹਨਾਂ ਦੀ ਡਿਊਟੀ ਇਹ ਹੈ, ਉਹਨੂੰ ਮਾਲਕਾਂ ਨੇ ਉਹਨਾਂ ਨੂੰ ਹੁਕਮ ਹੀ ਇਹ ਦਿੱਤਾ ਹੈ ਵੀ ਤੁਸੀਂ ਕਿਸ ਢੰਗ ਦੇ ਨਾਲ ਇਹਨਾਂ ਦੇ ਸਿਰ 'ਚ ਖੇਪ ਪਾਉਣੀ ਹੈ, ਤਾਂ ਕਿ ਜਿਹੜਾ ਮਾਪਾ ਉੱਥੇ ਬੈਠਾ ਨਾ ਉਹ ਤਾਂ ਬੈਠਾ ਹੁਣ ਝੂਰੂਗਾ ਹੀ ਵੀ ਪਤਾ ਨਹੀਂ ਮੇਰਾ ਬੱਚਾ ਜਿਹੜਾ ਜੀ ਉਹ ਜਾ ਕੇ ਜੇ ਕਿਸੇ ਇੱਥੋਂ ਦੇ ਬੱਚੇ ਨੇ ਆਪਣੇ ਪੇਰੈਂਟਸ ਨੂੰ ਕੋਈ ਆਪਣੀ ਹੱਡ ਭੰਨਵੀਂ ਮਿਹਨਤ ਤੋਂ ਬਾਅਦ ਕੋਈ ਤੋਹਫਾ ਹੀ ਲੈ ਕੇ ਭੇਜਿਆ, ਭਾਵੇਂ ਛੋਟਾ ਹੀ ਹੋਵੇ ਭਾਵੇਂ $15 ਦੀ ਕੋਈ ਚੀਜ਼ ਹੋਵੇ, ਤੇ ਉਹ ਇਹ ਸੋਚੂਗਾ ਵੀ ਉਹ ਕੋ ਪੈਸੇ ਕਿੱਥੋਂ ਆ ਗਏ। ਹਾਂਜੀ, ਸੋ ਜਿਹੜੀ ਇੱਕ ਤਾਂ ਉਹ ਵਰਗ ਹੈ ਜੀ। ਦੂਜਾ ਜਿਹੜੇ ਪਲਾਨ ਕਰ ਰਹੇ ਨੇ ਕਿ ਅਸੀਂ ਬੱਚੇ ਜਿਹੜੇ ਜੀ ਉੱਥੇ ਭੇਜਣੇ ਆ ਜੀ, ਇੱਥੇ ਸਾਡੇ ਬੱਚੇ ਸੇਫ ਨਹੀਂ, ਜੋ ਪੰਜਾਬ ਦੇ ਵਿੱਚ ਹਾਲਾਤ ਨੇ ਆਪਾਂ ਨੂੰ ਪਤਾ ਜੀ, ਉਹ 100 ਵਾਰੀ ਸੋਚਣਗੇ ਯਾਰ ਅਸੀਂ ਕੀ ਕਰੀਏ ਨਾ ਭੇਜੀਏ। ਔਰ ਦੂਜੀ ਗੱਲ ਸਿੱਧੂ ਸਾਹਿਬ ਤੁਸੀਂ ਇਹ ਜਿਹੜੀ ਸੋਚਣ ਵਾਲੀ ਗੱਲ ਇਹ ਆ ਕਿ ਜਿੰਨਾ ਮਾਪਿਆਂ ਦੇ ਬੱਚੇ ਇੱਥੇ ਬੈਠੇ ਆ, ਚਾਹੇ ਉਹ ਕੋਈ ਲੜਕਾ ਚਾਹੇ ਲੜਕੀ ਆ ਜੀ, ਸਿੱਧੂ ਸਾਹਿਬ ਯਕੀਨ ਕਰਿਓ ਰਾਤ ਨੂੰ ਚੈਨ ਨਹੀਂ ਆਉਂਦਾ। ਐਗਜ਼ੈਕਟਲੀ, ਰਾਤ ਨੂੰ ਮਤਲਬ ਬੰਦਾ ਸੁਪਨੇ ਹੀ ਬੱਚਿਆਂ ਦੇ ਚੱਲਦੇ ਆ। ਦੇਖੋ ਜੀ, ਰੋਟੀ ਖਾ ਲਈ ਹੋਣੀ, ਉਹ ਬਾਹਰ ਅੰਦਰ ਤਾਂ ਨਹੀਂ ਕਿਤੇ ਇਹ ਜਿਹੇ ਜਿਹੜੇ ਸੁਪਨੇ ਚੱਲਦੇ। ਮਾਫ ਕਰਨਾ ਕਿ ਬ੍ਰੇਕ ਦਾ ਸਮਾਂ ਹੋ ਚੱਲਿਆ, ਬ੍ਰੇਕ ਤੋਂ ਬਾਅਦ ਆਪਾਂ ਚਰਚਾ ਜਾਰੀ ਕਰਦੇ ਹਾਂ। ਸੋ ਨਾਲ ਦੀ ਨਾਲ ਥੋੜਾ ਜਿਹਾ ਡਿਸਕਲੇਮਰ ਬੋਲ ਦਵਾਂ ਕਿ ਅਸੀਂ ਅੱਜ ਜੋ ਵਿਸ਼ਾ ਸ਼ੋ ਰਹੇ ਹਾਂ, ਜਿਹਦੇ ਉੱਪਰ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ, ਜਿਹਦੇ ਉੱਪਰ ਪੁਨਛਾਣ ਕਰ ਰਹੇ ਹਾਂ, ਉਹ ਸਾਡਾ ਮਕਸਦ ਕਿਸੇ ਨੂੰ ਪਿਨ ਪੁਆਇੰਟ ਨਹੀਂ ਕਰਨਾ, ਕਿਸੇ ਨੂੰ ਹਰਟ ਨਹੀਂ ਕਰਨਾ। ਔਰ ਜੇ ਕੋਈ ਸਾਡੇ ਸ਼ਬਦਾਂ ਤੋਂ, ਸਾਡੇ ਬੋਲਾਂ ਤੋਂ, ਸਾਡੇ ਵਿਚਾਰਾਂ ਤੋਂ ਕੋਈ ਦੁਖੀ ਹੋ ਰਿਹਾ ਹੈ ਤਾਂ ਉਹਦੇ ਲਈ ਅਸੀਂ ਖਿਮਾ ਦੇ ਜਾਚਕਾ। ਇੱਕ ਕਾਲ ਲੈ ਲਈਏ ਫਿਰ ਬ੍ਰੇਕ ਲੈਂਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਜੀ ਸਤਿ ਸ਼੍ਰੀ ਅਕਾਲ ਜੀ। ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹਾਂਜੀ, ਮੇਰਾ ਸਵਾਲ ਸੀ ਜੀ। ਹਾਂਜੀ ਹਾਂ, ਸਵਾਲ ਰੱਖੋ। ਤੁਸੀਂ ਟੀਵੀ ਨਾ ਸੁਣੋ ਜੀ ਪਲੀਜ਼। ਹਾਂਜੀ, ਤੁਸੀਂ ਆਪਣੇ ਟੀਵੀ ਦੀ ਆਵਾਜ਼ ਬੰਦ ਕਰ ਲਓ ਤੇ ਸਵਾਲ ਆਪਣਾ ਰੱਖੋ, ਫਿਰ ਉਸ ਤੋਂ ਬਾਅਦ ਅਸੀਂ ਬ੍ਰੇਕ ਤੇ ਜਾਣਾ, ਫਿਰ ਦੁਬਾਰਾ ਫਿਰ ਚਰਚਾ ਕਰਾਂਗੇ ਤੁਹਾਡੇ ਸਵਾਲ ਦੇ ਉੱਪਰ। ਹਾਂਜੀ, ਮੇਰਾ ਮਾਫ ਕਰਨਾ, ਤੁਸੀਂ ਦੁਬਾਰਾ ਕਾਲ ਕਰ ਲੈਣਾ ਔਰ ਬ੍ਰੇਕ ਤੋਂ ਬਾਅਦ ਅਸੀਂ ਜਲਦ ਹਾਜ਼ਰ ਹੋਣੇ ਹਾਂ। ਸੋ ਦਰਸ਼ਕੋ ਕਿਤੇ ਜਾਇਓ ਨਾ, ਇਉਂ ਗਏ ਔਰ ਇਉਂ ਆਏ। ਛੋਟੀ ਜਿਹੀ ਬ੍ਰੇਕ ਤੋਂ ਬਾਅਦ। हिंदुस्तान मेरे वतन, तुझ पर फिदा हम सब का मन। मेरा इंडिया हमारा इंडिया, मेरा इंडिया हमारा इंडिया, मेरा इंडिया पैनोरामा इंडिया, हमारा इंडिया पैनोरामा इंडिया। जय 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 हे। ਚਾਹੇ 7 ਸਮੁੰਦਰ ਪਾਰ ਦੀ ਹੋਵੇ ਖਬਰ, ਚਾਹੇ ਕਿਸੇ ਵੀ ਸਰਕਾਰ ਦੀ ਹੋਵੇ ਖਬਰ, ਹਰ ਸ਼ੈ ਤੱਕ ਜਾਂਦੇ ਹਾਂ, ਹਰ ਖਬਰ ਦੀ ਤਹਿ ਤੱਕ ਜਾਂਦੇ ਹਾਂ। ਪੰਜਾਬ ਦੀ ਟੀਸ, ਪੰਜਾਬ ਦਾ ਦਰਦ ਵੀ ਖੋਲ ਸੁਣਾਉਂਦੇ ਹਾਂ। ਹਰ ਖਬਰ ਦੀ ਲੈਂਦੇ ਹਾਂ ਖਬਰ, ਪ੍ਰੋਗਰਾਮ ਖਬਰਾਂ ਦੀ ਖਬਰ ਵਿੱਚ ਮੇਰੇ ਨਾਲ ਜਾਣੀ ਕਿ ਦੀਪਕ ਸ਼ਰਮਾ ਚਨਾਥਲ ਨਾਲ ਸ਼ਾਮੀ 8:30 ਵਜੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਵੇਖਣਾ ਨਾ ਭੁੱਲਣਾ ਖਬਰਾਂ ਦੀ ਖਬਰ। ਕਿ ਤੁਸੀਂ ਵੀ ਲੱਭ ਰਹੇ ਹੋ ਪ੍ਰਾਪਰਟੀ ਤਾਂ ਅੱਜ ਹੀ ਸੰਪਰਕ ਕਰੋ ਸੁਨੀਲ ਗਰਗ ਨੂੰ, ਜੋ ਕਿ ਵਿਨੀਪੈਗ ਮੈਨੀਟੋਬਾ ਵਿੱਚ ਬਾਇਰਸ ਤੇ ਸੈਲਰਸ ਨਾਲ ਹਰ ਪ੍ਰਾਈਸ ਪੁਆਇੰਟ ਤੇ ਕਰਦੇ ਨੇ ਕੰਮ। ਚਾਹੇ ਬਾਇਰਸ ਲਈ ਮਲਟੀਪਲ ਆਫਰ ਸਿਚੁਏਸ਼ਨ ਹੋਵੇ ਜਾਂ ਸੈਲਰਸ ਲਈ ਵਧੀਆ ਮੁੱਲ ਤੇ ਗੱਲਬਾਤ ਕਰਨਾ, ਸੁਨੀਲ ਗਰਗ ਪ੍ਰੋਵਾਈਡ ਕਰਵਾਉਂਦੇ ਨੇ ਕਲਾਇੰਟਸ ਨੂੰ ਹਰ ਸਿਚੁਏਸ਼ਨ ਵਿੱਚ ਫਾਇਦੇਮੰਦ ਡੀਲ, ਸਿੰਪਲੀਫਾਈਡ ਪ੍ਰੋਸੈਸ ਐਂਡ ਹੈਸਲ ਫ੍ਰੀ ਐਕਸਪੀਰੀਅੰਸ। ਇਹੀ ਚੀਜ਼ ਬਣਾਉਂਦੀ ਹੈ ਸੁਨੀਲ ਗਰਗ ਨੂੰ ਬਾਕੀਆਂ ਨਾਲੋਂ ਵੱਖ। ਫੁੱਲ MLS ਲਿਸਟਿੰਗਸ, ਸਟਰੋਂਗ ਆਨਲਾਈਨ ਪ੍ਰੈਜ਼ੈਂਸ, ਓਪਨ ਹਾਊਸਸ ਅੰਟਿਲ ਸੋਲਡ, ਨੈਗੋਸ਼ੀਏਬਲ ਕਮਿਸ਼ਨ। ਪ੍ਰੋਪਰਟੀ ਕੋਈ ਵੀ ਹੋਵੇ, ਰੈਜ਼ੀਡੈਂਸ਼ੀਅਲ ਬਿਲਡਿੰਗ, ਕਮਰਸ਼ੀਅਲ ਸਪੇਸਿਸ, ਹੋਟਲਸ, ਗੈਸ ਸਟੇਸ਼ਨਸ, ਮੋਟਲਸ ਐਂਡ ਮੈਨੀ ਮੋਰ। ਆਪਣੀ ਡ੍ਰੀਮ ਪ੍ਰਾਪਰਟੀ ਲੈਣ ਲਈ ਅੱਜ ਹੀ ਸੰਪਰਕ ਕਰੋ ਸੁਨੀਲ ਗਰਗ ਨੂੰ 2042920177 ਤੇ। हिंदुस्तान मेरे वतन, तुझ पर फिदा हम सब का मन। मेरा इंडिया हमारा इंडिया, मेरा इंडिया हमारा इंडिया, मेरा इंडिया पैनोरामा इंडिया, हमारा इंडिया पैनोरामा इंडिया। जय 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 हे।
ਇੰਡੀਅਨ ਕੁਜ਼ੀਨ ਦਾ ਸਵਾਦ ਹੁਣ ਕੈਨੇਡਾ 'ਚ? ਜੀ ਹਾਂ, ਇੰਡੀਅਨ ਕੁਜ਼ੀਨ ਦਾ ਸਵਾਦ ਮਿਲੇਗਾ ਵਿਨੀਪੈਗ ਮੈਨੀਟੋਬਾ ਦੇ ਸਿਰਫ ਤੇ ਸਿਰਫ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ ਦੇ ਵਿੱਚ। ਉਹ ਵੀ ਕਿਸੇ ਇੱਕ ਜਗ੍ਹਾ ਨਹੀਂ, ਬਲਕਿ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ ਸਰਵਸ ਯੂ ਔਨ 3 ਲੋਕੇਸ਼ਨਸ। For memorable food and exceptional value, you can contact us at. You can also mail us at ब्रेक तो बाद फिर तो ਤੁਹਾਡਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਔਰ ਪ੍ਰੋਗਰਾਮ ਦਾ ਨਾਮ ਹੈ ਵਿਜ਼ਨ ਪ੍ਰਾਈਮ ਟਾਈਮ ਸ਼ੋ। ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਦੇ ਹਾਂ ਔਰ ਇਸ ਪ੍ਰੋਗਰਾਮ ਦਾ ਜੋ ਸਮਾਂ ਹੁੰਦਾ ਉਹ 7 ਤੋਂ 8 ਹੋਇਆ ਕਰਦਾ ਹੈ। 905 790 9099 ਸਟੂਡੀਓ ਦਾ ਨੰਬਰ ਹੈ ਔਰ ਕਾਲ ਕਰਕੇ ਤੁਸੀਂ ਆਪਣੇ ਸਵਾਲ ਸੁਝਾਅ ਜਾਣਕਾਰੀ ਕੋਈ ਦੇਣੀ ਚਾਹੁੰਦੇ ਆ ਉਹ ਵੀ ਦੇ ਸਕਦੇ ਹੋ। ਨਾਲ ਦੀ ਨਾਲ ਜਿਸ ਵਿਸ਼ੇ ਉੱਪਰ ਅਸੀਂ ਅੱਜ ਚਰਚਾ ਕਰ ਰਹੇ ਹਾਂ, ਚਾਹੇ ਇੰਟਰਨੈਸ਼ਨਲ ਵਿਦਿਆਰਥਣਾਂ ਉੱਪਰ ਕਈ ਕਿਸਮ ਦੇ ਭੱਦੇ ਜਿਹੜੇ ਆਰੋਪ ਲੱਗਦੇ ਆ ਰਹੇ ਆ ਜਾਂ ਲੱਗ ਰਹੇ ਨੇ ਉਹਨਾਂ ਉੱਪਰ ਅਸੀਂ ਅੱਜ ਜਿਹੜੀ ਚਰਚਾ ਕਰ ਰਹੇ ਹਾਂ। ਔਰ ਪੰਜਾਬੀ ਮੀਡੀਆ, ਪੰਜਾਬੀ ਪੱਤਰਕਾਰੀ, ਖਾਸ ਕਰਕੇ ਮੈਂ ਕੈਨੇਡੀਅਨ ਸੰਦਰਭ ਦੇ ਵਿੱਚ ਗੱਲ ਕਰ ਰਿਹਾ। ਕੈਨੇਡੀਅਨ ਪੰਜਾਬੀ ਪੱਤਰਕਾਰੀ, ਮੀਡੀਆਕਾਰੀ ਅਸਲ ਦੇ ਵਿੱਚ ਜਾ ਕਿੱਧਰ ਨੂੰ ਰਹੀ ਹੈ? ਕੀ ਅਸੀਂ ਸੋਚਦੇ ਹਾਂ ਕਿ ਸਾਡਾ ਵਿਕਾਸ ਹੋ ਰਿਹਾ ਜਾਂ ਵਿਨਾਸ਼ ਹੋ ਰਿਹਾ, ਨਿਖਾਰ ਹੋ ਰਿਹਾ ਜਾਂ ਨਿਗਾਰ ਹੋ ਰਿਹਾ? ਸੋ ਤੁਹਾਡੀ ਵੀ ਰਾਏ ਸਾਨੂੰ ਜ਼ਰੂਰ ਚਾਹੀਦੀ ਹੈ। ਜ਼ਰੂਰ ਕਾਲ ਕਰੋ 905 790 9099 ਔਰ ਪ੍ਰੋਗਰਾਮ ਦੇ ਵਿੱਚ ਇਸ ਵਿਸ਼ੇ ਉੱਪਰ ਮੰਥਨ ਕਰਨ ਦੇ ਲਈ ਖਾਸ ਤੌਰ ਤੇ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਪਿਛਲੇ 26 ਸਾਲ ਤੋਂ ਪੱਤਰਕਾਰੀ ਦੇ ਖੇਤਰ ਦੇ ਵਿੱਚ ਕੰਮ ਕਰ ਰਹੇ ਟੋਰਾਂਟੋ ਏਰੀਆ ਦੇ ਵਿੱਚ ਜੋ ਮੇਰੀ ਮੁਰਾਦ ਹੈ ਰਾਣਾ ਸਿੱਧੂ ਜੀ ਹੋਰਾਂ ਤੋਂ। ਫਿਰ ਤੋਂ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਫਿਰ ਕਰੀ ਸੋ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਵੀ ਅਸਲ ਦੇ ਵਿੱਚ ਜਿਹੜਾ ਵਰਗ ਸ਼ੋਸ਼ਿਤ ਹੋ ਰਿਹਾ ਹੈ ਤਾਂ ਸ਼ੋਸ਼ਣ ਕਰਨ ਵਾਲਾ ਕੌਣ ਹੈ? ਅਸੀਂ ਖੁਦ ਹਾਂ ਜਾਂ ਕੌਣ ਹੋ ਰਿਹਾ? ਉਹਦੇ ਬਾਰੇ ਜੀ ਇੱਕ ਦਰਅਸਲ ਕੀ ਹੈ ਕਿ ਜਿਹੜਾ ਸਾਡਾ ਸੋਸ਼ਲ ਸਟਰਕਚਰ ਰਿਹਾ ਨਾ, ਜਿੱਥੋਂ ਅਸੀਂ ਆਏ ਆ, ਉਹ ਥੋੜਾ ਜਿਹਾ ਮਰਦ ਪ੍ਰਧਾਨ ਰਿਹਾ, ਥੋੜਾ ਜਿਹਾ ਕਿ ਰਿਹਾ ਹੀ ਮਰਦ ਪ੍ਰਧਾਨ ਹੈ। ਪਿਤਰ ਸੱਤਾ ਜਿਹੜਾ ਸੀਗੀ ਉਹਦੇ ਤਹਿਤ ਸਾਡੇ ਜਿਹੜੇ ਸੰਸਕਾਰ ਜਿਹੜੇ ਨੇ ਡਿਵੈਲਪ ਹੋਏ ਨੇ। ਅੱਜ ਇਹ ਹੈ ਵੀ ਚਲੋ ਜਿਹੜਾ ਹੁਣ ਇਹਨਾਂ ਨੇ 50% ਕਹਿਤਾ, ਚਲੋ ਮੰਨ ਲੈਂਦੇ ਆ। ਕਈ ਬੰਦੇ ਕਹਿੰਦੇ ਦੇਖੋ ਜੀ ਬਹੁਤ ਬਾਹਰ ਮੰਦਾ ਹਾਲ ਆ ਜੀ। ਹੁਣ ਜੇ ਅਸੀਂ ਇਹ ਮੰਨ ਲਈਏ, ਇੱਕ ਕਾਲ ਲੈ ਲਈ, ਮਾਫ ਕਰਨਾ, ਆਪਾਂ ਇੱਥੋਂ ਇਸੇ ਲੜੀ ਸ਼ੁਰੂ ਕਰਾਂਗੇ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਤੁਸੀਂ ਆਪਣਾ ਕੋਈ ਸਵਾਲ ਜਾਂ ਸੁਝਾਅ ਰੱਖਣਾ ਚਾਹੁੰਦੇ ਹੋ? ਜੀ ਮੇਰਾ ਸਵਾਲ ਇਹ ਹੈ ਕਿ ਕੀ ਅਸੀਂ ਕੈਨੇਡੀਅਨ ਕੰਟੈਕਸਟ ਦੇ ਵਿੱਚ ਇੰਡੀਅਨ ਕੰਟੈਕਸਟ ਦੀਆਂ ਜਿਹੜੀਆਂ ਪ੍ਰੋਬਲਮ ਹੈ ਉਹਨਾਂ ਨੂੰ ਅਸੀਂ ਇੰਡੀਅਨ ਵੇ ਦੇ ਨਾਲ ਜਿਹੜਾ ਹੈ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ? ਠੀਕ ਹੈ। ਕੋਈ ਹੋਰ ਇਸ ਤੋਂ ਇਲਾਵਾ? ਨਹੀਂ, ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਚੱਲ ਰਿਹਾ ਹੈ, ਬਹੁਤ ਅੱਛੀਆਂ ਗੱਲਾਂ ਹੋ ਰਹੀਆਂ ਹੈ, ਪਰ ਮੇਰਾ ਇਹੀ ਹੈ ਸਵਾਲ ਕਿ ਅਸੀਂ ਕੈਨੇਡਾ ਦੀ ਧਰਤੀ ਦੇ ਉੱਤੇ ਜਿਹੜੀ ਕਿ ਇੱਕ ਆਜ਼ਾਦ ਤੇ ਇੱਕ ਤਰੀਕੇ ਦੇ ਨਾਲ ਸਾਰਿਆਂ ਨੂੰ ਬਰਾਬਰ ਦੇ ਹੱਕ ਦਿੰਦੀ ਹੈ ਤੇ ਅਸੀਂ ਜਿਹੜੀਆਂ ਪੈਟਰੀਆਰਕਲ ਮਾਈਂਡਸੈਟ ਦੇ ਨਾਲ ਉਹਨਾਂ ਸਵਾਲਾਂ ਦੇ ਰੂਬਰੂ ਹੋ ਰਹੇ ਹਾਂ ਜੀ। ਬਿਲਕੁਲ, ਨਾਲ ਵੀ ਬਹੁਤ ਜ਼ਿਆਦਾ ਵੱਡਾ ਸੰਕਟ ਤਾਂ ਨਹੀਂ ਪੈਦਾ ਹੋ ਰਿਹਾ? ਬਿਲਕੁਲ ਹੋ ਰਿਹਾ ਜੀ। ਅਸਲ ਦੇ ਵਿੱਚ ਜਿਹੜਾ ਤੁਸੀਂ ਸਵਾਲ ਕੀਤਾ ਨਾ, ਤੁਹਾਡੇ ਸਵਾਲ ਦੇ ਵਿੱਚ ਤੁਹਾਡਾ ਜਵਾਬ ਵੀ ਪਿਆ ਔਰ ਤੁਹਾਡੇ ਇਸ ਸਵਾਲ ਦੇ ਨਾਲ ਸਾਨੂੰ ਥੋੜੀ ਜਿਹੀ ਹੋਰ ਸੇਧ ਮਿਲੀ ਆ, ਉਹਦੇ ਬਾਰੇ ਵੀ ਅਸੀਂ ਚਰਚਾ ਕਰਦੇ ਹਾਂ। ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ, ਬਹੁਤ ਬਹੁਤ ਰਿਣੀ ਆ। ਤੁਸੀਂ ਕਾਲ ਕਰਕੇ ਸਾਨੂੰ ਫੀਡਬੈਕ ਵੀ ਦਿੱਤੀ ਔਰ ਅਸੀਂ ਅਜਿਹੇ ਵਿਸ਼ਿਆਂ ਨੂੰ ਫਿਊਚਰ ਦੇ ਵਿੱਚ ਵੀ, ਭਵਿੱਖ ਦੇ ਵਿੱਚ ਵੀ ਛੋਹਦੇ ਰਵਾਂਗੇ। ਬਹੁਤ ਬਹੁਤ ਧੰਨਵਾਦ। ਜਿਹੜਾ ਇਹਨਾਂ ਦੇ ਸਵਾਲ ਦਾ ਪਹਿਲਾਂ ਮੈਂ ਜਵਾਬ ਦੇਣਾ, ਅਸਲ 'ਚ ਹੈ ਹੀ ਕਹਾਣੀ ਇਹੀ ਹੈ ਜੀ। ਅਸਲ ਦੇ ਵਿੱਚ ਅਸੀਂ ਜਿਹੜੀਆਂ ਉਹ ਰੂੜੀਵਾਦੀ ਸੋਚ ਜਿਹੜੀ ਹੈ ਜਾਂ ਫਿਰ ਜਿਹੜੀਆਂ ਉਹ ਚੀਜ਼ਾਂ ਅਸੀਂ ਛੱਡ ਕੇ ਨਹੀਂ ਆਏ। ਅਸੀਂ ਲੀੜਾ ਕੱਪੜਾ ਸੋਹਣਾ ਪਾਉਣ ਲੱਗ ਪਏ, ਸਾਨੂੰ ਬਣਨਾ ਸਵਰਨਾ ਆ ਗਿਆ, ਪਰ ਦਿਮਾਗੀ ਤੌਰ ਤੇ ਉੱਪਰ ਸਾਡਾ ਜਿਹੜਾ ਬਹੁਤਿਆਂ ਦਾ ਵਿਕਾਸ ਨਹੀਂ ਹੋਇਆ। ਕਾਰਨ ਸਿਰਫ ਇਹੀ ਹੈ ਜੀ, ਸਾਨੂੰ ਉਹ ਚੀਜ਼ਾਂ ਜਿਹੜੀਆਂ ਪ੍ਰਭਾਵਿਤ ਕਰਦੀਆਂ ਨੇ। ਹੁਣ ਇਹ ਹੈ ਜੀ ਕਿ ਇੱਕ ਜਿਹੜਾ ਸਾਡੇ ਉਸ ਸਮਾਜ ਦਾ ਸਟਰਕਚਰ ਇਹ ਬਣਿਆ ਕਿ ਮੰਨ ਲਓ ਵੀ ਮਜਬੂਰੀ ਵਸ ਕੋਈ ਲੜਕੀ ਜਿਹੜੀ ਆ ਸਮਝੌਤਾਵਾਦੀ ਹੋ ਜਾਂਦੀ ਹੈ ਜੀ, ਕੰਪਰੋਮਾਈਜ਼ ਕਰ ਲੈਂਦੀ ਹੈ ਜੀ। ਮਾੜੀ ਉਹ ਆ ਜੀ ਜਿਹੜਾ ਉਹਦੀ ਉਸ ਮਜਬੂਰੀ ਨੂੰ ਮਰਦ ਖਰੀਦ ਰਿਹਾ ਕਿ ਉਹ ਦੁੱਧ ਧੋਤਾ? ਬਿਲਕੁਲ ਇਹੀ ਸਵਾਲ ਅਸਲ ਦੇ ਵਿੱਚ ਖੜਾ ਹੁੰਦਾ। ਕੀ ਉਹ ਦੁੱਧ ਧੋਤਾ ਹੈ
ਜਿਹੜੇ ਹੁਣ ਜੇ ਉਹ 50,000 ਦੀ ਆਪਾਂ ਜਿਹੜੀ ਪਹਿਲਾਂ ਗੱਲ ਕਰਕੇ ਹਟੇ, ਜੇ 50,000 ਹੀ ਮੰਨ ਲਈਏ ਤਾਂ ਜਿਹੜੇ ਬਾਕੀ ਦੇ ਜਿਹੜੇ 50,000 ਉਹ ਖਰੀਦਦਾਰ ਨੇ ਉਹਨਾਂ 50,000 ਦੇ ਉਹ ਦੁੱਧ ਉੱਤੇ ਹੋਏ, ਉਹਨੂੰ ਅਸੀਂ ਜਿਹੜਾ ਸਾਡਾ ਸਮਾਜ ਜਿਹੜਾ ਜੀ ਬਰੀ ਕਰਕੇ ਝੱਟ ਪਰਾਂ ਰੱਖ ਦਿੰਦਾ ਜੀ। ਬਿਲਕੁਲ ਠੀਕ। ਸੋ ਜਿਹੜੀ ਇੱਕ ਉਹ ਸੋਚ ਜਿਹੜੀ ਆ ਉਹ ਹੁਣ ਇੱਕ ਦੂਜੀ ਜਿਹੜੀ ਜਦੋਂ ਇਹੋ ਜਿਹੀਆਂ ਵਾਹਿਯਾਤ ਕਿਸਮ ਦੀਆਂ ਗੱਲਾਂ ਹੁੰਦੀਆਂ ਨੇ ਨਾ ਜੀ, ਉਹ ਇੱਕ ਦਿਮਾਗ ਇੱਕ ਮਾਈਂਡ ਸੈਟ ਜਿਹੜਾ ਜੀ ਇੱਕ ਸੋਸ਼ਲ ਇੰਜੀਨੀਅਰਿੰਗ ਕੀਤੀ ਜਾਂਦੀ, ਮਾਈਂਡ ਸੈਟ ਡਿਵੈਲਪ ਕੀਤਾ ਜਾਂਦਾ ਜਿਹੜਾ ਕਿ ਪਹਿਲਾਂ ਸਾਡੇ ਖੂਨ ਦੇ ਵਿੱਚ ਹੈ ਵੀ ਆ। ਵੀ ਜਦੋਂ ਕੋਈ ਬੱਸ ਸਟੈਂਡ ਦੇ ਉੱਪਰ ਕਿਸੇ ਲੜਕੀ ਨੂੰ ਖੜੀ ਦੇਖੇਗਾ, ਕੋਈ ਸਾਈਡ ਵਾਕ ਤੇ ਤੁਰੀ ਆਉਂਦੇ ਨੂੰ ਦੇਖੇਗਾ, ਉਹ ਗੱਡੀ ਹੌਲੀ ਕਰਕੇ ਜ਼ਰੂਰ ਲੰਘਾਏਗਾ ਕਿ ਬਹੁਤੇ ਲੋਕ ਇਹ ਸੋਚਦੇ ਨੇ ਵੀ ਖਰਿਆ ਨੇ ਮੇਰੇ ਨਾਲ ਹੀ ਤੁਰ ਪੈਣਾ, ਨਿਹਾਰਦੇ ਆ, ਤੱਕਦੇ ਆ। ਈਵਨ ਕਿ ਤੁਸੀਂ ਇਹ ਕਹਿ ਲਓ ਕਿ ਵੀ ਜੇ ਅੱਖਾਂ ਦੇ ਵਿੱਚ ਐਕਸ-ਰੇ ਵੀ ਕਰ ਰਹੇ, ਬਿਲਕੁਲ। ਜੇ ਦੂਜੇ ਪਾਸੇ ਕਿਤੇ ਉਹੀ ਇੱਥੋਂ ਦੇ ਬੌਰਨ ਬੱਚੀਆਂ ਜਾਂਦੀਆਂ ਹੁਣ, ਕਿਸੇ ਦੀ ਜ਼ਰੂਰਤ ਪੈਂਦੀ ਹੈ। ਹਾਂ, ਪਰ ਦੇਖੋ ਇਹ ਬਹੁਤ ਵਾਕਈ ਸਾਡੀ ਜਿਹੜੀ ਕਮਜ਼ੋਰ ਜਾਂ ਗਰੀਬ ਮਾਨਸਿਕਤਾ ਹੈ ਜੀ, ਸਿਰਫ ਤੇ ਸਿਰਫ ਅਸੀਂ ਉਹਨਾਂ ਨੂੰ ਦੇਖਦੇ ਹਾਂ ਐਗਜ਼ੈਕਟਲੀ, ਜਿਨ੍ਹਾਂ ਦੇ ਕੋਈ ਮਤਲਬ ਸਾਨੂੰ ਪਤਾ ਵੀ ਲੱਗ ਜਾਂਦਾ ਹੈ। ਉਹੀ ਆ ਜੀ ਕਿ ਇਨਸਾਨ ਜਿਹੜਾ ਜੀ ਦੋ ਜਗ੍ਹਾ ਤੇ ਹੱਥ ਜੋੜਦਾ, ਜਿੱਥੋਂ ਉਹਨੂੰ ਲਾਲਚ ਆ ਤੇ ਜਾਂ ਜਿੱਥੋਂ ਛਿੱਤਰਾਂ ਦਾ ਡਰ ਆ। ਬਿਲਕੁਲ। ਸੋ ਅਸੀਂ ਇਸ ਸਮਾਜ ਨੂੰ ਕਿੱਧਰਲੇ ਪਾਸੇ, ਹੁਣ ਅਸੀਂ ਕੀ ਆ ਕਿ ਜਦੋਂ ਅਸੀਂ ਸੱਭਿਆਚਾਰ ਦਾ ਰੌਲਾ ਪਾਉਂਦੇ ਨਾ, ਸੱਭਿਆਚਾਰ ਦਾ ਮੂੰਹ ਮਹਾਂਦਰਾ ਤੇ ਸਾਧਨਾ ਦੇ ਨਾਲ ਬਦਲਦਾ ਰਹਿੰਦਾ ਜੀ। ਵਿਰਾਸਤ ਦੇ ਵਿੱਚ ਵੀ ਸਾਡੀਆਂ ਉਹ ਚੀਜ਼ਾਂ ਜਿਹੜੀਆਂ ਬਹੁਤ ਮਾੜੀਆਂ ਨੇ, ਸਾਨੂੰ ਉਹ ਤਿਆਗਣ ਦੀ ਲੋੜ ਆ। ਬਿਲਕੁਲ। ਜਦੋਂ ਆਪਾਂ ਉੱਥੇ ਹੁੰਦੇ ਸੀ ਨਾ ਜੀ, ਉੱਥੇ ਇੱਕ ਆਮ ਤੌਰ ਤੇ ਲਫ਼ਜ਼ ਜੁਮਲਾ ਸੁਣਨ ਨੂੰ ਮਿਲਦਾ ਹੁੰਦਾ ਸੀ ਵੀ ਦੇਖੋ ਜੀ ਸਾਡੇ ਨਿਆਣੇ ਵਿਗੜ ਰਹੇ ਨੇ ਜੀ, ਫੈਸ਼ਨ ਬੜਾ ਬੇਢੰਗਾ ਆ ਗਿਆ, ਇਹ ਪੱਛਮੀ ਸੱਭਿਅਤਾ ਦਾ ਪ੍ਰਭਾਵ ਆ ਜੀ, ਪ੍ਰਭਾਵ ਪੈ ਰਿਹਾ। ਜਦੋਂ ਇੱਥੇ ਪੱਛਮ ਜਾ ਕੇ ਦੇਖਿਆ ਵੀ ਭਾਈ ਇੱਥੇ ਤਾਂ ਉਹੋ ਜੀ ਕੋਈ ਗੱਲਬਾਤ ਹੈ ਹੀ ਨਹੀਂ। ਹਾਂਜੀ, ਫਿਰ ਉਹ ਅਸਲ 'ਚ ਕੀ ਆ ਵੀ ਸਾਡੇ ਅੰਦਰਲਾ ਜਿਹੜਾ ਚੋਰ ਹੁੰਦਾ, ਸਾਡੇ ਅੰਦਰ ਅਸੀਂ ਆਪਣੇ ਭੁੱਸ ਪੂਰੇ ਕਰਦੇ ਆ ਤੇ ਦੋਸ਼ ਜਿਹੜਾ ਉਹ ਬਗਾਨੇ ਤੇ ਮੜਦੇ ਆ। ਔਰ ਹੁਣ ਜਿਹੜਾ ਜੋ ਕੁਛ ਅਸੀਂ ਆਹ ਵਰਤਾਰਾ ਕਰ ਰਹੇ ਆ ਜੀ, ਅਸੀਂ ਬੜੀਆਂ ਟਾਰਾਂ ਮਾਰਦੇ ਆ ਜੀ ਕਿ ਸਾਡੇ ਗੁਰੂ ਸਾਹਿਬਾਂ ਨੇ ਵੀ ਇਹ ਗੱਲ ਕਹੀ ਆ ਵੀ ਸੋ ਕੋ ਮੰਦਾ ਕੇ ਜਿਤ ਜੰਮੇ ਰਾਜਾਨ, ਕਿ ਅਸੀਂ ਬਰਾਬਰ ਦੇ ਹੱਕ ਦੇਣ ਨੂੰ ਤਿਆਰ ਬੈਠੇ। ਅਸੀਂ ਦੋਗਲੇ ਆ, ਸ਼ਰੇਆਮ ਡਬਲ ਸਟੈਂਡਰਡ ਆ। ਅਸੀਂ ਜਿਹੜੇ ਅੰਦਰ ਵੜ ਕੇ ਜਿਸ ਚੀਜ਼ ਨੂੰ ਭੰਡ ਲੈਂਦੇ ਨੇ ਜੀ, ਬਾਹਰ ਕਈਆਂ ਦੇ ਜਿੰਦੇ ਲੱਗ ਜਾਂਦੇ ਨੇ ਜੀ, ਕਿ ਜਿਹੜੇ ਬਾਹਰ ਭੰਡਦੇ ਨੇ ਤੇ ਅੰਦਰੋਂ ਕੁਝ ਹੋਰ ਨੇ ਜੀ। ਹਾਂ, ਬਿਲਕੁਲ ਸਹੀ ਕਹਿ ਰਹੇ। ਪਰ ਇੱਕ ਗੱਲ ਹੋਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਵੀ ਦੋਸ਼ ਦੀ ਜਿਹੜੀ ਆਪਾਂ ਥੋੜਾ ਜਿਹਾ ਹੋਰ ਇਹਦੇ ਬਾਰੇ, ਸਾਡੇ ਨਾ ਸਾਡੀ ਸੋਚ ਦੇ ਵਿੱਚ, ਸਾਡੀ ਮਾਨਸਿਕਤਾ ਦੇ ਵਿੱਚ ਇਹ ਬਹੁਤ ਪ੍ਰਬਲ ਕੁੱਟ ਕੇ ਭਰੀ ਹੋਈ ਚੀਜ਼ ਹੈ ਕਿ ਵੀ ਦੋਸ਼ ਤਾਂ ਅਸੀਂ ਕਿਸੇ ਦੇ ਉੱਪਰ ਹੀ ਮੜਨਾ ਹੈ, ਆਪਣੇ ਉੱਪਰ ਨਹੀਂ, ਕਿਸੇ ਦੇ ਉੱਪਰ। ਸਾਨੂੰ ਸਿੱਧੂ ਸਾਹਿਬ ਸਾਨੂੰ ਸ਼ਿੱਕ ਵੀ ਆ ਜਾਏ ਨਾ ਤੇ ਅਸੀਂ ਕਹਿੰਦੇ ਵੀ ਫਲਾਨਾ ਯਾਦ ਕਰਦਾ ਹੋਣਾ, ਮਤਲਬ ਇਹ ਨਹੀਂ ਹੋ ਸਕਦਾ ਕੋਈ ਵੈਸੀ ਮਿੱਟੀ ਘੱਟਾ ਚੜਿਆ ਤੇ ਸ਼ਿੱਕ ਆ ਗਈ, ਮਤਲਬ ਉਹ ਵੀ ਦੋਸ਼ ਲਾਇਆ ਜਾਂਦਾ ਵੀ ਫਲਾਨਾ ਯਾਦ ਕਰ ਰਿਹਾ। ਇਹ ਵੀ ਮਾਨਸਿਕਤਾ ਹੈ, ਕਿਉਂਕਿ ਅਸੀਂ ਮੰਨ ਬੈਠੇ ਆ ਨਾ ਕਿ ਜੋ ਕੁਝ ਹੁੰਦਾ ਜੀ ਉਹ ਕੋਈ ਤੀਜੀ ਇੱਕ ਪਾਵਰ ਹੈ ਜੀ, ਇੱਕ ਸ਼ਕਤੀ ਆ ਜੀ, ਜਿਸ ਦੇ ਕਾਰਨ ਕਰਕੇ ਸਾਰਾ ਕੁਝ ਹੋ ਰਿਹਾ ਜੀ। ਬਿਲਕੁਲ। ਹੁਣ ਜੇ ਕਿਤੇ ਮਾੜੀ ਚੀਜ਼ ਵੀ ਹੋ ਜਾਏ ਨਾ ਤੇ ਸਾਡੇ ਕਈ ਸਿਆਣੇ ਕਹਿਣ ਕਰੇ ਕਰਾਵੇ ਆਪੇ ਆਪ ਮਾਨਸਿਕ ਸੁਣਾਈ ਵੀ ਆਪਣੇ ਬੁਰੇ ਕੰਮਾਂ ਦੇ ਵਿੱਚ ਵੀ ਉਹਨੂੰ ਭਾਗੀਦਾਰ ਬਣਾ ਲੈਂਦੇ ਆ। ਹਾਂ, ਦੇਖੋ ਬਿਲਕੁਲ ਸਹੀ ਹੈ। ਹਾਂਜੀ, ਸੋ ਸਾਡਾ ਇੱਕ ਇਹ ਸੁਭਾਅ ਬਣ ਚੁੱਕਾ ਜੀ। ਅਸੀਂ ਪਰ ਜਿਸ ਬੇਹਜਾਈ ਦੇ ਨਾਲ ਅਸੀਂ ਬਹੁਤੀਆਂ ਚੀਜ਼ਾਂ ਨੂੰ ਜਿਹੜਾ ਜੀ ਉੱਤੇ ਮੋਹਰ ਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਦੂਜੇ ਦੇ ਉੱਪਰ ਸਾਰਾ ਕੁਝ, ਕਿਉਂਕਿ ਜੋ ਕੁਝ ਅੱਜ ਵਰਤਾਰਾ ਹੋ ਰਿਹਾ ਜੀ, ਕਰ ਚਾਹੇ ਕੋਈ ਰਿਹਾ ਜੀ, ਉਹਦੇ ਆਪਾਂ ਸਾਰੇ ਜ਼ਿੰਮੇਵਾਰ। ਸੋ ਜੇ ਅਸੀਂ ਉਹ ਕੁਝ ਦੇਖਦੇ ਹੋਏ ਨਹੀਂ ਬੋਲ ਰਹੇ ਤਾਂ ਵੀ ਅਸੀਂ ਜ਼ਿੰਮੇਵਾਰ ਹਾਂ। ਅਸੀਂ ਉਹਨਾਂ ਨੂੰ ਟੋਕ ਨਹੀਂ ਰਹੇ ਜੀ ਤਾਂ ਵੀ ਜ਼ਿੰਮੇਵਾਰ ਆ। ਜੇ ਕਿਸੇ ਮਜ਼ਲੂਮ ਦਾ ਹੱਥ ਨਹੀਂ ਫੜਿਆ ਅਸੀਂ ਤਾਂ ਵੀ ਜ਼ਿੰਮੇਵਾਰ ਆ। ਬਹੁਤੇ ਪੱਖਾਂ ਤੋਂ ਸਾਡਾ ਸਮਾਜ ਜਿਹੜਾ ਜੀ ਉਹ ਜ਼ਿੰਮੇਵਾਰੀ ਸਵੀਕਾਰਨ ਤੋਂ ਭਾਜੂ ਰਹਿੰਦਾ ਜੀ, ਭਾਵੇਂ ਇਤਿਹਾਸ ਪੜ੍ਹ ਕੇ ਦੇਖ ਲਈਏ ਜੀ। ਜ਼ਿੰਮੇਵਾਰੀਆਂ ਤੋਂ ਤਾਂ ਭਗੌੜੇ ਸਾਡੇ ਸੱਭਿਆਚਾਰ ਦੇ ਵਿੱਚ ਵੀ, ਸਾਡੇ ਇਤਿਹਾਸ ਦੇ ਵਿੱਚ ਹੈਗਾ ਜੀ, ਹੈਗਾ ਮਿਲਦਾ। ਸੋ ਹੁਣ ਗੱਲ ਆਉਂਦੀ ਹੈ ਇੱਥੇ, ਕਿਉਂਕਿ ਸਮਾਂ ਵੀ ਬੜਾ ਸੀਮਤ ਆ ਸਾਡੇ ਕੋਲੇ, ਜਿਹੜੇ ਸਾਡੇ ਇੱਥੋਂ ਦੇ ਵਿਦਿਆਰਥੀ ਆ, ਇੰਟਰਨੈਸ਼ਨਲ ਵਿਦਿਆਰਥੀ ਆ, ਚਾਹੇ ਇੱਥੋਂ ਦੇ ਬੱਚੇ ਆ, ਆਪਾਂ ਗੱਲ ਕਰਦੇ ਆ ਜਿਨ੍ਹਾਂ ਬੱਚੀਆਂ ਦੇ ਉੱਪਰ ਬਿਨਾਂ ਗੱਲ ਤੋਂ, ਜੇ ਕਹਿ ਲਓ ਕਿ ਵੀ ਜਿਵੇਂ 50% ਵਾਲੀ ਗੱਲ ਕੀਤੀ, ਆਰੋਪ ਜਿਹੜੇ ਆ ਖਾਮਖਾ ਮੜੇ ਜਾਂਦੇ ਆ, ਖਾਮਖਾ ਮੜੇ ਜਾਂਦੇ ਆ। ਇਹ ਨਹੀਂ ਕਹਿੰਦੇ ਕਿ ਬਈ ਅਸੀਂ ਕਹਿੰਦੇ ਆ ਵੀ ਸਾਰੇ ਦੁੱਧ ਧੋਤੇ, ਪਰ ਕਈਆਂ ਇੱਕ ਫਿਗਰ ਤੁਸੀਂ ਕੱਢ ਦੇਣੀ, ਇੱਕ ਅੰਕੜਾ ਬਿਆਨ ਕਰ ਦੇਣਾ, ਉਹ ਚੀਜ਼ ਜਿਹੜੀ ਆ ਇਹੀ ਤਾਂ ਬੇਹਯਾਈ ਹੈ ਜੀ। ਹੁਣ ਕੀ ਹੈ ਜੀ ਉੱਥੇ, ਸੌਰੀ ਮਾਫ ਕਰਨਾ, ਸ਼ਾਇਦ ਤੁਸੀਂ ਹੋਰ ਗੱਲ ਕੁਝ ਕਹਿਣਾ ਨਹੀਂ ਚਾਹੁੰਦੇ ਹੋਵੋ। ਪਹਿਲਾਂ ਤਾਂ ਜਿਹੜੇ ਦਰਅਸਲ ਜੇ ਪੰਜਾਬ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਜੀ, ਜਿਹੜੀ ਆਪਣੀ ਅੱਜ ਇੱਥੇ ਗੱਲਬਾਤ ਕੀਤੀ ਆ ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਪੰਜਾਬ ਦੇ ਵਿੱਚ ਪਹੁੰਚਣੀ ਹੈ ਜੀ। ਪਹਿਲਾਂ ਤਾਂ ਉਹਨੇ ਮਾਪਿਆਂ ਨੂੰ ਜਿਹੜਾ ਜੀ ਇਹ ਯਕੀਨ ਦਿਵਾਉਣਾ ਜ਼ਰੂਰੀ ਹੈ ਜੀ ਕਿ ਭਾਈ ਇੱਥੇ ਕੋਈ ਏਡੀ ਨੇਰਗਰਦੀ ਨਹੀਂ, ਇੱਥੇ ਹੱਕ ਸਾਰਿਆਂ ਦੇ ਬਰਾਬਰ ਨੇ ਜੀ।
ਕੋਈ ਕਿਸੇ ਦੇ ਨਾਲ ਕੋਈ ਜ਼ਬਰਦਸਤੀ ਨਹੀਂ ਕਰ ਸਕਦਾ। ਬਿਲਕੁਲ ਠੀਕ। ਤੁਹਾਡੇ ਜਿਹੜੇ ਬੱਚੇ ਨੇ ਜੀ ਉਹ ਬਹੁਤ ਮਿਹਨਤੀ ਨੇ, ਜਿਨ੍ਹਾਂ ਦੇ ਵਿਗੜੈਲ ਨੇ ਉਹਨਾਂ ਮਾਪਿਆਂ ਨੂੰ ਖੁਦ ਪਤਾ, ਉਹਨਾਂ ਨੂੰ ਆਪ ਪਤਾ ਹੈ, ਉਹਨਾਂ ਨੂੰ ਆਪ ਪਤਾ। ਬਿਲਕੁਲ ਬਿਲਕੁਲ। ਉਹ ਜਿਹੋ ਜਿਹੇ ਉੱਥੋਂ ਆਏ ਨੇ ਉਹਨਾਂ ਨੇ ਆ ਕੇ ਇੱਥੇ ਕੁਝ ਝੁਰਲੂਟੀ 'ਚ ਕੋਈ ਚਮਤਕਾਰ ਨਹੀਂ ਹੋਣਾ। ਹਾਂ, ਕਈ ਸੁਧਰ ਜਾਂਦੇ ਨੇ ਜਦੋਂ ਜ਼ਿੰਮੇਵਾਰੀਆਂ ਸਿਰ ਤੇ ਪੈਂਦੀਆਂ ਨੇ। ਪਰਿਵਾਰ ਛੱਡਣਾ, ਜਿਹੜਾ ਟੱਬਰ ਛੱਡਣਾ ਬਹੁਤ ਔਖਾ ਹੁੰਦਾ ਜੀ। ਉਹ ਕਹਿੰਦੇ ਹੁੰਦੇ ਵੀ ਆਪਣੇ ਉੱਥੇ ਵੀ ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ, ਇੱਥੇ ਵੀ ਕੈਨੇਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ। ਕਈ ਉੱਥੇ ਜਿਹੜੇ ਉਹ ਵਿਹਲੀਆਂ ਖਾਣ ਗਿੱਜੇ ਹੁੰਦੇ ਸੀ, ਇੱਥੇ ਆ ਕੇ ਨੀਵੀਂ ਪਾ ਕੇ ਇਹੋ ਜਿਹਾ ਕੰਮ ਕਰਦੇ ਨੇ, ਬਿਲਕੁਲ ਸਿੱਧੇ ਹੋਏ ਨੇ ਜੀ। ਚੰਗੇ ਵਧੀਆ ਵਧੀਆ ਬਿਜ਼ਨਸ ਉਹ ਚਲਾ ਰਹੇ ਨੇ ਜੀ। ਮੈਂ ਬਹੁਤ ਸਾਰੇ ਲੋਕਾਂ ਨੂੰ ਇਹੋ ਜਿਹਾ ਨੂੰ ਜਾਣਦਾ ਜੀ। ਬੱਚੇ ਜਿਹੜੇ ਉਹਨਾਂ ਨੂੰ ਇਹ ਯਕੀਨ ਦਿਵਾਉਣਾ ਕਿ ਨਹੀਂ ਭਾਈ, ਜੇ ਕਿਸੇ ਇੱਕ ਵਿਅਕਤੀ ਵੱਲੋਂ ਜਾਂ ਫਿਰ ਕੁਝ ਕੰਮ ਅਕਲਾਂ ਵੱਲੋਂ ਇਹੋ ਜੀ ਗੱਲਬਾਤ ਜਿਹੜੀ ਕੀਤੀ ਜਾਂਦੀ ਆ ਤੇ ਮਾਪੇ ਜਿਹੜੇ ਆ ਜੋ ਸਿਰ ਫੜ ਕੇ ਬਹਿ ਜਾਣ। ਪਰਿਵਾਰ ਦੇ ਵਿੱਚ ਵੀ ਹੁੰਦਾ ਕਿ ਇੱਕ ਜੀ ਕਹਿੰਦਾ ਹੁੰਦਾ ਵੀ ਘਰ ਬੱਚੇ ਨੂੰ ਬਾਹਰ ਭੇਜ ਦਈਏ, ਦੂਜਾ ਕਹਿੰਦਾ ਨਹੀਂ ਭੇਜਣਾ ਜੀ। ਉਹ ਉਹਨਾਂ ਨੂੰ ਜ਼ੋਰ ਪਾ ਕੇ ਤੇ ਹੁਣ ਫਿਰ ਬਾਅਦ ਚ ਪਰਿਵਾਰਾਂ ਚ ਲੜਾਈਆਂ ਸ਼ੁਰੂ ਹੋ ਜਾਂਦੀਆਂ। ਤੁਹਾਨੂੰ ਕਿਹਾ ਸੀਗਾ ਕਿ ਨਾ ਭੇਜੋ, ਉੱਥੇ ਜਾ ਕੇ ਆਹ ਕੁਛ ਹੋਣਾ। ਸੋ ਉਹਨਾਂ ਦਾ ਇਹ ਵਿਸ਼ਵਾਸ ਜਿਹੜਾ ਜੀ ਉਹ ਬਹਾਲ ਹੋਣਾ ਬਹੁਤ ਜ਼ਰੂਰੀ ਆ ਵੀ ਬੱਚੇ ਜਿਹੜੇ ਨੇ ਜੀ ਉਹ ਬੜੇ ਇੱਜ਼ਤ ਸੰਭਾਲ ਕੇ ਮਿਹਨਤ ਦੇ ਨਾਲ ਕੰਮ ਕਰ ਰਹੇ ਨੇ। ਪੜ੍ਹਾਈ ਦਾ ਵੀ ਫਿਕਰ, ਚਲੋ ਹੁਣ ਤਾਂ ਵੈਦਰ ਵਧੀਆ, ਜਦੋਂ ਕਿਤੇ -41 ਡਿਗਰੀ ਤੱਕ ਹੁੰਦਾ ਨਾ ਜੀ, ਪਹਿਲੋਂ ਕਾਲਜ ਦੇ ਵਿੱਚੋਂ ਆਉਣਾ, ਫਿਰ ਆ ਕੇ ਤੇ ਕੰਮ ਤੇ ਜਾਣਾ, ਤੇ ਫਿਰ ਘਰ ਆਉਣ ਦਾ। ਇੱਥੇ ਸਾਡੇ ਨਿਆਣਿਆਂ ਨੂੰ ਪੱਕੀਆਂ ਪੱਕੀਆਂ ਮਿਲ ਜਾਂਦੀਆਂ ਨੇ, ਮਾਂ ਵੀ ਦਾਦੀ ਵੀ ਤੇ ਬਾਕੀ ਸਾਰੇ ਜਿਹੜੇ ਗਰਮ ਲਾ ਲੈ ਸੇਵਾ 'ਚ ਹਾਜ਼ਰ ਹੁੰਦੇ ਆ, ਵਿਚਾਰਿਆਂ ਨੂੰ ਆਪ ਲਾਉਣ। ਜਿਹੜੀਆਂ ਉਹ ਦਿੱਕਤਾਂ ਨੇ, ਉਹਨਾਂ ਦਿੱਕਤਾਂ ਨੂੰ ਸਾਡੇ ਬਹੁਤੇ ਲੋਕ ਜਿਹੜੇ ਮਹਿਸੂਸ ਨਹੀਂ ਕਰਦੇ। ਔਰ ਬੱਚੇ ਜਿਹੜੇ ਦੇਖੋ ਜੀ 2-3 ਸਾਲ ਜਿਹੜੇ ਪਹਿਲੇ ਨੇ ਜੀ, ਉਹ ਸਾਰਿਆਂ ਨੂੰ ਸੇਮ ਹੀ ਮਰਹਲੇ ਵਿੱਚ ਦੀ ਲੰਘਣਾ ਪੈਂਦਾ ਜੀ, ਮਿਹਨਤ ਕਰਨੀ ਪੈਂਦੀ ਹੈ। ਇੱਕ ਚੀਜ਼ ਮੈਂ ਥੋੜਾ ਜਿਹਾ ਹੋਰ ਆਪਾਂ ਕਿਤੇ ਨਾ ਕਿਤੇ ਥੋੜੀ ਚੀਜ਼ ਤੇ ਮੈਂ ਡਿਸਐਗਰੀ ਕਰਦਾ, ਇਸ ਕਰਕੇ ਕਿ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਵਿਗੜੈਲ ਕਹਿ ਲਓ ਜਾਂ ਵਿਗੜੇ ਪਹਿਲਾਂ ਤੋਂ ਹੀ ਉਹ ਉਵੇਂ ਲੜੀ ਤੁਰਦੀ ਆ ਰਹੀ ਹੈ, ਜੇ ਚਾਹੇ ਉਹ ਇੰਡੀਆ ਹੋਵੇ ਚਾਹੇ ਉਹ ਕੈਨੇਡਾ ਹੋਵੇ, ਉਹਨਾਂ ਨੇ ਤਾਂ ਇੱਕ ਸਹੁੰ ਹੀ ਖਾਧੀ ਹੁੰਦੀ ਹੈ ਕਿ ਵੀ ਆਪਣਾ ਤਾਂ ਆਹੀ ਕੰਮ ਹੈ, ਸਾਡੀ ਤਾਂ ਪਰਮਾਤਮਾ ਨੇ ਆਹੀ ਡਿਊਟੀ ਲਾਈ ਆ ਵੀ ਆਪਾਂ ਤਾਂ ਅਯਾਸ਼ੀ ਕਰਨੀ ਆ, ਆਸ਼ਕੀ ਕਰਨੀ ਆ, ਗੁੰਡਾਗਰਦੀ ਕਰਨੀ ਆ। ਸੋ ਇੱਥੇ ਵੀ ਕਰਦੇ ਆ ਕੇ। ਸੋ ਮੇਰਾ ਸਵਾਲ ਇਹ ਹੈ ਸਿੱਧੂ ਸਾਹਿਬ ਵੀ ਜਦੋਂ ਅਸੀਂ ਕਹਿੰਦੇ ਆ ਨਾ ਵੀ ਜਦੋਂ ਆਪਾਂ ਚੌਲ ਦੇਖਣੇ ਹੁਣ ਰਿੱਝੇ ਆ ਕਿ ਨਹੀਂ, ਦੋ ਦਾਣੇ ਵਿੱਚੋਂ ਚੁੱਕ ਕੇ ਦੇਖ ਲਈਦੇ ਆ, ਜੇ ਉਹ 2 ਦਾਣੇ ਪੱਕ ਗਏ ਤਾਂ ਸਮਝ ਲਓ ਪੂਰਾ ਕੁੱਕਰ ਜਾਂ ਭਾਂਡਾ ਤਿਆਰ ਆ ਚੌਲਾਂ ਦਾ ਜੀ। ਪਰ ਤੁਹਾਨੂੰ ਕੀ ਲੱਗਦਾ ਜਿਹੜਾ ਇਹ ਇਸ ਤਰ੍ਹਾਂ ਦਾ ਪੈਮਾਨਾ ਚੌਲਾਂ ਤੇ ਤਾਂ ਲਾਗੂ ਹੁੰਦਾ, ਪਰ ਇਹਨਾਂ ਬੱਚਿਆਂ ਦੇ ਉੱਪਰ ਜੇ 2-4 ਜਣਿਆਂ ਕਰਕੇ ਸਾਰਿਆਂ ਦੇ ਉੱਪਰ ਇਹ ਤਖਤੀ ਲਾ ਦਿੱਤੀ ਵੀ ਜਾਵੇ ਵੀ ਇਹ ਵਿਦਿਆਰਥੀ ਤਬਕਾ ਜਿਹੜਾ ਉਹ ਸਿਰੇ ਦੇ, ਇਹ ਸਟੀਰੀਓਟਾਈਪਿੰਗ ਹੈ ਸਾਡੀ ਜੀ। ਇਹ ਤਾਂ ਮਾੜੀ ਗੱਲ ਆ, ਜਨਰਲਾਈਜ਼ ਕਿਸੇ ਚੀਜ਼ ਨੂੰ ਕਰਨਾ ਜੀ। ਕੋਈ ਬੰਦਾ ਪੱਗ ਬੰਨ ਕੇ ਬਾਹਰ ਕੋਈ ਖਰੂਦ ਕਰਦਾ ਜਾਂ ਫਿਰ ਕੋਈ ਇਹੋ ਜਿਹੀ ਗੱਲ ਕਰਦਾ ਜਿਹੜੀ ਚੰਗੀ ਨਹੀਂ ਲੱਗਦੀ, ਤੇ ਸਾਰੇ ਪੱਗਾਂ ਵਾਲਿਆਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣ ਲੱਗ ਪੈਣਾ ਜੀ। ਹਾਂਜੀ, ਸੋ ਸਾਡੀ ਭੈੜ ਹੀ ਇਹ ਹੈ ਜੀ। ਪਰ ਤੁਹਾਨੂੰ ਕੀ, ਮੈਂ ਵਿਚਾਰ ਇਸ ਤੁਹਾਡਾ ਜਾਣਨਾ ਚਾਹਣਾ, ਤੁਹਾਨੂੰ ਕੀ ਲੱਗਦਾ ਜਿਹੜਾ ਪੈਮਾਨਾ ਇਹ ਰੱਖਿਆ ਜਾਂਦਾ ਹੈ ਕਿ 2-4 ਜਣਿਆਂ ਨੂੰ ਦੇਖ ਕੇ ਤੇ ਕਹਿ ਦੇ ਵੀ ਪੂਰੀ ਸਿੱਖ ਕੌਮ ਜਾਂ ਸਾਰੇ ਪੰਜਾਬੀ ਬੰਦੇ ਸਾਰੇ ਹੀ ਇਦਾਂ ਦੇ ਹੁੰਦੇ ਆ, ਤਾਂ ਤੁਹਾਨੂੰ ਕੀ ਲੱਗਦਾ ਵੀ ਠੀਕ ਹੈ? ਬਿਲਕੁਲ ਗਲਤ ਹੈ ਜੀ। ਤਾਂ ਫਿਰ ਜੇ ਇਹ ਗਲਤ ਹੈ ਤਾਂ ਫਿਰ ਜਿਹੜਾ ਸਾਡਾ ਪੰਜਾਬੀ ਮੀਡੀਆ ਜਿਹਦੇ ਵਿੱਚੋਂ ਤੁਸੀਂ ਵੀ ਆਉਣੇ ਅਸੀਂ ਵੀ ਆਉਣੇ ਆ, ਕਿ ਸਾਡਾ ਇੱਕ ਹੋਰ ਜ਼ਿੰਮੇਵਾਰੀ ਜਾਂ ਇੱਕ ਚੰਗੀ ਜਿਹੜੀ ਡਿਊਟੀ ਨਹੀਂ ਬਣ ਜਾਂਦੀ ਕਿ ਅਸੀਂ ਹੋਰ ਜਿਵੇਂ ਪਹਿਲਾਂ ਹੋਕਾ ਲਾਇਆ ਅਸੀਂ ਹੋਰ ਹੋਕਾ ਲਾਈਏ ਤਾਂ ਕਿ ਜਿਹੜਾ ਸਾਡਾ ਦਰਸ਼ਕ ਵਰਗ ਜਿਹੜਾ ਜਾਂ ਮਾਪੇ ਉਹਨਾਂ ਬੱਚਿਆਂ ਦੇ ਵਿਦਿਆਰਥੀਆਂ ਦੇ ਪ੍ਰੋਗਰਾਮ ਦੇਖ ਰਹੇ ਆ, ਉਹਨਾਂ ਨੂੰ ਇੱਕ ਸਕੂਨ ਦਾ ਸਾਹ ਆਵੇ ਕਿ ਵੀ ਸਾਡੇ ਬੱਚੇ ਸੇਫ ਆ। ਉਹ ਹੈਗਾ ਜੀ। ਇੱਥੇ ਦਰਅਸਲ ਕੀ ਆ ਕਿ ਸਾਡੇ ਲੋਕਾਂ ਦੇ ਵਿੱਚ ਇੱਕ ਮਾਨਸਿਕਤਾ ਬਣ ਚੁੱਕੀ ਆ। ਸਵੇਰੇ ਇੱਕ ਰੇਡੀਓ ਪ੍ਰੋਗਰਾਮ ਤੋਂ ਮੈਨੂੰ ਫੋਨ ਆਇਆ ਤੇ ਉਹ ਵੀ ਇਸੇ ਵਿਸ਼ੇ ਤੇ ਗੱਲਬਾਤ ਕਰ ਰਹੇ ਸੀ। ਉੱਥੇ ਇੱਕ ਕਾਲਰ ਦੀ ਕਾਲ ਆਈ ਜੀ ਕਿ ਦੇਖੋ ਜੀ ਜੋ ਕੁਝ ਹੋ ਰਿਹਾ ਮਾੜਾ ਹੋ ਰਿਹਾ ਜੀ, ਲੜਕੀਆਂ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ, ਪਰ ਜਿਹੜੇ ਮੀਡੀਆ ਦੇ 2 ਗਰੁੱਪ ਬਣੇ ਆ, ਤੁਸੀਂ ਇੱਕ ਗਰੁੱਪ ਦੇ ਵਿਰੋਧਤਾ ਕਰਾਉਣ ਲਈ ਦੂਜੇ ਗਰੁੱਪ ਨੂੰ ਲਿਆ ਕੇ ਤੁਸੀਂ ਕਰਦੇ ਵੀ ਕੋਈ ਚੰਗੀ ਗੱਲ ਨਹੀਂ। ਗੱਲ ਕੀ ਕਿ ਇੱਕ ਇਹ ਸੋਚ ਜਿਹੜੀ ਆ ਜੀ ਕੁਝ ਕੁ ਪਰਸੈਂਟੇਜ ਦੇ ਵਿੱਚ ਬਣ ਗਈ ਆ ਵੀ ਜਿਹੜਾ ਇੱਕ ਮੀਡੀਆ ਵਾਲਾ ਜੇ ਕੋਈ ਉਹੋ ਜਿਹੀ ਗੱਲ ਕਰਦਾ, ਜੇ ਦੂਜਾ ਉਹਦੀ ਵਿਰੋਧਤਾ ਕਰਦਾ ਨਾ, ਇਹ ਇਹਨਾਂ ਦਾ ਕੋਈ ਨਿੱਜੀ ਕਾਰਨ ਹੋਣਾ ਹੈ, ਇਸ ਕਰਕੇ ਬੋਲਦੇ। ਹਾਂ, ਬਿਲਕੁਲ ਬਿਲਕੁਲ। ਅਸਲ ਦੇ ਵਿੱਚ ਅਜਿਹਾ ਨਹੀਂ ਹੈ। ਸਾਡਾ ਕਿਸੇ ਨਾਲ ਬੰਦਾ ਨਹੀਂ ਬਣਨਾ ਜੀ। ਅਸਲ 'ਚ ਵਿਚਾਰਧਾਰਕ ਵਿਰੋਧਤਾ ਹੈ, ਇਹ ਹੋਣੀ ਵੀ ਚਾਹੀਦੀ ਹੈ। ਜੇ ਅਸੀਂ ਇੱਕ ਪੱਖ ਜਿਹੜਾ ਉਹਨਾਂ ਨੇ ਇਹ ਦੱਸਿਆ ਵੀ ਭਾਈ 50% ਜਿਹੜਾ ਜੀ ਉਹ ਇਸ ਤਰ੍ਹਾਂ ਦੇ ਨੇ ਜੀ, ਅਸੀਂ ਕਹਿੰਦੇ ਆ ਵੀ ਨਹੀਂ ਇਹ ਬਿਲਕੁਲ ਹੀ ਝੂਠ ਆ ਜੀ। ਹਾਂਜੀ, ਸੋ ਉਸ ਨੂੰ ਜਿਹੜੇ ਕੁਝ ਕੁ ਪ੍ਰਤੀਸ਼ਤ ਸਿਰਫ ਉਹ 2 ਧਿਰਾਂ ਦੀ ਲੜਾਈ ਜਿਹੜੀ ਆ ਜਾਂ 2 ਧਿਰਾਂ ਦੇ ਵਿੱਚ ਵੰਡ ਕੇ ਦੇਖਣ ਲੱਪਣ, ਇਹ ਤਾਂ ਫਿਰ ਉਹਨਾਂ ਦੀ ਬੇਅਕਲੀ ਆ ਨਾ। ਬਿਲਕੁਲ। ਸੋ ਜਿਹੜੀ ਵਿਚਾਰਧਾਰਾ ਦੀ ਲੜਾਈ ਹੈ ਨਾ, ਚਾਹੇ ਉਹ ਆਪਾਂ ਪਿਛਲੇ ਆਪਣੇ ਨਾਨਕ ਸਾਹਿਬ ਉਹਨਾਂ ਤੋਂ ਸ਼ੁਰੂ ਕਰ ਲਈ ਜੀ, ਪਾਤਸ਼ਾਹ ਗੁਰੂ ਨਾਨਕ ਸਾਹਿਬ ਉਹਨਾਂ ਨੇ, ਤਾਂ ਉਦੋਂ ਤੋਂ ਵੀ ਜੇ ਦੇਖਿਆ ਜਾਵੇ ਕਿ ਵਿਚਾਰਧਾਰਾ ਦੀ ਜਿਹੜੀ ਵਿਚਾਰਾਂ ਦੀ ਲੜਾਈ ਉਦੋਂ ਵੀ ਚੱਲਦੀ ਆ ਰਹੀ ਹੈ। ਉਦੋਂ ਉਹਨਾਂ ਨੇ ਕਦੇ ਕੋਈ ਹਥਿਆਰ ਨਹੀਂ ਚੁੱਕੇ, ਉਹਨਾਂ ਨੇ ਕਦੇ ਕੋਈ ਗਾਲੀ ਗਲੋਚ ਦਾ ਸਹਾਰਾ ਨਹੀਂ ਲਿਆ, ਕੋਈ ਲਾਸ਼ ਨਹੀਂ ਲਾਈ। ਸੋ ਪਰ ਮੈਂ ਇੱਕ ਥੋੜੀ ਜਿਹੀ ਗੱਲ ਕਰਦਾ ਫਿਰ ਆਪਾਂ ਚਰਚਾ ਕਰਦੇ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹਾਂਜੀ ਰਮਨ, ਮੈਂ ਸੁਰਜੀਤ ਬੋਲਦੀ
ਬੋਲਦੀ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਤੁਹਾਡਾ ਪ੍ਰੋਗਰਾਮ ਐਕਚੁਅਲੀ ਬਹੁਤ ਅੱਛਾ ਚੱਲ ਰਿਹਾ। ਮੇਰਾ ਇੰਟਰਪਟ ਕਰਨ ਨੂੰ ਜੀ ਨਹੀਂ ਸੀ ਕਰ ਰਿਹਾ, ਕਿਉਂਕਿ ਤੁਸੀਂ ਦੋ ਸੂਝਵਾਨ ਬੰਦੇ ਬਹੁਤ ਵਧੀਆ ਗੱਲਾਂ ਕਰ ਰਹੇ ਹੋ। ਤੁਸੀਂ ਸਾਰੇ ਜਿਹੜੇ ਵੀ ਮੇਰੇ ਮਨ 'ਚ ਸਵਾਲ ਸੀ, ਤੁਸੀਂ ਉਹਨਾਂ ਦੇ ਸਾਰਿਆਂ ਦੇ ਜਵਾਬ ਦਿੱਤੇ। ਤੁਸੀਂ ਉਹ ਸਾਰੇ ਸਵਾਲ ਉਠਾਏ ਆ। ਇਹਦੇ 'ਚ ਮਤਲਬ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਆਪਣਾ ਮੀਡੀਆ ਹੈ ਨਾ, ਇਹਦਾ ਰੋਲ ਕੋਈ ਬਹੁਤ ਵਧੀਆ ਨਹੀਂ ਹੈਗਾ। ਉਹ ਕਹਿੰਦੇ ਸੀ ਤੁਸੀਂ ਪਹਿਲਾਂ ਗੱਲ ਕੀਤੀ ਨਾ ਕਿ ਸਨਸਨੀ ਕ੍ਰੀਏਟ ਕਰਦੇ ਹੈਗੇ ਆ, ਉਸੇ ਕਰਕੇ ਕਿਉਂਕਿ ਮੀਡੀਆ ਸਨਸਨੀ ਕ੍ਰੀਏਟ ਕਰਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਸਾਡੇ ਸਾਰੇ ਲੋਕ ਨੇ ਉਹ ਉਸ ਗੱਲ ਨੂੰ ਉਸੇ ਤਰ੍ਹਾਂ ਹੀ ਚੁੱਕ ਲੈਂਦੇ ਨੇ ਔਰ ਝਟਕਾਰੇ ਲੈਂਦੇ ਨੇ ਜੀ। ਹਾਂਜੀ ਹਾਂਜੀ, ਉਹ ਝਟਕਾਰੇ ਲੈਂਦੇ ਨੇ ਲੋਕ। ਝਟਕਾਏ ਉਹ ਫਿਰ ਇੱਕ ਦੀ ਗੱਲ ਹੁੰਦੀ ਹੈ, ਉਹਨੂੰ ਜਨਰਲਾਈਜ਼ ਕਰ ਦਿੰਦੇ ਨੇ ਕਿ ਜੇ ਸਪੋਜ਼ ਕਰੋ ਇੱਕ ਨੇ ਕੋਈ ਗਲਤੀ ਕੀਤੀ ਇੱਕ ਬੱਚੇ ਨੇ, ਪਰ ਅਸੀਂ ਦੇਖਣਾ ਇਹ ਹੈ ਕਿ ਜੇ ਸਪੋਜ਼ ਕਰੋ ਇਹ ਸਾਡੇ ਬੱਚੇ ਜਿਹੜੇ ਇਹ ਸਾਡੇ ਬੱਚੇ ਨੇ, ਇਹ ਗੁੰਮਰਾਹ ਹੋ ਰਹੇ ਨੇ, ਤਾਂ ਇਹ ਕਿਉਂ ਹੋ ਰਹੇ ਨੇ ਤੇ ਸਾਡਾ ਕੀ ਰੋਲ ਹੈ, ਅਸੀਂ ਕੀ ਕਰਨਾ ਹੈਗਾ ਹੈ। ਬੱਚੇ ਮਤਲਬ ਕਿਉਂ ਕਿ ਇਹਨਾਂ ਦੀ ਜੌਬਸ ਨਹੀਂ ਮਿਲਦੀਆਂ। ਦੇਖੋ ਇਹਨਾਂ ਦੀ ਐਕਸਪਲਾਇਟੇਸ਼ਨ ਕਿੰਨੀ ਆ। ਮੇਰੇ ਕੋਲ ਵੀ ਦੋ ਸਟੂਡੈਂਟਸ ਮੇਰੇ ਰਿਸ਼ਤੇਦਾਰਾਂ ਦੀਆਂ ਰਹਿੰਦੀਆਂ ਨੇ। ਉਹਨਾਂ ਨੂੰ ਮੈਂ ਇੱਥੇ ਇੱਕ ਗਰੋਸਰੀ ਸਟੋਰ ਤੇ ਲੈ ਕੇ ਗਈ ਜੌਬ ਦਵਾਉਣ ਨੂੰ। ਉਹ ਕਹਿੰਦੇ ਕਿ $5 ਦੇਣਗੇ। ਸਰਦੀਆਂ ਦੇ ਵਿੱਚ ਸਨੋ ਦੇ ਵਿੱਚ ਤੁਰ ਕੇ ਜਾਏਗਾ, ਉਹ ਮਤਲਬ $5 ਤੇ ਜੌਬ ਕਰੇਗਾ। ਪਰ ਐਕਸਪਲਾਇਟੇਸ਼ਨ ਅਸੀਂ ਗੱਲਾਂ ਕਰਨ ਤੋਂ ਪਹਿਲਾਂ ਅਸੀਂ ਇਹ ਤਾਂ ਸੋਚੀਏ ਕਿ ਅਸੀਂ ਉਹਨਾਂ ਲਈ ਕਰ ਕੀ ਰਹੇ। ਜੀ ਬਿਲਕੁਲ ਮਤਲਬ ਕਿ ਗੱਲ ਤਾਂ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ। ਮੈਂ ਤਾਂ ਐਵੇਂ ਸ਼ੁਕਰੀਆ, ਬਹੁਤ-ਬਹੁਤ ਸ਼ੁਕਰੀਆ। ਔਰ ਤੁਹਾਡਾ ਜਿਹੜਾ ਇਹ ਫੀਡਬੈਕ ਦੇਣਾ ਵੀ ਇਹ ਸਾਡੇ ਲਈ ਇੱਕ ਕਹਿ ਲਓ ਕਿ ਵੀ ਬਹੁਤ ਜ਼ਰੂਰੀ ਹੈ। ਔਰ ਇਸ ਫੀਡਬੈਕ ਦੇ ਨਾਲ ਅਸੀਂ ਹੋਰ ਕੁਝ ਚੰਗਾ ਔਰ ਸੁਜਾਗ ਔਰ ਸੁਹਿਰਦ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਕਰ ਸਕਾਂਗੇ। ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਬਸ ਇੱਕ ਮੇਰਾ ਹੋਰ ਸੁਝਾਅ ਹੈ। ਜੀ ਗੱਲਾਂ ਕਰਦੇ ਆ ਨਾ, ਸਾਨੂੰ ਕੁਝ ਨਾ ਕੁਝ ਬੱਚਿਆਂ ਲਈ ਮੈਂਟਰਸ਼ਿਪ ਚਾਹੀਦੀ ਹੈ। ਜਿਹੜੇ ਵੀ ਮਤਲਬ ਸਪੋਜ਼ ਕਰੋ ਕੋਈ ਬੱਚੇ ਨਵੇਂ ਆਉਂਦੇ ਨੇ, ਉਹਨਾਂ ਦੀ ਮੈਂਟਰਸ਼ਿਪ ਚਾਹੀਦੀ। ਇੱਕ ਉਹਨਾਂ ਲਈ ਸਾਨੂੰ ਕੋਈ ਇਹੋ ਜਿਹੀ ਕ੍ਰੀਏਟ ਕਰਨੀ ਚਾਹੀਦੀ ਹੈ ਜੌਬ ਕਿ ਬੱਚਿਆਂ ਨੂੰ ਮਤਲਬ ਭੱਜਣਾ ਨਾ ਪਵੇ। ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਬੱਚੀਆਂ ਸਾਡੇ ਕੋਲ ਆਈਆਂ ਹੋਈਆਂ ਨੇ, ਅਸੀਂ ਉਹਨਾਂ ਨੂੰ ਸਾਲ ਤੋਂ ਰੱਖਿਆ ਹੋਇਆ, ਉਹਨਾਂ ਨੂੰ ਪਿਛਲੇ ਹਫ਼ਤੇ ਤੋਂ ਜੌਬ ਮਿਲਣੀ ਸ਼ੁਰੂ ਹੋਈ ਹੈ। ਪੂਰਾ ਸਾਲ ਉਹ ਮਤਲਬ ਫ੍ਰੀ ਰਹੀਆਂ ਹੈਗੀਆਂ। ਚਲੋ ਸ਼ੁਕਰੀਆ, ਤੁਸੀਂ ਆਪਣਾ ਕੰਟੀਨਿਊ ਕਰੋ। ਤੁਹਾਡੇ ਵਿਚਾਰਾਂ ਦੇ ਉੱਪਰ ਜ਼ਰੂਰ ਅਸੀਂ ਜਿਹੜਾ ਵੀ ਸਾਡਾ ਫਰਜ਼ ਬਣਦਾ, ਸਾਡੀ ਡਿਊਟੀ ਬਣਦੀ, ਅਸੀਂ ਇਹਨਾਂ ਨੂੰ ਉੱਪਰ ਇੰਪਲੀਮੈਂਟ ਕਰਾਂਗੇ। ਔਰ ਜਿਹੜਾ ਤੁਸੀਂ ਇੱਕ ਜੌਬ ਦੀ ਗੱਲ ਕੀਤੀ ਹੈ ਕਿ ਵਿਦਿਆਰਥੀਆਂ ਦੇ ਲਈ ਜਾਂ ਇਸ ਤਰ੍ਹਾਂ ਦੇ ਮੈਂਟਰ ਦੀ ਗੱਲ ਕੀਤੀ ਹੈ, ਉਹਦੇ ਉੱਪਰ ਵੀ ਆਪਾਂ ਸਿੱਧੂ ਸਾਹਿਬ ਨਾਲ ਗੱਲ ਕਰਦੇ ਹਾਂ। ਜੀ ਅਸਲ 'ਚ ਕੀ ਹੈ, ਆਪਾਂ ਜਿਹੜੀ ਜਿੱਥੋਂ ਗੱਲ ਆਪਾਂ ਛੱਡੀ ਸੀ, ਮੀਡੀਆ ਦਾ ਇੱਕ ਹਿੱਸਾ ਜਿਹੜਾ ਜੀ ਬੜੀ ਸੁਹਿਰਦਤਾ ਦੇ ਨਾਲ ਹੁਣ ਤੋਂ ਹੀ ਨਹੀਂ, ਜਦੋਂ ਤੋਂ, ਕਿਉਂਕਿ ਮੇਰੇ ਤੋਂ ਪਹਿਲਾਂ ਵੀ ਬਹੁਤ ਸਿਆਣੇ ਬੰਦੇ ਇੱਥੇ ਉਸ ਢੰਗ ਨਾਲ ਕੰਮ ਕਰਦੇ ਆਏ ਨੇ। ਇਹ ਇਸ ਟਾਈਪ ਦੀਆਂ ਦੋ ਤਰ੍ਹਾਂ ਪਹਿਲਾਂ ਤੋਂ ਰਹੀਆਂ ਨੇ ਜੀ, ਉਹ ਕਰਦੇ ਆਏ ਨੇ ਜੀ ਕੰਮ। ਹੁਣ ਅਸਲ ਦੇ ਵਿੱਚ ਕੀ ਆ ਵੀ ਇਕੱਲਾ ਮੀਡੀਆ ਦੇ ਕੀਤਿਆਂ ਕੁਛ ਨਹੀਂ ਹੋਣਾ। ਠੀਕ ਹੈ, ਅਸੀਂ ਜਿਵੇਂ ਆਪਾਂ ਕਿਹਾ ਵੀ ਆਪਾਂ ਪੱਲਾ ਝਾੜ ਕੇ ਵੀ ਆਹ ਕਿਉਂ ਨਹੀਂ ਕਰਦੀ ਤੇਰੇ, ਹੌਲੀ ਜਿਹੜੀ ਜੀ ਉਹ ਇੱਕ ਮਾਨਸਿਕਤਾ ਜਿਹੜੀ ਕ੍ਰੀਏਟ ਹੋ ਗਈ ਵੀ ਜਿਵੇਂ ਭੈਣ ਜੀ ਹੋਰਾਂ ਨੇ ਗੱਲ ਕੀਤੀ ਕਿ ਮੀਡੀਆ ਕੋਈ ਚੰਗਾ ਕੰਮ ਨਹੀਂ ਕਰ ਰਿਹਾ। ਇਹ ਤਿੰਨ ਸੰਸਥਾਵਾਂ ਮੇਜਰ ਹੁੰਦੀ ਜਦੋਂ ਮੈਂ 94 ਦੇ ਵਿੱਚ ਆਇਆ ਨਾ ਜੀ, ਸਾਡੀਆਂ ਗੁਰਦੁਆਰਾ ਕਮੇਟੀਆਂ, ਸਾਡੀਆਂ ਸਪੋਰਟਸ ਕਲੱਬਾਂ ਤੇ ਸਾਡਾ ਜਿਹੜਾ ਮੀਡੀਆ, ਇਹਨਾਂ ਤਿੰਨਾਂ ਸੰਸਥਾਵਾਂ ਦੀ ਬੜੀ ਭਲ ਹੁੰਦੀ ਸੀ। ਤੇ ਜਿਹੜੇ ਇਹਦੇ ਮੈਂਬਰ ਜਾਂ ਇਹਨਾਂ ਦੇ ਵਿੱਚ ਕੰਮ ਕਰਨ ਵਾਲੇ ਬੜੀ ਟੌਰ ਨਾਲ ਫਿਰਦੇ ਹੁੰਦੇ ਸੀ। ਹੌਲੀ ਇਹਨਾਂ ਸੰਸਥਾਵਾਂ ਦੇ ਵਿੱਚ ਨਿਗਾਰ ਇੰਨਾ ਕੁ ਆ ਗਿਆ ਕਿ ਹੁਣ ਜਦੋਂ ਕਿਤੇ ਵੀਕਐਂਡ ਦੇ ਉੱਪਰ ਪਾਰਟੀ ਸ਼ਾਰਟੀ ਦੀ ਗੱਲ ਚੱਲਦੀ ਹੋਵੇ ਨਾ, ਤੇ ਸਭ ਤੋਂ ਵੱਧ ਕੋਸਿਆ ਇਹਨਾਂ ਤਿੰਨਾਂ ਹੀ ਸੰਸਥਾਵਾਂ ਨੂੰ ਜਾਂਦਾ ਜੀ। ਬਿਲਕੁਲ, ਉਹਦੇ ਵਿੱਚ ਸਾਡੀਆਂ ਹੀ ਜਿਹੜੀਆਂ ਇਹ ਗਲਤੀਆਂ ਨੇ, ਜਿਹੜੀ ਜਨਰਲਾਈਜ਼ ਕਰਨ ਵਾਲੀ ਗੱਲ ਆ ਨਾ ਜੀ, ਉਹ ਸਾਡੇ ਮੀਡੀਆ ਤੇ ਵੀ ਹੋਈ ਆ ਵੀ ਜੇ ਕੋਈ ਇੱਕ ਅੱਧਾ ਬੰਦਾ ਜਿਹੜਾ ਜੀ ਜਾਂ ਫਿਰ ਥੋੜੀ ਜਿਹੀ ਪਰਸੈਂਟੇਜ ਜਿਹੜੀ ਆ ਜੀ, ਉਹ ਵਾਹਿਆਤ ਕਿਸਮ ਦੇ ਕੰਮ ਜਿਹੜੇ ਉਹ ਮੀਡੀਆ ਕਰਦੇ ਸੀ, ਸਾਰੇ ਮੀਡੀਆ ਦੇ ਉੱਪਰ ਥੱਪਾ ਲੱਗ ਗਿਆ ਜੀ ਕਿ ਇਹ ਸਾਰੇ ਇਦਾਂ ਦੇ, ਸਾਰੇ ਇਦਾਂ ਦੇ। ਸੋ ਕਿਉਂਕਿ ਮੀਡੀਆ ਵੀ ਜਾਂ ਫਿਰ ਆਪਾਂ ਵੀ ਸਾਰੇ ਜਿਹੜੇ ਉਸੇ ਸਮਾਜ ਦਾ ਹਿੱਸਾ ਹੀ ਆ ਨਾ। ਸੋ ਸਾਡੇ ਸਮਾਜ ਦੀ ਇੱਕ ਮਾੜੀ ਆਦਤ ਆ ਜਨਰਲਾਈਜ਼ ਕਰਨਾ, ਸਟੀਰੀਓਟਾਈਪਿੰਗ ਜਿਹੜੀ ਆ ਉਹ ਇੱਥੋਂ ਦੀਆਂ ਕਮਿਊਨਿਟੀ ਦੇ ਵਿੱਚ ਵੀ ਹੈਗੀ ਆ। ਹੁਣ ਜੇ ਤੇ ਕੋਈ ਬੰਦਾ ਸਾਨੂੰ ਕਹਿੰਦਾ, ਅਸੀਂ ਝੱਟ ਜਿਹੜਾ ਰੌਲਾ ਪਾ ਦਿੰਦੇ ਹਾਂ ਜੀ ਸਾਡੇ ਨਾਲ ਰੇਸਿਜ਼ਮ ਹੋ ਰਿਹਾ, ਸਭ ਤੋਂ ਵੱਡੇ ਰੇਸਿਸਟ ਤੁਸੀਂ ਖੁਦ ਹੈ। ਅਸੀਂ ਆਪਣੇ ਅੰਦਰ ਝਾਤੀ ਹੀ ਨਹੀਂ ਮਾਰਦੇ, ਸਾਨੂੰ ਸਾਡੀਆਂ ਸਿਫਤਾਂ ਸੁਣਨ ਦੀ ਆਦਤ ਪੈ ਗਈ ਹੈ।
ਜਦੋਂ ਅਸੀਂ ਗੁਰਦੁਆਰਾ ਸਾਹਿਬਾਨਾਂ ਜਾਂਦੇ ਆ ਤੇ ਸਾਡੀਆਂ ਸਿਫਤਾਂ ਕਰ ਕਰਕੇ ਸਾਡੇ ਬਜ਼ੁਰਗਾਂ ਦੀਆਂ ਕੀਤੀਆਂ ਤੇ ਅਸੀਂ ਡੀਂਗਾ ਮਾਰ ਮਾਰ ਕੇ ਜਕਾਰੇ ਛੱਡ ਛੱਡ ਕੇ 5-5 10-10 ਡਾਲਰ ਜਿਹੜੇ ਆ ਜੀ ਉਹ ਸਾਡੀ ਸਿਫਤ ਕਰਨ ਵਾਲੇ ਨੂੰ ਦੇ ਕੇ ਤੇ ਅਸੀਂ ਬੜਾ ਫੁੱਲ ਕੇ ਆ ਜਾਂਦੇ ਆ, ਮਾਣ ਮਹਿਸੂਸ ਕਰਦੇ ਆ। ਜਿਹੜਾ ਗਾਉਣ ਵਾਲਾ ਜੀ ਸਾਡੀਆਂ ਸਿਫਤਾਂ ਕਰਦਾ ਜੀ, ਪੁੱਲ ਬੰਦਾ ਜੀ, ਅਸੀਂ ਉਹਨੂੰ ਪਸੰਦ ਕਰਦੇ ਆ। ਗੱਲ ਕੀ ਜੀ, ਅਸੀਂ ਆਪਣੀ ਆਲੋਚਨਾ ਜਿਹੜੀ ਆ ਪਹਿਲੀ ਗੱਲ ਸਾਰਥਕ ਆਲੋਚਨਾ ਕਈ ਵਾਰੀ ਹੁੰਦੀ ਵੀ ਨਹੀਂ। ਦੂਜੀ ਗੱਲ ਆ ਵੀ ਅਸੀਂ ਅਸੀਂ ਡਿਨਾਇਲ ਮੋਡ ਦੇ ਵਿੱਚ ਆ। ਅਸੀਂ ਠੀਕ ਆ, ਸਾਡਾ ਸਾਰਾ ਕੁਝ ਠੀਕ ਆ, ਅਸੀਂ ਇਹ ਮੰਨਣ ਨੂੰ ਤਿਆਰ ਨਹੀਂ ਵੀ ਸਾਡੇ 'ਚ ਕਮੀਆਂ ਕੀ ਨੇ, ਚਾਹੇ ਸਾਡੇ ਆਪਣੇ ਵਿੱਚ ਹੋਣ ਚਾਹੇ ਸਾਡੀ ਔਲਾਦ ਦੇ ਵਿੱਚ ਹੋਣ। ਅਸੀਂ ਡਿਨਾਇਲ ਮੋਡ ਦੇ ਵਿੱਚੋਂ ਬਾਹਰ ਨਿਕਲਣ ਨੂੰ ਤਿਆਰ ਹੀ ਨਹੀਂ। ਪਰਦੇ ਪਾਉਣ ਦੀ ਕੋਸ਼ਿਸ਼ 'ਚ ਰਹਿੰਦੇ ਆ ਕਿ ਜੇ ਮੈਨੂੰ ਕਿਸੇ ਨੇ ਮਾੜਾ ਕਹਿਤਾ ਇਹਦਾ ਮਤਲਬ ਇਹ ਨਹੀਂ ਕਿ ਮੈਂ ਮਾੜਾ ਆ, ਇਹਦਾ ਮਤਲਬ ਇਹ ਹੈ ਵੀ ਫਲਾਨਾ ਮਾੜਾ ਜਿਹੜਾ ਮੈਨੂੰ ਕਹਿ ਰਿਹਾ ਤੇ ਇਹਦੇ ਤੋਂ ਕਿਨਾਰਾ ਕਰੋ, ਇਹਨੂੰ ਅਵੋਇਡ ਕਰੋ, ਇਸ ਤੋਂ ਬਾਅਦ ਇਹਨੂੰ ਇਗਨੋਰ ਕਰੋ। ਇਸ ਤੋਂ ਬਾਅਦ ਈਗੋਇਸਟਿਕ ਅਸੀਂ ਇੰਨੇ ਕੁ ਜ਼ਿਆਦਾ ਆ ਵੀ ਅਸੀਂ ਕਿਉਂਕਿ ਦੂਜੇ ਦੀ ਗੱਲ ਸੁਣਦੇ ਹਾਂ ਇਸ ਕਰਕੇ ਕਿਉਂਕਿ ਮੈਂ ਉਹਦਾ ਜਵਾਬ ਦੇਣਾ। ਅਸੀਂ ਚੰਗਾ ਸਾਹਿਤ ਜਿਹੜਾ ਜੀ ਉਹ ਮੈਂ ਪੜ੍ਹਨਾ ਛੱਡਤਾ। ਜੋ ਆ ਪਿਛਲੇ 10 ਸਾਲਾਂ ਤੋਂ ਸਾਹਿਤ ਸਾਡੇ ਪਰੋਸਿਆ ਵੀ ਜਾ ਰਿਹਾ ਜੀ, ਕਿਉਂਕਿ ਪੜ੍ਹਨ ਦੀ ਸਾਨੂੰ ਆਦਤ ਨਹੀਂ ਰਹੀ। ਤੇ ਜੋ ਅਸੀਂ ਗਾਇਕਾਂ ਦੇ ਜ਼ਰੀਏ ਸਾਡੇ ਕੰਨਾਂ ਦੇ ਵਿੱਚ ਠੋਸਿਆ ਜਾ ਰਿਹਾ, ਜੋ ਟੈਲੀਵਿਜ਼ਨ ਦੇ ਵਿੱਚ ਸਾਡੇ ਕੰਨਾਂ 'ਚ ਠੋਸਿਆ ਜਾ ਰਿਹਾ, ਜਿਹੋ ਜਿਹਾ ਸਾਨੂੰ ਸੋਚਣਾ। ਸੋ ਉਹ ਅਸੀਂ ਕਿਹੜੀ ਚੀਜ਼ ਆ ਜਿਹਦੇ ਵਿੱਚ ਅਸੀਂ ਕੁਝ ਨਾ ਕੁਝ ਸਿੱਖ ਲਾਂਗੇ। ਸੋ ਇੱਕ ਗੱਲ ਹੋਰ ਸਿੱਧੂ ਸਾਹਿਬ, ਜਿਹੜਾ ਪੰਜਾਬੀ ਮੀਡੀਆ ਦੀ ਅੱਜ ਆਪਾਂ ਚਰਚਾ ਕਰ ਰਹੇ ਹਾਂ, ਗੱਲ ਕਰ ਰਹੇ ਹਾਂ ਜੀ, ਜਿਹੜਾ ਕਿ ਇਹ ਨਹੀਂ ਗੱਲ ਕਿ ਪੰਜਾਬੀ ਮੀਡੀਆ ਜਿਹੜਾ ਉਹ ਜਿਹੜੀ ਸਾਡੇ ਵਿਦਿਆਰਥੀਆਂ ਦੇ ਉੱਪਰ ਗਲਤ ਆਰੋਪ ਲਾ ਰਿਹਾ। ਮੈਂ ਕਹਿੰਦਾ ਪੰਜਾਬੀ ਮੀਡੀਆ ਦੇ ਉੱਪਰ ਤਾਂ ਪਹਿਲਾਂ ਤੋਂ ਹੀ ਜਿਹੜੇ ਸਵਾਲੀਆ ਨਿਸ਼ਾਨ ਬਣੇ ਹੀ ਹੁੰਦੇ ਆ। ਪਰ ਸਿੱਧੂ ਮੂਸੇਵਾਲੇ ਵਾਂਗੂ ਮੈਂ ਸਿੱਧੇ ਤੌਰ ਤੇ ਮੈਂ ਗੱਲ ਕਰ ਰਿਹਾ ਕਿ ਸਿੱਧੂ ਮੂਸੇਵਾਲੇ ਵਾਂਗੂ ਜਦੋਂ ਉਹਨੂੰ ਇਹ ਲੱਗਣ ਲੱਗ ਗਿਆ ਕਿ ਵੀ ਤੁਸੀਂ ਥੋੜਾ ਜਿਹਾ ਨੈਗੇਟਿਵ ਗਾ ਕੇ ਆਪਣੀ ਬੱਲੇ ਬੱਲੇ ਖੱਟ ਸਕਦੇ ਆ, ਪੈਸੇ ਤੁਸੀਂ ਬਣਾ ਸਕਦੇ ਆ, ਤਾਂ ਮੈਨੂੰ ਲੱਗਦਾ ਵੀ ਇਹੋ ਜਿਹੀ ਸਟ੍ਰੈਟਜੀ ਸਾਡੇ ਮੀਡੀਆ ਨੇ ਵੀ ਬਣਾ ਲਈ। ਨੈਗੇਟਿਵ ਗੱਲ ਕਰੋ ਤੇ ਰਾਤੋਂ ਰਾਤ ਤੁਸੀਂ ਸਾਡੇ ਸਮਾਜ ਦੇ ਵਿੱਚ ਜੀ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਤੋਂ ਨਾ, ਪਿਛਲੇ ਇੱਕ ਹਫ਼ਤੇ ਤੋਂ ਜੇ ਆਪਾਂ ਦੇਖੀਏ ਜਿਹੜੀਆਂ ਉੱਥੇ NGOs ਖੁੱਲੀਆਂ ਸੀਗੀਆਂ, ਅਸਲ ਦੇ ਵਿੱਚ ਉਹ ਵੀ ਇੱਕ ਬੜਾ ਜਦੋਂ ਤੋਂ ਮੋਦੀ ਖਾਨੇ ਵਾਲਾ ਇਸ਼ੂ ਆਇਆ ਸੀ ਉਸ ਤੋਂ ਬਾਅਦ ਇੱਕ ਲੌਬੀ ਨੇ ਸੋਚਿਆ ਵੀ ਯਾਰ ਵੀ ਇਹ ਤੇ ਸਾਰਾ ਕੁਝ, ਕਿਉਂਕਿ ਉਸ ਦੇ ਨਾਲ ਵਪਾਰ ਨੂੰ ਬੜਾ ਵੱਡਾ ਘਾਟਾ ਪੈਣਾ। ਜਿਹੜੀ ਫਾਰਮਾਸਿਊਟੀਕਲ ਇੰਡਸਟਰੀ ਹੈਗੀ ਆ ਉਹ ਤਾਂ ਪੂਰੀ ਦੁਨੀਆ ਦੇ ਵਿੱਚ ਦੋਨੇ ਹੱਥੀ ਲੁੱਟ ਰਹੀ ਆ ਜੀ। ਸੋ ਜੇ ਇਸ ਢੰਗ ਨਾਲ ਕੰਮ ਹੋ ਗਿਆ ਤੇ ਸਾਡਾ ਕੰਮ ਤਾਂ ਗਿਆ ਜੀ। ਉਹਦੇ ਨਾਲ ਸਾਰੀਆਂ NGOs ਨੂੰ ਭੰਡਣਾ ਜਿਹੜਾ ਸ਼ੁਰੂ ਕਰ ਦਿੱਤਾ ਜੀ। ਉੱਥੇ ਹੁਣ ਕੀ ਆ ਕਿ ਇੱਕ ਅਮਲੀ ਕਿਸਮ ਦਾ ਬੰਦਾ ਜਿਹੜਾ ਕਿ ਬੜਾ ਬਕਵਾਸੀ ਹੈ ਜੀ, ਔਰ ਉਹ ਆਪਣਾ ਫੋਨ ਔਨ ਕਰਦਾ ਤੇ ਉਹ ਕਿਸੇ ਨੂੰ ਜਿਹੜਾ ਜੀ ਉਹ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੰਦਾ ਜੀ। ਉਹਨੂੰ ਦੇਖਣ ਵਾਲਿਆਂ ਦੀ ਗਿਣਤੀ ਜਿਹੜੀ ਹੈ ਜੀ ਉਹ 100 50 200 500 1000 ਬੰਦਾ ਉਹਨਾਂ ਨੂੰ ਲਾਈਵ ਦੇਖ ਰਿਹਾ ਹੁੰਦਾ ਜੀ। ਹਾਂਜੀ, ਫਿਰ ਉਹਦੇ ਉੱਪਰ ਸਾਡੇ ਜਿਹੜਾ ਜੀ ਸੋ ਕਾਲ ਮੀਡੀਆ ਵਾਲੇ ਨੇ ਜੀ, ਉਹ ਕੈਮਰੇ ਲੈ ਕੇ ਉਸ ਬੰਦਿਆਂ ਨੂੰ ਭਜਦੇ ਨੇ ਕਿ ਤੁਸੀਂ ਫਲਾਣੇ ਦੇ ਉੱਪਰ ਇਲਜ਼ਾਮ ਲਾਏ ਨੇ, ਤੁਸੀਂ ਉਹਨਾਂ ਤੇ ਕੀ ਕਹਿਣਾ ਚਾਹੁੰਦੇ ਹੋ। ਹਾਂਜੀ, ਸੋ ਜਦੋਂ ਤੁਸੀਂ ਉਹ ਜੋਨੀ ਬਾਬੇ ਦੀ ਜਾਂ ਨੀਟੂ ਸ਼ਟਰ ਵਾਲੇ ਦੀ ਜਾਂ ਫਿਰ ਜਿਹੜੇ ਅੱਜ ਕੱਲ ਪ੍ਰਧਾਨ ਮੰਤਰੀ ਜਾਂ ਫਿਰ ਸੱਜੇ ਖੱਬੇ ਜਿਹੜੇ ਹੋਰ ਤੁਰੇ ਫਿਰਦੇ ਆ, ਜਦੋਂ ਤੁਸੀਂ ਉਹਨਾਂ ਦੇ ਮਗਰ ਕੈਮਰੇ ਲੈ ਕੇ ਭੱਜੇ ਫਿਰੋਗੇ ਜੀ, ਉਹਨਾਂ ਦੀ ਇੰਟਰਵਿਊ ਕਰਕੇ ਫਖਰ ਮਹਿਸੂਸ ਕਰਨ ਲੱਗ ਪਾਓਗੇ, ਜਾਂ ਫਿਰ ਇਹ ਦੇਖੋਗੇ ਵੀ ਇਹਨਾਂ ਦੀ ਗੱਲ ਕਰੋ ਤੇ ਲੋਕ TRP ਆਉਂਦੀ ਹੈ। ਗੱਲ ਜਿਹੋ ਜੀ ਕੋਕੋ ਹੋ ਜਿਹੇ ਬੱਚੇ ਜੀ। ਸੋ ਸੁਭਾਵਕ ਹੀ ਅਸੀਂ ਇਸ ਚੀਜ਼ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਅਸੀਂ ਕਿੱਧਰਲੇ ਪਾਸੇ ਤੁਰ ਰਹੇ ਹਾਂ, ਸਾਡਾ ਅਕਸ ਕੀ ਹੈ ਲੋਕਾਂ ਦੇ ਵਿੱਚ। ਅਸਲ ਦੇ ਵਿੱਚ ਉਹ ਗੱਲ ਇਹ ਹੈ ਕਿ ਸਿੱਧੂ ਸਾਹਿਬ ਮਿੰਟ ਆਪਣੇ ਕੋਲੇ 2-3 ਬਾਕੀ ਬਚੇ ਆ, ਔਰ ਜੋ 2-3 ਮਿੰਟਾਂ ਦੇ ਵਿੱਚ ਮੈਂ ਤੁਹਾਡੇ ਵਿਚਾਰ, ਤੁਹਾਡਾ ਸੰਦੇਸ਼ ਜੋ ਕਿ ਸਾਡੇ ਪੰਜਾਬੀ ਭਾਈਚਾਰਾ ਜਿਹੜਾ ਕਿ ਪੰਜਾਬ ਦੇ ਵਿੱਚ ਮਾਪੇ ਵਿਦਿਆਰਥੀਆਂ ਦੇ ਮਾਪੇ ਸਾਡਾ ਪ੍ਰੋਗਰਾਮ ਦੇਖਣਗੇ, ਦੇਖ ਹੀ ਰਹੇ ਆ, ਉਹਨਾਂ ਨੂੰ ਤੁਸੀਂ ਆਪਣੇ ਤਰੀਕੇ ਦੇ ਨਾਲ ਪੰਜਾਬੀ ਮੀਡੀਆ ਦੇ ਤੌਰ ਤੇ ਇੱਕ ਪੋਜ਼ਿਟਿਵ ਤਰੀਕੇ ਦੇ ਨਾਲ ਜ਼ਰੂਰ ਥੋੜਾ ਜਿਹਾ ਦੇਖੋ ਜੀ। ਪਹਿਲੀ ਗੱਲ ਤਾਂ ਜਿਹੜੇ ਮਾਪੇ ਨੇ ਜੀ ਉਹ ਸਭ ਤੋਂ ਵੱਧ ਆਪਣੇ ਬੱਚੇ ਨੂੰ ਉਹ ਜਾਣਦੇ ਨੇ ਜੀ। ਤੁਸੀਂ ਆਪਣੇ ਬੱਚੇ ਦੇ ਨਾਲ ਗੱਲ ਕਰੋ, ਜਿਹੜੀ ਸੁਣੀ ਸੁਣਾਈ ਗੱਲ ਤੇ ਕਿਸੇ ਤੇ ਯਕੀਨ ਨਹੀਂ ਕਰਨਾ। ਬੱਚੇ ਤੁਹਾਡੇ ਬਹੁਤ ਸੇਫ ਮੁਲਕ ਦੇ ਵਿੱਚ ਨੇ, ਇਸ ਲੈਂਡ ਆਫ ਓਪਰਚੁਨਿਟੀ। ਸਟਰਗਲ ਜਿਹੜੀ ਹੈ ਜੀ ਸਾਰਿਆਂ ਨੂੰ ਕਰਨੀ ਪੈਂਦੀ ਹੈ ਜੀ। ਆਉਣ ਵਾਲਾ ਸਮਾਂ ਜਿਹੜਾ ਜੀ ਬੜਾ ਵਧੀਆ ਸੁਖਾਵਾਂ ਹੋਏਗਾ ਜੀ। ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਬਹੁਤ ਵਧੀਆ ਬਸਰ ਹੋਏਗੀ ਜੀ। ਉਹਨਾਂ ਨੂੰ ਇੱਕ ਗੱਲ ਜਿਹੜੀ ਇਹ ਇਸੇ ਆਸ ਤੋਂ ਉਹਨਾਂ ਨੇ ਬੱਚੇ ਇੱਥੇ ਭੇਜੇ ਸੀ, ਜਿਨ੍ਹਾਂ ਦੇ ਬੱਚੇ ਜਿਹਨਾਂ ਨੂੰ ਪਤਾ ਲੱਗਦਾ ਕਿ ਭਾਈ ਇਹ ਗਲਤ ਪਾਸੇ ਗਏ ਨੇ ਜੀ, ਇਹ ਲੜਾਈਆਂ ਪੜਾਈਆਂ ਦੇ ਵਿੱਚ ਨੇ ਜੀ, ਉਹਨਾਂ ਦੀਆਂ ਵੀਡੀਓ ਜਿਹੜੀਆਂ ਨੇ ਆਪਣੀਆਂ ਹੀ ਖਰੂਦ ਕਰ ਦਿੰਦੀਆਂ ਜੀ, ਉੱਥੇ ਪਹੁੰਚ ਜਾਂਦੀਆਂ ਨੇ ਜੀ। ਉਹਨਾਂ ਨੂੰ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰਨਾ। ਮੈਂ ਤੁਹਾਨੂੰ ਫਿਰ ਕੱਟ ਰਿਹਾ, ਇੱਕ ਕਾਲ ਕਾਫੀ ਲੰਬੇ ਸਮੇਂ ਤੋਂ ਆ ਰਹੀ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਜੀ। ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ। ਤੁਹਾਡੀ ਕਾਲ ਮਿਲ ਚੁੱਕੀ ਹੈ, ਪਹਿਲਾਂ ਮੈਂ ਲੈ ਨਹੀਂ ਸਕਿਆ, ਮਾਫ ਕਰਨਾ। ਤੁਸੀਂ ਕੋਈ ਸਵਾਲ ਜਾਂ ਸੁਝਾਅ ਰੱਖਣਾ ਚਾਹੁੰਦੇ ਆ, ਤੁਸੀਂ ਦੁਬਾਰਾ ਕਾਲ ਕਰ ਲੈਣਾ ਸਾਡੇ ਕੋਲ ਸਿਰਫ। ਹਾਂਜੀ, ਹੈਲੋ।
ਤੁਹਾਡੀ ਕਾਲ ਜਿਹੜੀ ਉਹ ਵੀ TV ਸੁਣਦੇ ਜੀ ਦਰਅਸਲ, ਹਾਂਜੀ ਹਾਂਜੀ। ਹੈ। ਔਰ ਪਲੀਜ਼ ਤੁਸੀਂ ਜੇ ਕਰਨਾ ਚਾਹੁੰਦੇ ਸਿਰਫ 1 ਮਿੰਟ ਸਾਡੇ ਕੋਲ ਬਾਕੀ ਹੈ, ਤੁਸੀਂ ਕਰ ਜੀ, ਸਕਦੇ ਆ ਜੀ, ਜੀ। ਸੋ ਦੂਸਰੀ ਚੀਜ਼ ਹੈਗੀ ਆ ਕਿ ਜਿਹੜੇ ਸਾਡੇ ਇੱਥੋਂ ਵਾਲੇ, ਇਹ ਜ਼ਰੂਰੀ ਨਹੀਂ ਵੀ ਸਾਰਾ ਕੁਝ ਜੇ ਭੰਡ ਮੀਡੀਆ ਰਿਹਾ ਤਾਂ ਉਹਨੂੰ ਕਾਊਂਟਰ ਵੀ ਮੀਡੀਆ ਨੇ ਕਰਨਾ। ਸਾਡੇ ਬਾਕੀ ਦੇ ਸਾਰੇ ਸਮਾਜ ਦਾ ਹਿੱਸਾ ਵੀ ਆਪਾਂ ਆਪਣੇ ਅੰਦਰ ਹੀ ਝਾਤ ਮਾਰੀਏ ਵੀ ਕੀ ਅਸੀਂ ਸਟੀਰੀਓਟਾਈਪਿੰਗ ਤਾਂ ਨਹੀਂ ਕਰਦੇ, ਕੀ ਅਸੀਂ ਸਾਰਿਆਂ ਨੂੰ ਇੱਕੋ ਬ੍ਰਸ਼ ਦੇ ਨਾਲ ਪੇਂਟ ਤਾਂ ਨਹੀਂ ਕਰਦੇ। ਜਿੱਥੇ ਕੋਈ ਮਾੜਾ ਹੁੰਦਾ, ਕੋਈ ਵੀ ਕਰਦਾ ਜੀ, ਕਿਉਂਕਿ ਇਹ ਮੁਲਕ ਇਹੋ ਜਿਹਾ ਜੀ ਵੀ ਜਿੱਥੇ ਕਿਸੇ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਜੀ, ਬਿਲਕੁਲ। ਜੇ ਅਸੀਂ ਇੱਥੇ ਆ ਕੇ ਵੀ ਸੱਚ ਦੇ ਨਾਲ ਖੜਨ ਤੋਂ ਡਰਦੇ ਆ, ਜਾਂ ਫਿਰ ਕਿਸੇ ਨੂੰ ਸੋ ਕਾਲ ਕਈ ਵਾਰੀ ਵਹਿਮ ਹੀ ਹੁੰਦਾ ਕਿ ਫਲਾਣਾ ਬੰਦਾ ਬੜਾ ਪਾਵਰਫੁਲ ਆ, ਅਸੀਂ ਉਹਦੇ ਅਗੇਂਸਟ ਬੋਲਣਾ ਨਹੀਂ ਜੀ, ਇਹ ਸਾਰੇ ਡਰ ਲਾ ਦਈਏ। ਜਿੱਦਣ ਅਸੀਂ ਗਲਤ ਨੂੰ ਗਲਤ ਠੋਕ ਕੇ ਤੇ ਸੱਚ ਦੇ ਨਾਲ ਠੋਕ ਕੇ ਖੜਨ ਲੱਗ ਪਏ, ਬਹੁਤੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਖੁਦ ਹੱਲ ਹੋ ਜਾਣੀਆਂ ਨੇ। ਬਿਲਕੁਲ। ਦੂਜੀ ਗੱਲ ਆ ਵੀ ਜਿਹੜਾ ਇੱਕ ਸਾਈਕੀ ਕ੍ਰੀਏਟ ਕਰ ਦਿੱਤੀ ਗਈ ਹੈ ਕਿ ਤੁਸੀਂ ਸਟੂਡੈਂਟ ਵੱਲੋਂ ਨਹਿਰੀਆਂ ਵੱਟ ਕੇ ਝਾਕਦੇ ਹੋ, ਸ਼ੱਕੀ ਨਿਗਾਹ ਨਾਲ ਦੇਖਦੇ ਹੋ ਤੇ ਉਹ ਤੁਹਾਡੇ ਵੱਲੋਂ ਦੇਖਦੇ ਆ ਜੀ। ਇਹ ਜਿਹੜਾ ਜੀ ਇਸ ਨੂੰ ਕਹਿ ਲਓ ਵੀ ਇਹਦੀ ਰਿਪੇਅਰ ਵੀ ਆਪਾਂ ਹੀ ਕਰਨੀ ਹੈ ਜੀ। ਸੋ ਉਹ ਜਿਹੜੇ ਇੱਕ ਹੁਣ ਆਪਣੀਆਂ ਬੇਸਮੈਂਟਾਂ ਦੇ ਵਿੱਚ ਆਪਣੇ ਸੱਜੇ ਖੱਬੇ ਘਰਾਂ ਦੇ ਵਿੱਚ ਬੱਚੇ ਰਹਿੰਦੇ ਨੇ ਨਾ, ਉਹਨਾਂ ਦੇ ਨਾਲ ਫਰੈਂਡਲੀ ਮਾਹੌਲ ਦੇ ਨਾਲ ਤੁਸੀਂ ਰਹੋਗੇ ਨਾ, ਉਹ ਕੋਈ ਏਲੀਅਨ ਨਹੀਂਗੇ ਵੀ ਜਿਹੜੇ ਉੱਤੋਂ ਉਤਰੇ ਆ, ਉਹ ਉਸੇ ਪੰਜਾਬ ਦੇ ਭਾਸ਼ਾ ਸਮਝਦੇ ਆ, ਉਹ ਉਸੇ ਪੰਜਾਬ ਚੋਂ ਆਏ ਜਿੱਥੋਂ ਆਪਾਂ ਆਏ ਆ। ਹਾਂਜੀ, ਕਈ ਜਿਹੜੇ ਹੁੰਦੇ ਨੇ ਵੀ ਭਾਵੇਂ ਜਵਾਨੀ ਬਾਰੇ ਆਪ ਜਿਹੜਾ ਜੀ ਕੋਈ ਕਹਿੰਦਾ ਕੋਠੇ ਨਾਲ ਛੱਡੇ ਹੁਣ ਟੱਪਣੋਂ, ਤੇ ਦੂਜਿਆਂ ਦੇ ਹੁਣ ਉਹਨਾਂ ਨੂੰ ਚੇਤੇ ਆਉਂਦੇ ਆ ਜੀ। ਸੋ ਆਪਣੇ ਅੰਦਰ ਝਾਤ ਜ਼ਰੂਰ ਮਾਰ ਲਈ ਹੈ ਵੀ ਅਸੀਂ ਕਿੰਨੀ ਕੁ ਪਾਣੀ ਚਾਹੀਏ ਜੀ। ਬਹੁਤ ਬਹੁਤ ਸ਼ੁਕਰੀਆ ਜ਼ਿੱਦੂ ਸਾਹਿਬ, ਤੁਸੀਂ ਸਟੂਡੀਓ ਦੇ ਵਿੱਚ ਆ ਕੇ ਉਚੇਚੇ ਤੌਰ ਤੇ ਔਰ ਪੰਜਾਬੀ ਪੱਤਰਕਾਰੀ, ਪੰਜਾਬੀ ਮੀਡੀਆ ਦੇ ਉੱਪਰ ਜੋ ਸਵਾਲੀਆ ਨਿਸ਼ਾਨ ਲੱਗਦੇ ਆ ਰਹੇ ਆ ਉਹਨਾਂ ਦੇ ਉੱਪਰ ਬੜੀ ਘੋਖ ਪੜਚਾਲ ਦੇ ਨਾਲ ਤੁਸੀਂ ਬਿਆਨ ਕੀਤਾ। ਇਹ ਦੇਖੋ ਗੱਲਾਂ ਤਾਂ ਕਰਨੀਆਂ ਬਣਦੀਆਂ ਜੀ, ਪਰ ਜਿੰਨਾ ਚਿਰ ਲੋਕੀ ਨਾ ਉੱਠੇ ਕੁਝ ਚੇਂਜ ਨਹੀਂ ਹੋਣਾ। ਸੋ ਸ਼ੁਕਰੀਆ। ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਆਪਾਂ ਚਰਚਾ ਕਰਾਂਗੇ ਔਰ ਇਹੋ ਜਿਹੀ ਅਪਡੇਟ ਜਿਹੜੀਆਂ ਚੰਗੀਆਂ ਜਿਹੜੀਆਂ ਸੇਧ ਦੇਣ ਵਾਲੀਆਂ ਗੱਲਾਂ ਨੇ ਉਹ ਆਪਾਂ ਸਮਾਜ ਤੱਕ ਰੱਖਦੇ ਰਹਾਂਗੇ। ਬਹੁਤ ਧੰਨਵਾਦ, ਤੁਹਾਡਾ ਬਹੁਤ ਸ਼ੁਕਰੀਆ ਟਾਈਮ ਦੇਣ ਦੇ ਲਈ। ਔਰ ਦਰਸ਼ਕੋ ਤੁਹਾਡਾ ਵੀ ਸ਼ੁਕਰੀਆ। ਔਰ ਤੁਸੀਂ ਵਿਜ਼ਨ ਪੰਜਾਬ ਟੀਵੀ ਦੇਖਦੇ ਰਹੋ ਔਰ ਵਿਜ਼ਨ ਪ੍ਰਾਈਮ ਟਾਈਮ ਨੂੰ ਇਸੇ ਤਰੀਕੇ ਦੇ ਨਾਲ ਪਿਆਰ ਦਿੰਦੇ ਰਹੋ। ਔਰ ਤੁਹਾਡੀਆਂ ਕਾਲਸ ਜਿਹੜੀਆਂ ਮੈਂ ਨਹੀਂ ਲੈ ਸਕਿਆ ਅੱਜ ਕਿਉਂਕਿ ਵਿਸ਼ਾ ਬੜਾ ਜੀ ਇਸ ਤਰ੍ਹਾਂ ਦਾ ਸੀ ਕਿ ਕੋਈ ਲੜੀ ਨਹੀਂ ਤੋੜਨਾ ਚਾਹੁੰਦੇ ਸੀ ਔਰ ਸਾਡੀਆਂ ਜੋ ਸਾਡੇ ਵਿਚਾਰ ਚਰਚਾ ਸੀ ਤੁਹਾਡੇ ਤੱਕ ਪਹੁੰਚਦੇ, ਇਸ ਕਰਕੇ ਅਸੀਂ ਕਾਲ ਨਹੀਂ ਲੈ ਸਕੇ। ਔਰ ਜੋ ਵੀ ਸਾਡਾ ਇੱਥੇ ਗੈਸਟ ਆਉਂਦਾ ਉਹਨਾਂ ਦੇ ਆਪਣੇ ਵਿਚਾਰ ਨੇ, ਸਾਡੇ ਆਪਣੇ ਵਿਚਾਰ ਨੇ, ਤੁਹਾਡੇ ਆਪਣੇ ਵਿਚਾਰ ਨੇ। ਵਿਚਾਰਾਂ ਨੂੰ ਰੱਖਣ ਦੀ ਸਭ ਨੂੰ ਆਜ਼ਾਦੀ ਹੈ, ਲੇਕਿਨ ਸਾਡਾ ਕੋਈ ਮਕਸਦ ਨਹੀਂ ਕਿਸੇ ਨੂੰ ਪਿਨ ਪੁਆਇੰਟ ਕਰਨਾ, ਸਾਡਾ ਕੋਈ ਇਹ ਮਕਸਦ ਨਹੀਂ ਕਿ ਕਿਸੇ ਨੂੰ ਅਸੀਂ ਹਰਟ ਕਰੀਏ। ਅਸੀਂ ਫਿਰ ਵੀ ਖਿਮਾ ਦੇ ਜਾਚਕ ਹਾਂ ਜੇ ਤੁਸੀਂ ਸਾਡੀਆਂ ਕਿਸੇ ਗੱਲਾਂ ਤੋਂ, ਵਿਚਾਰਾਂ ਤੋਂ ਤੁਸੀਂ ਕਿਸੇ ਕਿਸਮ ਦੇ ਨਾਲ ਹਰਟ ਹੋਇਆ ਤਾਂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਨਵੇਂ ਮਹਿਮਾਨ ਤੇ ਨਵੇਂ ਵਿਸ਼ੇ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਸ਼ੁਕਰੀਆ। ਜਿਉਂਦੇ ਰਹੋ, ਵਸਦੇ ਰਹੋ, ਘਰਾਂ 'ਚ ਰਹੋ। ਸ਼ਬਾ ਖੈਰ।